ਮੈਨੂੰ ਸਮਝ ਨਹੀਂ ਆਉਂਦੀ ਕਿ ਅਸੀਂ ਕੁੜੀਆਂ ਨੂੰ ਕਿਉਂ ਨਹੀਂ ਇਜਾਜ਼ਤ ਦਿੰਦੇ ਕਿ ਤੁਸੀਂ ਖੁੱਲ੍ਹ ਕੇ ਹੱਸੋ ਖਿੜਖਿੜਾਓ। ਵੂਮਨ ਨੂੰ ਹਮੇਸ਼ਾ ਉਹਦੇ ਜੋ ਗੁਣ ਹੈ ਉਹਨੂੰ ਕਦੀ ਭੁੱਲਣਾ ਨਹੀਂ ਚਾਹੀਦਾ ਤੇ ਉਹਨੂੰ ਹਮੇਸ਼ਾ ਕਿਸੇ ਨਾ ਕਿਸੇ ਤਰੀਕੇ ਆਪਣੇ ਅੰਦਰ ਉਹਨੂੰ ਰੱਖਣਾ ਚਾਹੀਦਾ ਤੇ ਬਾਹਰ ਲੈ ਕੇ ਆਉਣਾ ਚਾਹੀਦਾ। ਚਾਹੇ ਤੁਹਾਨੂੰ ਲੱਗੇ ਵੀ ਕਿ ਅੱਛਾ ਹੈ ਹੁਣ ਨਹੀਂ ਹੁਣ ਨਹੀਂ ਮਤਲਬ ਬਸ ਬਹੁਤ ਹੋ ਗਿਆ ਉਮਰ ਹੋ ਗਿਆ, ਨਹੀਂ ਉਹ ਚੀਜ਼ ਤੁਹਾਨੂੰ ਹਮੇਸ਼ਾ ਯੰਗ ਰੱਖਦੀ ਹੈ। ਉਹ ਮੈਟਰ ਹੀ ਨਹੀਂ ਕਰਦਾ ਕਿ ਤੁਹਾਡੀ ਏਜ ਕਿੰਨੀ ਹੈ। ਆਪਣੇ ਸ਼ੌਂਕ ਨੂੰ ਹਮੇਸ਼ਾ ਜਵਾਨ ਰੱਖਣਾ ਚਾਹੀਦਾ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਬਿਟਵੀਨ ਅਸ ਵਿਦ ਬਿੰਦੂ ਬਰਾੜ। ਮੇਰੀ ਅੱਜ ਦੀ ਮਹਿਮਾਨ ਸਾਉਣ ਦੇ ਮਹੀਨੇ ਵਰਗੀ ਹੈ। ਜਦੋਂ ਹੱਸਦੀ ਹੈ ਤਾਂ ਲੱਗਦਾ ਹੈ ਕਿ ਮੀਂਹ ਦੀਆਂ ਫੁਹਾਰਾਂ ਪੈ ਰਹੀਆਂ ਹੋਣ। ਜਦੋਂ ਨੱਚਦੀ ਹੈ ਤਾਂ ਲੱਗਦਾ ਸਾਉਣ ਮਹੀਨੇ 'ਚ ਮੋਰ ਪੈਲ ਪਾ ਰਿਹਾ ਹੋਵੇ। ਅਤੇ ਜਿਹੜੀਆਂ ਉਹਦੀਆਂ ਅੱਖਾਂ ਹੈ ਉਹ ਸਾਉਣ ਮਹੀਨੇ 'ਚ ਜਿਵੇਂ ਕਾਲੀਆਂ ਘਟਾਵਾਂ ਵਰਗੀ ਗਹਿਰਾਈ ਹੈ। ਅਤੇ ਉਹਦਾ ਨਾਮ ਵੀ ਤਾਂ ਸਾਵਨ ਹੈ, ਸਾਵਨ ਰੂਪੋਵਾਲੀ। ਉਹਨਾਂ ਨੇ ਬਹੁਤ ਸਾਰੀਆਂ ਪੰਜਾਬੀ ਮੂਵੀਜ਼ ਕੀਤੀਆਂ ਹੈ। ਇੰਨਾ ਹੀ ਨਹੀਂ, ਉਹਨਾਂ ਨੇ ਬਾਲੀਵੁੱਡ 'ਚ ਵੀ ਕੀਤੀ ਹੈ ਮੂਵੀ, ਬਹੁਤ ਸਾਰੇ ਗਾਣਿਆਂ 'ਚ ਵੀ, ਪੰਜਾਬੀ ਗਾਣਿਆਂ ਦੇ ਵਿੱਚ ਵੀ ਕੰਮ ਕੀਤਾ ਹੈ। ਬਾਕੀ ਆਪਾਂ ਉਹਨਾਂ ਦਾ ਸਫ਼ਰ ਪੁੱਛਦੇ ਹਾਂ। ਆਓ ਸਵਾਗਤ ਕਰਦੇ ਹਾਂ ਸਾਵਨ ਰੂਪੋਵਾਲੀ ਦਾ। ਸਾਵਨ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕਿਵੇਂ, ਠੀਕ ਠਾਕ ਹੋ? ਬਹੁਤ ਵਧੀਆ, ਤੁਸੀਂ ਦੱਸੋ? ਬਹੁਤ ਸਵਾਗਤ ਹੈ ਤੁਹਾਡਾ ਸਾਡੇ ਪ੍ਰੋਗਰਾਮ 'ਚ। ਪਹਿਲੀ ਗੱਲ ਸ਼ੁਕਰੀਆ, ਤੁਸੀਂ ਬਹੁਤ ਹੀ ਪਿਆਰੇ ਸ਼ਬਦਾਂ ਨਾਲ ਮੇਰਾ ਸਵਾਗਤ ਕੀਤਾ, ਉਹਦੇ ਲਈ ਥੈਂਕ ਯੂ ਸੋ ਮਚ। ਅੱਛਾ ਸਾਵਨ, ਤੁਹਾਡਾ ਬਰਥ ਹੋਇਆ ਅੰਮ੍ਰਿਤਸਰ 'ਚ। ਹਾਂਜੀ। ਫਿਰ ਤੁਸੀਂ ਕਪੂਰਥਲਾ ਗਏ। ਹਾਂਜੀ। ਕਪੂਰਥਲਾ ਤੋਂ ਫਿਰ ਅੰਮ੍ਰਿਤਸਰ। ਹਾਂਜੀ। ਇਹ ਕੀ ਚੱਕਰ ਸੀਗਾ? ਹਾਂਜੀ, ਮੇਰਾ ਬਰਥ ਪਲੇਸ ਅੰਮ੍ਰਿਤਸਰ ਹੀ ਆ ਅਤੇ ਪਾਪਾ ਦੀ ਜੋਬ ਕਪੂਰਥਲਾ ਸੀ, ਸੋ ਅਸੀਂ ਮੂਵ ਹੋ ਗਏ ਫਿਰ ਕਪੂਰਥਲਾ, ਉਹਨਾਂ ਨਾਲ ਹੀ ਰਹਿਣਾ ਪੈਣਾ ਸੀ। ਫਿਰ ਗ੍ਰੈਜੂਏਸ਼ਨ ਟਾਈਮ ਮੈਂ ਜਦੋਂ +2 ਤੋਂ ਬਾਅਦ ਸਟੱਡੀਜ਼ ਕਰਨੀਆਂ ਸੀਗੀਆਂ ਤੋ ਫਿਰ ਮੈਂ BBK ਕਾਲਜ ਅੰਮ੍ਰਿਤਸਰ ਐਡਮਿਸ਼ਨ ਲਈ ਸੀ, ਜਸਟ ਬਿਕਾਜ਼ ਆਫ ਕਿ ਉੱਥੇ ਥੀਏਟਰ ਨੂੰ ਬਹੁਤ ਇੰਪੋਰਟੈਂਸ ਦਿੱਤੀ ਜਾਂਦੀ ਹੈ। ਸੋ ਗਰਲਸ ਕਾਲਜ ਸੀ ਬਟ ਉਹਦੀ ਰੈਪੂਟੇਸ਼ਨ ਵਾਈਜ਼ ਔਰ ਥੀਏਟਰ ਨੂੰ ਲੈ ਕੇ ਜੋ ਉਹਨਾਂ ਦੀ ਇੰਪੋਰਟੈਂਸ ਬਹੁਤ ਜ਼ਿਆਦਾ ਸੀਗੀ ਦਿੰਦੇ। ਸੋ ਦੈਟਸ ਵਾਈ ਮੈਂ ਫਿਰ BBK ਕਾਲਜ ਨੂੰ ਜੁਆਇਨ ਕੀਤਾ। ਓਕੇ, ਤੁਹਾਡੀ ਸਕੂਲਿੰਗ ਵੈਸੇ ਕਪੂਰਥਲਾ 'ਚੋਂ ਸੀ? ਹਾਂਜੀ। ਅਤੇ ਮੈਂ ਸੁਣਿਆ ਤੁਹਾਨੂੰ ਡਾਂਸ ਦਾ ਬਹੁਤ ਸ਼ੌਕ ਸੀਗਾ, ਜਿੱਦਾਂ ਖਾਸ ਕਰਕੇ ਰੈੱਡ ਸੂਟ ਪਾ ਕੇ, ਕੋਈ ਸਪੈਸ਼ਲ ਰੈੱਡ ਸੂਟ ਪਾ ਕੇ ਡਾਂਸ ਕੀਤਾ ਸੀਗਾ। ਹਾਂਜੀ, ਆਈ ਵਾਜ਼ ਮੇਬੀ ਸ਼ਾਇਦ 6-7 ਸਾਲ ਦੀ ਹੋਊਂਗੀ ਮੈਂ, ਅਤੇ ਉਹ ਤੇਰੀ ਮੰਜੀ ਥੱਲੇ ਕੌਣ ਭਾਬੀ ਦੀਵਾ ਜਗਾ ਉਹ ਸੌਂਗ ਸੀਗਾ ਅਤੇ ਉਹਦੇ 'ਤੇ ਡਾਂਸ ਕੀਤਾ ਸੀ। ਅਤੇ ਮੈਂ ਮੰਮਾ ਨੂੰ ਕਿਹਾ ਸੀ ਮੰਮਾ ਮੈਂ ਰੈੱਡ ਕਲਰ ਦਾ ਹੀ ਸੂਟ ਪਾਉਣਾ ਹੈ। ਫਿਰ ਉਹਨਾਂ ਨੇ ਮੇਰਾ ਰੈੱਡ ਕਲਰ ਦਾ ਸੂਟ ਸਟਿਚ ਕਰਵਾ ਕੇ ਦਿੱਤਾ ਸੀ। ਆਈ ਥਿੰਕ ਮੈਂ ਫਸਟ ਟਾਈਮ ਸੂਟ ਪਾਇਆ ਸੀ ਉਦੋਂ। ਹਾਂਜੀ। ਅਤੇ ਉਹ ਰੀਝ ਵੀ ਪੂਰੀ ਹੋ ਗਈ, ਲਾਲ ਸੂਟ ਹਾਂਜੀ ਬੜੀਆਂ ਸੋਹਣੀਆਂ। ਹਾਂਜੀ। ਅਤੇ ਬਾਕੀ ਕਾਲਜ, ਫਿਰ ਅਸੀਂ ਕਾਲਜ ਪਹੁੰਚਦੇ ਹਾਂ ਹੁਣ। ਹਾਂਜੀ। ਅਤੇ ਕਾਲਜ ਦੇ ਗੇਟ ਤੋਂ ਨਿਕਲਦੇ ਹੀ ਆਪਣੇ ਅੰਮ੍ਰਿਤਸਰ 'ਚ ਤਾਂ ਵੈਸੇ ਹੀ ਮੈਨੂੰ ਲੱਗਦਾ ਖਾਣ ਪੀਣ 'ਚ ਅਸੀਂ ਬੜੇ ਮਸ਼ਹੂਰ ਹੈਗੇ ਹਾਂ। ਤਾਂ ਕਾਲਜ 'ਚੋਂ ਬਾਹਰ ਨਿਕਲਦੇ ਹਾਂ, ਜਿਹੜੀ ਗੇਟ 'ਚੋਂ ਨਿਕਲੇ, ਛੋਲੇ ਭਟੂਰੇ, ਟਿੱਕੀਆਂ, ਸਮੋਸੇ ਐਂਡ ਕੀ ਹੁੰਦਾ ਹੈ ਆਮ ਪਾਪੜ। ਆਮ ਪਾਪੜ ਤਾਂ ਬਿਲਕੁਲ ਕਾਲਜ ਦੇ ਬਾਹਰ ਨਿਕਲਦੇ ਲੈਫਟ ਸਾਈਡ 'ਤੇ ਆ, ਬਹੁਤ ਫੇਮਸ ਹੈ। ਬਹੁਤ ਖਾਧੇ, ਬਹੁਤ ਜ਼ਿਆਦਾ ਖਾਧੇ, ਕਿਉਂਕਿ ਉਹ ਬਹੁਤ ਫੇਮਸ ਆ। ਉਹ ਲਾਰੈਂਸ ਰੋਡ 'ਤੇ ਹੀ ਹੁੰਦਾ ਆ ਅਤੇ ਉੱਥੇ ਮਤਲਬ ਇੱਕ ਤਾਂ ਗਰਲਸ ਕਾਲਜ ਹੈ, ਗਰਲਸ ਨੂੰ ਵੈਸੇ ਵੀ ਬਹੁਤ ਖੱਟੀਆਂ ਮਿੱਠੀਆਂ ਚੀਜ਼ਾਂ ਪਸੰਦ ਆ, ਸੋ ਬਹੁਤ ਆਮ ਪਾਪੜ ਖਾਧਾ ਉੱਥੇ। ਬਿਲਕੁਲ। ਅਤੇ ਅੰਮ੍ਰਿਤਸਰ ਆਪਣਾ ਜਿੱਦਾਂ ਨਾ ਵੈਸੇ ਹੀ ਖਾਣ ਪੀਣ 'ਚ ਮਸ਼ਹੂਰ ਹੈ। ਜਿੱਦਾਂ ਆਪਣੇ ਤਾਂ ਉੱਧਰ ਗੈਸਟ ਵੀ ਆਉਂਦੇ ਨਾ, ਪ੍ਰਾਹੁਣੇ ਉਹਨਾਂ ਘਰੇ। ਹਾਂਜੀ। ਅਤੇ ਜਦੋਂ ਉਹਨਾਂ ਨੂੰ ਜੇ ਰੱਖਣਾ ਚਾਹੀਏ ਅਤੇ ਉਹਨਾਂ ਨੂੰ ਅਗਲੇ ਦਿਨ ਐਂ ਨਹੀਂ ਕਹਿੰਦੇ ਕਿ ਤੂੰ ਰਹਿ ਪੋ, ਸਾਨੂੰ ਚੰਗਾ ਲੱਗੂ, ਖਾਣ ਦਾ ਲਾਲਚ ਦਿੰਦੇ ਆ। ਰਹਿ ਜਾਓ, ਕੱਲ੍ਹ ਛੋਲੇ ਭਟੂਰੇ ਬਣਾਵਾਂਗੇ, ਰਹਿ ਜਾਓ, ਕੱਲ੍ਹ ਆਲੂ ਪਰੌਂਠੇ ਬਣਾਵਾਂਗੇ, ਹੈ ਨਾ। ਇਹ ਹੈ ਨੈਚੁਰਲ ਸਾਡੇ ਪੰਜਾਬੀਆਂ 'ਚ ਹੈ ਵੈਸੇ ਵੀ ਗੱਲ, ਵੀ ਅਸੀਂ ਖਾਣ ਦਾ ਲਾਲਚ ਦਿੰਦੇ ਹਾਂ, ਔਰ ਇਹ ਬੜਾ ਖੂਬਸੂਰਤ ਲਾਲਚ ਆ, ਬਹੁਤ ਹੀ ਪਿਆਰਾ ਲਾਲਚ ਆ। ਸਹੀ ਗੱਲ ਹੈ, ਇੱਦਾਂ ਹੀ ਦਿੰਦੇ। ਅੱਛਾ, ਕਾਲਜ ਦੇ ਬਾਹਰ ਫਿਰ ਕੋਈ ਵੇਟ ਕਰਦਾ ਸੀ ਕਿ ਹਾਂ ਕਦੋਂ ਕਾਲਜ ਦੀ ਛੁੱਟੀ ਹੋਵੇ, ਕਦੋਂ ਸਾਵਨ ਬਾਹਰ ਆਵੇ? ਐਕਚੁਅਲੀ ਕਾਲਜ ਦਾ ਇਵੇਂ ਸੀਗਾ ਕਿ ਕਾਲਜ ਦੇ ਵਿੱਚ ਹੋਸਟਲ ਸੀ। ਸੋ ਇੱਕ ਤਾਂ ਗਰਲਸ ਕਾਲਜ ਆ, ਮੈਂ ਹੋਸਟਲ 'ਚ ਰਹਿੰਦੀ ਸੀ, ਸੋ ਸਾਨੂੰ ਪਰਮਿਸ਼ਨ ਨਹੀਂ ਹੁੰਦੀ ਸੀ ਅਸੀਂ ਬਾਹਰ ਜਾਈਏ। ਸਾਨੂੰ ਬਿਲਕੁਲ ਵੀ ਪਰਮਿਸ਼ਨ ਨਹੀਂ ਸੀਗੀ ਕਿ ਅਸੀਂ ਬਾਹਰ ਜਾ ਸਕੀਏ, ਕਿਉਂਕਿ ਬਹੁਤ ਸਟ੍ਰਿਕਟ ਸੀ ਮੇਰਾ ਕਾਲਜ ਗਰਲਸ ਨੂੰ ਲੈ ਕੇ। ਨਾ ਫੋਨ ਅਲਾਊਡ ਸੀ, ਸੈਕਿੰਡ ਈਅਰ 'ਚ ਫੋਨ ਅਲਾਊਡ ਹੋਈ। ਈਵਨ ਜਦੋਂ ਮੈਂ ਹਾਲੇ ਗਈ ਸੀਗੀ, ਕਿਉਂਕਿ ਮੈਂ ਕੋਐਡ ਸਕੂਲ ਤੋਂ ਪੜ੍ਹ ਕੇ ਗਈ ਹਾਂ, ਕੇਂਦਰੀ ਵਿਦਿਆਲਿਆ ਤੋਂ, ਉੱਥੇ ਜਾ ਕੇ ਗਰਲਸ ਕਾਲਜ ਆ ਔਰ ਇੰਨਾ ਸਟ੍ਰਿਕਟ ਆ। ਸੋ ਉਹ ਇੱਕ ਬੜਾ ਚੇਂਜ ਸੀਗਾ ਮੇਰੇ ਲਈ।
ਤੇ ਬਟ ਬਾਹਰ ਨਹੀਂ ਜਾਣ ਦਿੰਦੇ ਸੀ। ਕੋਈ ਤੁਹਾਨੂੰ ਬਹੁਤ ਮੇਜਰ ਰੀਜ਼ਨ, ਤੁਸੀਂ ਫੈਮਿਲੀ ਨਾਲ ਮੰਮਾ ਪਾਪਾ ਨਾਲ ਗੱਲ ਕਰਾਓ ਤੇ ਫਿਰ ਬਾਹਰ ਜਾਓ। ਆਈ ਨੋ, ਮੈਂ ਵੀ ਹੋਸਟਲ 'ਚ ਪੜ੍ਹੀ ਹਾਂ, ਬੜਾ ਤਰਸ ਜਾਈਦਾ ਸੀ ਦੇਖਣ ਨੂੰ। ਹਾਂਜੀ ਹਾਂਜੀ, ਸੋ ਬਹੁਤ ਘੱਟ ਮਤਲਬ ਜਾਣ ਹੀ ਨਹੀਂ ਦਿੰਦਾ ਸੀ। ਪਰ ਹੋਸਟਲ ਦੀ ਲਾਈਫ ਵੀ ਬੜੀ ਵਧੀਆ ਹੁੰਦੀ ਹੈ, ਬਹੁਤ ਵਧੀਆ। ਇੱਕ ਅਲੱਗ ਹੀ ਤਰ੍ਹਾਂ ਦੀ ਲਾਈਫ ਹੁੰਦੀ ਹੈ, ਉਹ ਇੱਕ ਅਲੱਗ ਦੁਨੀਆ ਆਪਣੀ ਹੁੰਦੀ ਹੈ ਉੱਥੇ। ਉਹ ਅਲੱਗ ਦੁਨੀਆ ਹੈ, ਉਹ ਐਸੀ ਦੁਨੀਆ ਹੈ ਕਿ ਉਹ ਇੱਕ ਵਾਰ ਚੱਲ ਜੇ ਉਹ ਦੁਬਾਰਾ ਵਾਪਸ ਨਹੀਂ ਆਉਂਦੀ, ਪਰ ਤੁਸੀਂ ਉਹਨੂੰ ਮਿਸ ਬਹੁਤ ਕਰਦੇ ਹੋ। ਸਹੀ ਗੱਲ ਹੈ, ਸਹੀ ਗੱਲ। ਸਾਵਨ, ਤੁਹਾਡਾ ਨਾਮ ਕਿਹਨੇ ਰੱਖਿਆ ਸੀ ਇੰਨਾ ਪਿਆਰਾ ਜਿਹਾ ਸਾਵਨ? ਮੰਮਾ ਨੇ। ਐਕਚੁਅਲੀ ਸਾਉਣ ਦੇ ਮਹੀਨੇ 'ਚ ਹੋਈ ਸੀਗੀ ਤੇ ਘਰ ਹੋਈ ਆ। ਮੋਮ ਨੂੰ ਲੈ ਕੇ ਨਹੀਂ ਜਾਇਆ ਗਿਆ ਹਸਪੀਟਲ ਤੱਕ, ਕਿਉਂਕਿ ਪਾਣੀ ਜਿਹੜਾ ਆ ਉਹ ਗੋਡਿਆਂ ਤੱਕ ਆ ਗਿਆ ਸੀਗਾ, ਇੰਨਾ ਮੀਂਹ ਪਿਆ ਸੀਗਾ। ਸੋ ਮੰਮਾ ਨੂੰ ਲੈ ਕੇ ਨਹੀਂ ਜਾਇਆ ਗਿਆ। ਤੇ ਦੱਸਦੇ ਹੁੰਦੇ ਜਿੱਦਾਂ ਹੁਣ ਬਜ਼ੁਰਗ ਦੱਸਦੇ ਆ, ਦਾਦੀ ਮੰਮਾ ਦੱਸਦੇ ਸੀ, ਮੰਮਾ ਦੱਸਦੇ ਸੀ ਵੀ ਜਦ ਤੂੰ ਹੋਈ ਆ ਸਿਰਫ ਤੇਰੀ ਮੰਜੀ ਜਿੱਥੇ ਤੈਨੂੰ ਪਾਇਆ ਬਸ ਉਹ ਸੁੱਕੀ ਸੀ, ਬਾਕੀ ਪੂਰਾ ਘਰ ਭਿੱਜਿਆ ਪਿਆ ਸੀ। ਮੰਮੀ ਕਹਿੰਦੇ ਮੈਂ ਤਾਂ ਇਹਨਾਂ ਦਾ ਨਾਮ ਸਾਵਨ ਹੀ ਰੱਖਣਾ ਹੈ, ਇੱਕ ਤਾਂ ਸਾਉਣ ਦੇ ਮਹੀਨੇ 'ਚ ਹੋਈ ਹੈ, ਇੰਨਾ ਸਾਵਨ ਲੈ ਕੇ ਆਈ। ਹਾਂ ਹਾਂਜੀ ਹਾਂ, ਕੋਈ ਨਾ ਕੋਈ ਸਟੋਰੀ ਜ਼ਰੂਰ ਹੁੰਦੀ ਹੈ ਨਾਮ ਵਿੱਚ। ਹਾਂਜੀ ਬਿਲਕੁਲ। ਜਿੱਦਾਂ ਮੈਂ ਸਵੀਤਾ ਦਾ ਨਾਮ ਰੱਖਿਆ ਸੀ ਕਿ ਮੈਂ ਬਹੁਤ ਪਿਆਰਾ ਨਾਮ ਹੈ। ਮੈਂ ਇੱਕ ਨਾ ਨਿਊਜ਼ਪੇਪਰ 'ਚ ਸਟੋਰੀ ਪੜ੍ਹਦੀ ਹੁੰਦੀ ਸੀ, ਲਗਨ, ਉਹਦੇ 'ਚ ਉਹ ਜਿਹੜੀ ਕੁੜੀ ਸੀ ਮੇਨ, ਉਹਦਾ ਨਾਮ ਸ਼ਾਹਤਾਜ ਸੀਗਾ, ਸ਼ਾਹਤਾਜ। ਓਕੇ। ਤਾਂ ਫਿਰ ਮੈਂ ਸ਼ਾਹਤਾਜ ਰੱਖਿਆ ਸੀ, ਬਟ ਬਰਾੜ ਸਾਹਿਬ ਫਿਰ ਕਹਿੰਦੇ ਕਿ ਸ਼ਾਹ ਨਹੀਂ ਅੱਗੇ ਲਾਉਣਾ ਹੈਗਾ, ਇਹਨੂੰ ਸਵੀਤਾਜ ਕਰ ਦਿੰਦੇ ਆ। ਬਹੁਤ ਪਿਆਰਾ ਨਾਮ, ਸਵੀਟ ਲਾ ਕੇ ਫਿਰ ਤਾਜ ਕੀਤਾ ਸੀ। ਐਕਚੁਅਲੀ ਮਾਵਾਂ ਰੱਖਦੀਆਂ ਹੀ ਬਹੁਤ ਖੂਬਸੂਰਤ ਨਾਮ ਆ। ਤੇ ਮੈਂ ਵੀ ਆਪਣੀ ਮੰਮਾ ਨੂੰ ਥੈਂਕ ਯੂ ਕਹੂੰਗੀ ਕਿ ਤੁਸੀਂ ਮੇਰਾ ਇਦਾਂ ਦਾ ਨਾਮ ਰੱਖਿਆ ਕਿ ਹਰ ਕੋਈ ਪਸੰਦ ਕਰਦਾ ਹੈ। ਹਾਂ, ਡਿਫਰੈਂਟ ਹੈ। ਸਾਡੇ ਵੇਲੇ ਹੁੰਦਾ ਸੀ ਬਲਵਿੰਦਰ, ਜਸਵਿੰਦਰ, ਕੁਲਵਿੰਦਰ, ਬਟ ਇਵਨ ਤੁਹਾਡਾ ਨਾਮ ਬਹੁਤ ਪਿਆਰਾ ਬਿੰਦੂ, ਬਹੁਤ ਪਿਆਰਾ ਨਾਮ ਹੈ। ਹਾਂ, ਵੈਸੇ ਮੇਰਾ ਨਾਮ ਬਲਵਿੰਦਰ ਹੈ। ਓਕੇ, ਬਟ ਪਿਆਰ ਨਾਲ। ਬਟ ਉਦੋਂ ਇਹੋ ਜਿਹੇ ਚੱਲਦੇ ਸੀਗੇ, ਬਲਵਿੰਦਰ, ਕੁਲਵਿੰਦਰ। ਹਾਂਜੀ ਹਾਂਜੀ, ਹੁਣ ਬੜੇ ਪਿਆਰੇ ਨਾਮ ਹੁੰਦੇ ਆ ਬੱਚੇ। ਹਾਂਜੀ ਹਾਂ, ਚਲੋ। ਤੇ ਯੂਥ ਫੈਸਟੀਵਲ ਬਹੁਤ ਕੀਤੇ ਤੁਸੀਂ, ਹੈ ਨਾ, ਯੂਨੀਵਰਸਿਟੀ ਤੋਂ ਬੈਸਟ ਡਾਂਸਰ। ਹਾਂਜੀ, ਯੂਥ ਫੈਸਟੀਵਲ ਕਿੰਨਾ ਕੁ ਮਜ਼ਾ ਆਉਂਦਾ ਸੀ, ਉਹ ਕਿਵੇਂ ਤਿਆਰੀਆਂ ਹੁੰਦੀਆਂ ਸੀ ਫਿਰ? ਹਾਂਜੀ, ਮੈਂ ਐਕਚੁਅਲੀ ਫਸਟ ਈਅਰ ਦੇ ਵਿੱਚ ਤਾਂ ਇੱਕ ਤਾਂ ਮੈਨੂੰ ਇਹ ਲੱਗਦਾ ਕਿ ਬੱਚੇ ਨੂੰ ਸਮਝਣ 'ਤੇ ਹੀ ਟਾਈਮ ਲੱਗ ਜਾਂਦਾ ਮੈਂ ਕੀ ਕਰਨਾ ਆ। ਫਿਰ ਮੈਂ ਇੱਕ ਤਾਂ ਸਟਰੀਮ ਚੂਜ਼ ਕਰ ਲਿਆ, ਲੈਕਚਰਸ ਬਹੁਤ ਚੀਜ਼ਾਂ ਹੁੰਦੀਆਂ। ਸੋ ਫਸਟ ਈਅਰ ਤਾਂ ਮੇਰਾ ਚਲੋ ਐਵੇਂ ਹੀ, ਮੈਂ ਕਿ ਥੀਏਟਰ ਅਗਰ ਕਰਨਾ ਹੈ ਤਾਂ ਮੈਂ ਕੀ ਕਰਨਾ ਆ, ਸਟੱਡੀ ਵੀ ਦੇਖਣੀ। ਸੋ ਬੜੀਆਂ ਇੱਕ ਚੀਜ਼ਾਂ ਹੁੰਦੀਆਂ ਤੁਸੀਂ ਜਿਹਦੇ 'ਚ ਕਨਫਿਊਜ਼ਡ ਹੁੰਦੇ ਹੋ। ਸੈਕੰਡ ਈਅਰ ਦੇ ਵਿੱਚ ਮੈਂ ਪ੍ਰੋਪਰ ਥੀਏਟਰ ਕਰਨਾ ਸ਼ੁਰੂ ਕਰਤਾ ਸੀ, ਯੂਥ ਫੈਸਟੀਵਲ ਨੂੰ ਟਾਈਮ ਦੇਣਾ ਸ਼ੁਰੂ ਕਰਤਾ ਸੀਗਾ। ਅਤੇ ਫਿਰ ਮੇਰੀ ਮਿਹਨਤ, ਆਫਕੋਰਸ ਤੁਸੀਂ ਹਾਰਡ ਵਰਕ ਕਰਦੇ ਹੋ ਤਾਂ ਉਹ ਰੰਗ ਲੈ ਕੇ ਆਉਂਦਾ ਹੀ ਹੈ। ਸੋ ਮੈਨੂੰ ਬੈਸਟ ਐਕਟਰੈਸ ਅਵਾਰਡ ਮਿਲਿਆ ਫਿਰ ਦੋ ਟਾਈਮ ਮੈਨੂੰ, ਬੈਸਟ ਐਕਟਰੈਸ ਜ਼ੋਨਲ, ਇੰਟਰ ਜ਼ੋਨਲ, ਦੋਨਾਂ ਦੇ ਵਿੱਚ। ਸੋ ਉਹ ਚੀਜ਼ ਮੈਨੂੰ ਹਮੇਸ਼ਾ ਯਾਦ ਰਹਿੰਦੀ ਹੈ ਕਿ ਤੁਹਾਡਾ ਹਾਰਡ ਵਰਕ ਕੀਤਾ ਹੋਇਆ ਤੁਹਾਨੂੰ ਹਮੇਸ਼ਾ ਪੇ ਹੁੰਦਾ ਕਿਤੇ ਨਾ ਕਿਤੇ ਜਾ ਕੇ। ਔਰ ਬੜਾ ਚੰਗਾ ਲੱਗਦਾ ਜਦੋਂ ਕਾਲਜ 'ਚ ਅਸੀਂ ਕੁਛ ਇਹੋ ਜਿਹੀ ਅਚੀਵਮੈਂਟ ਕਰਦੇ ਨਾ, ਔਰ ਸਾਨੂੰ ਕਈ ਸਟੂਡੈਂਟ ਇਹੋ ਜਿਹੇ ਹੁੰਦੇ ਜਿਹੜੇ ਆ ਕੇ ਚਲੇ ਜਾਂਦੇ ਆ। ਹਾਂਜੀ, ਪਰ ਜਦੋਂ ਅਸੀਂ ਕੁਛ ਇਹੋ ਜਿਹਾ ਵੀ ਅਚੀਵ ਕਰਦੇ ਹਾਂ, ਸਟੱਡੀ ਤਾਂ ਚਲੋ ਹੈ ਹੀ ਹੈ, ਤਾਂ ਸਾਨੂੰ ਸਟੂਡੈਂਟਸ ਵੀ ਕਦੇ ਨਹੀਂ ਭੁੱਲਦੇ, ਔਰ ਸਾਡੇ ਟੀਚਰ ਸਾਨੂੰ ਕਦੇ ਨਹੀਂ ਭੁੱਲਦੇ, ਉਹਨਾਂ ਨੂੰ ਹਮੇਸ਼ਾ ਯਾਦ ਰਹਿੰਦੇ ਆਪਾਂ, ਹੈ ਨਾ? ਬਿਲਕੁਲ ਬਿਲਕੁਲ। ਹਾਂ, ਮੈਂ ਵੀ ਆਪਣੇ ਕਾਲਜ 'ਚ ਬੈਸਟ ਡਾਂਸਰ ਹੁੰਦੀ ਸੀ। ਸੋ ਵੈਰੀ ਨਾਈਸ ਮੈਮ, ਐਕਚੁਅਲੀ ਤੁਹਾਨੂੰ ਦੇਖ ਕੇ ਲੱਗਦਾ ਹੈ ਕਿ ਤੁਸੀਂ ਬਹੁਤ ਐਕਟਿਵ ਹੋ, ਔਰ ਅੱਛੀ ਗੱਲ ਆ, ਬਹੁਤ ਅੱਛੀ ਗੱਲ ਆ। ਮੈਨੂੰ ਇਹ ਲੱਗਦਾ ਕਿ ਵੂਮਨ ਨੂੰ ਹਮੇਸ਼ਾ ਉਹਦੇ ਜੋ ਗੁਣ ਆ ਉਹਨੂੰ ਕਦੀ ਭੁੱਲਣਾ ਨਹੀਂ ਚਾਹੀਦਾ, ਅਤੇ ਉਹਨੂੰ ਹਮੇਸ਼ਾ ਕਿਸੇ ਨਾ ਕਿਸੇ ਤਰੀਕੇ ਆਪਣੇ ਅੰਦਰ ਉਹਨੂੰ ਰੱਖਣਾ ਚਾਹੀਦਾ ਅਤੇ ਬਾਹਰ ਲੈ ਕੇ ਆਉਣਾ ਚਾਹੀਦਾ। ਚਾਹੇ ਤੁਹਾਨੂੰ ਲੱਗੇ ਵੀ ਕਿ ਅੱਛਾ ਹੈ ਹੁਣ ਨਹੀਂ, ਹੁਣ ਨਹੀਂ, ਮਤਲਬ ਬਸ ਬਹੁਤ ਹੋ ਗਿਆ, ਉਮਰ ਹੋ ਗਿਆ, ਨਹੀਂ, ਉਹ ਚੀਜ਼ ਤੁਹਾਨੂੰ ਹਮੇਸ਼ਾ ਯੰਗ ਰੱਖਦੀ ਹੈ। ਉਹ ਮੈਟਰ ਹੀ ਨਹੀਂ ਕਰਦਾ ਕਿ ਤੁਹਾਡੀ ਏਜ ਕਿੰਨੀ ਹੈ, ਆਪਣੇ ਸ਼ੌਂਕ ਨੂੰ ਹਮੇਸ਼ਾ ਜਵਾਨ ਰੱਖਣਾ ਚਾਹੀਦਾ ਹੈ। ਬਿਲਕੁਲ। ਤੁਸੀਂ ਜਿੱਦਾਂ ਗੁਣ ਦੀ ਗੱਲ ਕੀਤੀ ਹੈ, ਤਾਂ ਤੁਸੀਂ ਜਿਵੇਂ ਖੁੱਲ੍ਹ ਕੇ ਗੱਲ ਕਰਦੇ ਹੋ, ਖੁੱਲ੍ਹ ਕੇ ਹੱਸਦੇ ਹੋ, ਮੈਨੂੰ ਬਹੁਤ ਚੰਗਾ ਲੱਗ ਰਿਹਾ। ਅਤੇ ਕੁੜੀਆਂ ਹੱਸਦੀਆਂ ਕਿੰਨੀਆਂ ਸੋਹਣੀਆਂ ਲੱਗਦੀਆਂ, ਬਟ ਕਿਉਂ ਨਹੀਂ ਅਸੀਂ ਲੋਕ ਕੁੜੀਆਂ ਨੂੰ ਖੁੱਲ੍ਹ ਕੇ ਹੱਸਣ ਦਿੰਦੇ? ਬਹੁਤ ਜਗ੍ਹਾ 'ਤੇ ਇਹੋ ਜਿਹਾ ਹੈਗਾ ਹੈ, ਕਿਉਂਕਿ ਤੁਸੀਂ ਵੀ ਕਾਲਜ 'ਚ ਪੜ੍ਹੇ ਹੋ, ਬਹੁਤ ਤਰ੍ਹਾਂ ਦੀਆਂ ਕੁੜੀਆਂ ਨਾਲ ਵਾਹ ਪਿਆ ਹੁੰਦਾ। ਕਈ ਕਿਉਂ ਨਹੀਂ, ਮੈਨੂੰ ਸਮਝ ਨਹੀਂ ਆਉਂਦੀ ਕਿ ਅਸੀਂ ਕੁੜੀਆਂ ਨੂੰ ਕਿਉਂ ਨਹੀਂ ਇਜਾਜ਼ਤ ਦਿੰਦੇ ਕਿ ਤੁਸੀਂ ਖੁੱਲ੍ਹ ਕੇ ਹੱਸੋ, ਖਿੜਖਿੜਾਓ। ਮੈਨੂੰ ਇਹ ਲੱਗਦਾ ਕਿ ਕੁਛ ਜਿੱਦਾਂ ਕਈ ਵਾਰੀ ਕੁਛ ਏਰੀਆ ਇੰਨਾ ਡਿਵੈਲਪ ਨਹੀਂ ਹੋਇਆ ਹੁੰਦਾ, ਜਾਂ ਉਹਨਾਂ ਦੇ ਪਰਿਵਾਰ 'ਚ ਇੱਦਾਂ ਦਾ ਮਾਹੌਲ ਨਹੀਂ ਹੁੰਦਾ। ਇਹ ਮਾਹੌਲ ਕਿਉਂ ਨਹੀਂ ਹੁੰਦਾ? ਇਹ ਸਾਡੇ ਪਿੱਛੋਂ ਹੀ ਚੱਲਿਆ ਆ ਰਿਹਾ ਜਿਹੜੀਆਂ ਚੀਜ਼ਾਂ। ਇਹ ਕੁਛ ਕੁ ਲੋਕ ਹੁੰਦੇ ਆ ਜਿਹੜੀ ਇਸ ਚੀਜ਼ ਨੂੰ ਤੋੜਦੇ ਆ। ਮੈਂ ਐਗਜ਼ਾਮਪਲ ਦਊਂਗੀ ਮੇਰੇ ਫਾਦਰ ਸਾਹਿਬ ਨੂੰ। ਅਸੀਂ 3 ਭੈਣਾਂ, ਸੋ ਤਿੰਨਾਂ ਨੂੰ ਸਾਨੂੰ ਬਹੁਤ ਪਿਆਰ ਦਿੱਤਾ। ਜੇ ਸਾਨੂੰ ਪਿਆਰ ਕੀਤਾ ਬਹੁਤ ਜ਼ਿਆਦਾ, ਤੇ ਸਾਨੂੰ ਮੁੰਡਿਆਂ ਵਾਂਗੂ ਡਾਂਟ ਕੁੱਟ ਵੀ ਪਈ ਹੈ। ਇਹ ਨਹੀਂ ਕਿ ਸਾਨੂੰ ਕਿ ਕੁੜੀਆਂ ਤੇ ਚਲੋ ਹੈ ਨਾ, ਅਤੇ ਉਸ ਚੀਜ਼ ਦਾ ਸਾਡੇ 'ਤੇ ਇਹ ਅਸਰ ਹੈ ਕਿ ਕਦੀ ਪਾਪਾ ਨੂੰ ਕਿਸੇ ਵੀ ਚੀਜ਼ ਦਾ ਅਸੀਂ ਮੌਕਾ ਨਹੀਂ ਦਿੱਤਾ ਕਿ ਉਹ ਇਹ ਸੋਚ ਸਕਣ ਕਿ ਮੈਂ
ਇਹਨਾਂ ਨੂੰ ਕਿਉਂ ਜੰਮ ਲਿਆ ਹੈ ਨਾ। ਸੋ ਮੈਨੂੰ ਇਹ ਲੱਗਦਾ ਕਿ ਐਦਾਂ ਦੇ ਜੋ ਘਰ ਨੇ ਜਿਨ੍ਹਾਂ 'ਚ ਕੁੜੀਆਂ ਨੂੰ ਲੈ ਕੇ ਇਹ ਨਹੀਂ ਸੋਚਦੇ ਕਿ ਇਹ ਮੁੰਡਾ ਹੋਣਾ ਚਾਹੀਦਾ ਸੀ ਜਾਂ ਹੱਸੋ ਨਾ, ਚੁੱਪ ਕਰਕੇ ਰਹੋ, ਖੁੱਲ੍ਹ ਕੇ ਜੀਓ, ਉਹ ਕਿਤੇ ਨਾ ਕਿਤੇ ਬਾਕੀ ਸੁਸਾਇਟੀ ਲਈ ਐਗਜ਼ਾਮਪਲ ਬਣ ਸਕਦੇ ਆ ਕਿ ਤਾਂ ਕਿ ਲੋਕੀ ਈਵਨ ਕੁੜੀਆਂ ਆਪਣੇ ਮਾਪਿਆਂ ਨੂੰ ਕਹਿ ਸਕਣ ਕਿ ਉਹ ਵੀ ਤਾਂ ਹੱਸਦੀਆਂ, ਉਹਨਾਂ ਨੇ ਕੀ ਗਲਤ ਕਰਤਾ ਜਾਂ ਉਹਦੇ ਹੱਸਣ ਨਾਲ ਕਿਹੜਾ ਕੁਝ ਬੁਰਾ ਹੋ ਗਿਆ। ਸੋ ਮੈਨੂੰ ਇਹ ਲੱਗਦਾ ਕਿ ਜੋ ਐਗਜ਼ਾਮਪਲ ਬਣੀਆਂ ਨੇ ਕੁੜੀਆਂ ਜਾਂ ਫਿਰ ਜੋ ਖੁੱਲ੍ਹ ਕੇ ਆਪਣੀ ਲਾਈਫ ਜਿੰਦੀਆਂ, ਉਹਨਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਉਹਨਾਂ ਲੋਕਾਂ ਨੂੰ ਕਿ ਇਹ ਬਹੁਤ ਵੱਡੀ ਗੱਲ ਨਹੀਂ ਹੈ ਕਿ ਜਿਹਨੂੰ ਤੁਸੀਂ ਇੰਨਾ ਸੋਚ ਰਹੇ ਹੋ। ਬਿਲਕੁਲ। ਹੁਣ ਜੇ ਦੇਖਿਆ ਜਾਵੇ ਕਿ ਜਿੱਦਾਂ ਤੁਸੀਂ ਗੱਲ ਕਹੀ ਆ ਕਿ ਮੁੰਡਿਆਂ ਵਾਂਗੂ ਪਾਲਿਆ, ਹਾਂਜੀ, ਬਹੁਤ ਖੁੱਲ੍ਹ ਕੇ, ਪਰ ਉਹ ਕਿਤੇ ਨਾ ਕਿਤੇ ਸਾਵਨ ਉਹੀ ਗੱਲ ਆ ਗਈ ਕਿ ਸਾਨੂੰ ਕੁੜੀਆਂ ਦਾ ਇਹਦਾ ਮਤਲਬ ਅਲੱਗ ਤਰੀਕੇ ਨਾਲ ਪਾਲਣ ਪੋਸ਼ਣ ਹੁੰਦਾ ਹੈ। ਕੁਛ ਫੈਮਲੀਜ਼, ਕੁਛ ਲੱਕੀ ਬੱਚੇ ਤੁਹਾਡੇ ਵਰਗੇ ਜਿਨ੍ਹਾਂ ਨੂੰ ਇੱਦਾਂ ਪਾਲਿਆ ਜਾਂਦਾ, ਬਟ ਇਹਦੇ 'ਚ ਇਹ ਵੀ ਗੱਲ ਆ ਜਾਂਦੀ ਕਿ ਸਾਨੂੰ ਇਹ ਕੁੜੀਆਂ ਨੂੰ ਕਿਉਂ ਕਹਿਣਾ ਪੈਂਦਾ ਹੈ ਕਿ ਸਾਨੂੰ ਮੁੰਡਿਆਂ ਵਾਂਗੂ ਪਾਲਿਆ। ਬਿਲਕੁਲ, ਹੈ ਨਾ, ਕੁੜੀਆਂ ਨੂੰ ਵੀ ਕਿਉਂ ਨਹੀਂ ਬਰਾਬਰ ਪਾਲਿਆ ਜਾਂਦਾ? ਐਕਸਪਲੇਨ ਕਰਨਾ ਪੈਂਦਾ ਹੈ ਕਿ ਸਾਨੂੰ ਮੁੰਡਿਆਂ ਵਾਂਗੂ ਪਾਲਿਆ, ਇਹੀ ਨਹੀਂ ਕਹਿਣਾ ਪੈਂਦਾ ਕਿ ਸਾਨੂੰ ਕੁੜੀਆਂ ਵਾਂਗੂ ਹੀ ਪਾਲਿਆ ਹੈ ਨਾ। ਕਿਉਂਕਿ ਮੈਨੂੰ ਇਹ ਲੱਗਦਾ ਕਿ ਸਾਡਾ ਬਹੁਤ ਫਰਕ ਪੈ ਗਿਆ ਹੁਣ ਸੁਸਾਇਟੀ ਦਾ, ਬਹੁਤ ਚੀਜ਼ਾਂ ਚੇਂਜ ਹੋ ਗਈਆਂ, ਕੁੜੀਆਂ ਵੀ ਅੱਗੇ ਆ ਰਹੀਆਂ, ਕੁੜੀਆਂ ਵੀ ਆਪਣੇ ਆਪ ਨੂੰ ਪ੍ਰੂਫ ਕਰ ਰਹੀਆਂ ਜਿਨ੍ਹਾਂ ਨੂੰ ਮੌਕਾ ਵੀ ਮਿਲ ਰਿਹਾ। ਸੋ ਮੈਨੂੰ ਲੱਗਦਾ ਹੌਲੀ ਹੌਲੀ ਇਹ ਚੀਜ਼ਾਂ ਬਹੁਤ ਆਮ ਹੋ ਜਾਣਗੀਆਂ, ਸ਼ੁਰੂਆਤ ਹੋ ਚੁੱਕੀ ਹੈ, ਸੋ ਹੋ ਜਾਣਗੀਆਂ ਆਮ ਇਹ ਚੀਜ਼ਾਂ। ਨਹੀਂ, ਘਰ ਜਿੱਦਾਂ 3 ਬੇਟੀਆਂ ਸੀ, ਤੁਸੀਂ 3 ਭੈਣਾਂ, ਕਦੇ ਕਿਸੇ ਗੱਲ ਤੋਂ ਕਦੇ ਫੀਲ ਹੋਇਆ ਕਿ ਇੱਕ ਭਰਾ ਚਾਹੀਦਾ ਸੀ, ਜਾਂ ਤੁਹਾਨੂੰ ਕਿਸੇ ਨੇ ਅਹਿਸਾਸ ਕਰਾਇਆ ਹੋਵੇ, ਪੇਰੈਂਟਸ ਨੇ ਕਦੇ ਸੋਚਿਆ ਹੋਵੇ ਜਾਂ ਰਿਸ਼ਤੇਦਾਰਾਂ ਨੇ, ਕਦੀ ਵੀ ਕੁਛ ਇਹੋ ਜਿਹਾ? ਐਕਚੁਅਲੀ ਮੈਨੂੰ ਉੱਦਾਂ ਜਿੱਦਾਂ ਹੁਣ ਜਿਵੇਂ ਉਮਰ ਵੱਧਦੀ ਹੈ ਤੁਸੀਂ ਸਿਆਣੇ ਹੁੰਦੇ ਹੋ ਹੈ ਨਾ, ਅਤੇ ਕੁਝ ਚੀਜ਼ਾਂ ਹੁੰਦੀਆਂ ਤੁਸੀਂ ਉਹਨੂੰ ਬਦਲ ਨਹੀਂ ਸਕਦੇ। ਮਤਲਬ ਇੱਕ ਟਾਈਮ 'ਤੇ ਆ ਕੇ ਮੈਂ ਵੀ ਮੈਚਿਓਰ ਹੋ ਗਈ, ਮੇਰੀ ਸਿਸਟਰਸ ਵੀ ਵੱਡੀਆਂ ਹੋ ਗਈਆਂ। ਸੋ ਸਾਨੂੰ ਪਤਾ ਹੈ ਕਿ ਇਹ ਚੀਜ਼ ਨਹੀਂ ਬਦਲੀ ਜਾ ਸਕਦੀ। ਜੋ ਨਹੀਂ ਬਦਲੀ ਜਾ ਸਕਦੀ ਅਤੇ ਉਸ ਚੀਜ਼ ਨੂੰ ਆਪਾਂ ਇਹ ਥੋੜ੍ਹੀ ਹੈ ਕਿ ਹੁਣ ਹਾਏ ਕਿਉਂ ਨਹੀਂ ਹੋ ਰਿਹਾ, ਇੱਦਾਂ ਕਿਉਂ ਨਹੀਂ ਹੋ ਰਿਹਾ। ਕਮੀ ਮਹਿਸੂਸ ਹੁੰਦੀ ਹੈ, ਹੁੰਦਾ ਇਹ ਫੀਲ ਕਿ ਮੇਰਾ ਭਰਾ ਹੋਵੇ ਅਤੇ ਮੈਂ ਉਹਨੂੰ ਰੱਖੜੀ ਬੰਨਾਂ, ਅਤੇ ਬਟ ਜਿਵੇਂ ਮੈਂ ਕਿਹਾ ਨਾ ਕਿ ਮੈਚਿਓਰਿਟੀ ਆਉਂਦੀ ਹੈ, ਤੁਸੀਂ ਇਹ ਮਤਲਬ ਸਮਝ ਲੈਂਦੇ ਹੋ, ਚੀਜ਼ ਨੂੰ ਐਕਸੈਪਟ ਕਰ ਲੈਂਦੇ ਹੋ ਕਿ ਓਕੇ ਮੈਂ ਹੀ ਬ੍ਰਦਰ ਹਾਂ ਉਹਨਾਂ ਦਾ ਛੋਟੀਆਂ ਭੈਣਾਂ ਦਾ, ਸੋ ਮੈਂ ਹੀ ਉਹ ਫਰਜ਼ ਨਿਭਾਉਣੇ ਆ। ਸੋ ਉਹ ਚੀਜ਼ ਨੂੰ ਫੀਲ ਹੁੰਦਾ, ਬਟ ਜੋ ਰਿਐਲਿਟੀ ਹੈ ਮੈਂ ਉਹਨੂੰ ਐਕਸੈਪਟ ਕਰਦੀ ਹਾਂ। ਬਿਲਕੁਲ, ਤੁਹਾਡੀਆਂ ਗੱਲਾਂ ਸੁਣ ਕੇ ਨਾ ਮਤਲਬ ਪਤਾ ਲੱਗਦਾ ਹੈ ਕਿ ਤੁਹਾਡਾ ਪਾਲਣ ਪੋਸ਼ਣ ਕਿਵੇਂ ਹੋਇਆ ਹੈ, ਕਿੰਨਾ ਬਿੰਦਾਸ, ਕਿੰਨੇ ਵਧੀਆ ਤਰੀਕੇ ਨਾਲ ਤੁਹਾਨੂੰ ਪਾਲਿਆ ਗਿਆ, ਔਰ ਮੈਂ ਸੈਲੂਟ ਕਰਦੀ ਤੁਹਾਡੇ ਪੇਰੈਂਟਸ ਨੂੰ ਵੀ, ਹੈ ਨਾ। ਮੈਂ ਸਮਝਦੀ ਹਾਂ ਕਿ ਜਿਹੜੀਆਂ ਕੁੜੀਆਂ ਉਹਨਾਂ ਨੂੰ ਜੰਮਦਿਆਂ ਹੀ ਨਾ, ਤੁਹਾਡੇ ਵਰਗੇ ਕੁਛ ਲੱਕੀ ਬੱਚੇ ਹੁੰਦੇ ਕਿ ਜਿਨ੍ਹਾਂ ਨੂੰ ਬਹੁਤ ਵਧੀਆ ਪੇਰੈਂਟਸ ਮਿਲਦੇ, ਅਦਰਵਾਈਜ਼ ਉਹਨਾਂ ਨੂੰ ਨਾ ਜੰਮਦੇ ਹੀ ਮੈਨੂੰ ਲੱਗਦਾ ਜਦੋਂ ਉਹਨਾਂ ਦਾ ਪਾਲਣ ਪੋਸ਼ਣ ਕਰਦੇ ਤਾਂ ਉਹਨਾਂ ਨੂੰ ਇਹੀ ਚੀਜ਼ਾਂ ਕਮਜ਼ੋਰ ਕਰਦੀਆਂ। ਜਿੱਦਾਂ ਮੁੰਡਿਆਂ ਨੂੰ, ਜਿਵੇਂ ਆਪਾਂ ਗੱਲ ਕਰ ਰਹੇ ਸੀ ਕਿ ਮੁੰਡਿਆਂ ਦਾ ਅਲੱਗ ਪਾਲਣ ਪੋਸ਼ਣ, ਕੁੜੀਆਂ ਦਾ ਅਲੱਗ। ਮੁੰਡਿਆਂ ਨੂੰ ਇਹੀ ਸਿਖਾਇਆ ਜਾਂਦਾ ਕਿ ਤੂੰ ਰੋਣਾ ਨਹੀਂ ਹੈ, ਤੂੰ ਬੜਾ ਸਟਰੋਂਗ ਹੈ। ਕੁੜੀ ਰੋਂਦੀ ਹੈ, ਉਹਨੂੰ ਜਿਵੇਂ ਨਾ ਮਾਨਤਾ ਪ੍ਰਾਪਤ ਹੈ ਕਿ ਰੋਂਦੀ ਹੈ, ਠੀਕ ਹੈ, ਓਕੇ, ਇਹ ਰੋਣਾ ਆ ਵੀ, ਇਹਨੇ ਰੋਣਾ ਹੈ। ਮੁੰਡੇ ਨੂੰ ਕਹਿੰਦੇ ਤੂੰ ਨਹੀਂ ਰੋਕ ਸਕਦਾ, ਤੂੰ ਕਿਉਂ ਰੋ ਰਿਹਾ, ਕੁੜੀਆਂ ਵਾਂਗੂ ਰੋ ਰਿਹਾ ਤੂੰ, ਹੈ ਨਾ। ਇਹ ਕਿਤੇ ਨਾ ਕਿਤੇ ਮੁੰਡਿਆਂ ਲਈ ਵੀ ਤਰਾਸਦੀ ਹੈ, ਕਿਉਂਕਿ ਉਹ ਖੁੱਲ੍ਹ ਕੇ ਉਹ ਇੱਕ ਐਕਸਪ੍ਰੈਸ ਨਹੀਂ ਕਰ ਪਾਉਂਦੇ ਨਾ। ਕਈ ਵਾਰੀ ਹੁੰਦਾ ਹੈ ਕਿ ਉਹਨਾਂ ਦਾ ਮਨ ਭਰਦਾ, ਹਾਏ ਲੋਕੀ ਸੋਚਣਗੇ ਵੀ ਮੈਂ ਮੁੰਡਾ ਹੋ ਕੇ ਰੋ ਰਿਹਾ। ਹਾਂ, ਇਹ ਚੀਜ਼ ਮੈਂ ਖੁਦ ਫੀਲ ਕਰਦੀ ਹਾਂ ਕਿ ਯੈਸ, ਈਵਨ ਮੇਰੇ ਫਾਦਰ, ਮੇਰੇ ਪਾਪਾ, ਮੈਂ ਉਹਨਾਂ ਨੂੰ ਕਦੀ ਰੋਂਦੇ ਨਹੀਂ ਦੇਖਿਆ। ਹਾਰਡਲੀ ਮੈਂ ਆਪਣੀ ਲਾਈਫ 'ਚ 2 ਕੁ ਵਾਰ ਸਿਰਫ ਉਹਨਾਂ ਨੂੰ ਰੋਂਦੇ ਦੇਖਿਆ ਹੋਊਗਾ। ਸੋ ਉਹ ਮੇਰੇ ਲਈ ਬਹੁਤ ਅਲੱਗ ਮੂਵਮੈਂਟ ਸੀ ਕਿ ਮਤਲਬ ਮੈਂ ਕਦੀ ਦੇਖਿਆ ਨਹੀਂ ਉਹਨਾਂ ਨੂੰ। ਬਿਲਕੁਲ, ਉਹ ਪਾਲਣ ਪੋਸ਼ਣ ਹੀ ਇੱਦਾਂ ਕਰਿਆ ਹੁੰਦਾ ਨਾ। ਹਾਂਜੀ, ਤੇ ਕੁੜੀਆਂ, ਮੈਨੂੰ ਲੱਗਦਾ ਕਿ ਇੱਥੇ ਹੀ ਗੜਬੜ ਹੋ ਜਾਂਦੀ ਹੈ ਜਦੋਂ ਕਹਿ ਦਿੰਦੇ ਕੁੜੀਆਂ, ਮੁੰਡੇ ਨੂੰ ਕਹਿ ਦਿੰਦੇ ਕਿ ਤੂੰ ਰੋਣਾ ਨਹੀਂ, ਤੂੰ ਬਹੁਤ ਸਟਰੋਂਗ ਹੈ। ਐਕਚੁਅਲੀ ਅਸੀਂ ਕੁੜੀਆਂ ਨੂੰ ਉਹਨਾਂ ਦਾ ਮਨ ਸਟਰੋਂਗ ਕਰਦੇ ਹੀ ਨਹੀਂ ਹੈ। ਮੈਨੂੰ ਲੱਗਦਾ ਉਹਨਾਂ ਨੂੰ ਇਹ ਸਿਖਾਇਆ ਜਾਂਦਾ ਤੂੰ ਸੋਹਣੀ ਬਣਨਾ, ਤੇਰਾ ਵਿਆਹ ਕਰਨਾ, ਬਸ। ਮੈਨੂੰ ਇਹ ਲੱਗਦਾ ਕਿਤੇ ਨਾ ਕਿਤੇ ਗੱਲ ਇੱਥੇ ਮੁੱਕਦੀ ਹੈ ਕਿ ਬਰਾਬਰ ਕੁਝ ਚੀਜ਼ਾਂ ਹੁੰਦੀਆਂ ਕਿ ਜਿਹਦੇ 'ਚ ਆਪਾਂ ਹਰ ਚੀਜ਼ 'ਚ ਆਪਾਂ ਨਾ ਮੁੰਡੇ ਦੇ ਬਰਾਬਰ ਆ ਸਕਦੇ ਹਾਂ ਤੇ ਨਾ ਮੁੰਡਾ ਕੁੜੀ ਦੇ ਬਰਾਬਰ ਆ ਸਕਦਾ। ਬਿਲਕੁਲ, ਜੋ ਨੇਚਰ ਨੇ ਦੋਨਾਂ ਲਈ ਅਲੱਗ-ਅਲੱਗ ਨੇਚਰ ਬਣਾਇਆ ਹੈ, ਉਹ ਚੀਜ਼ ਨੂੰ ਬਸ ਸਮਝਣ 'ਤੇ ਆ ਕਿ ਉਸ ਨੂੰ ਅਸੀਂ ਕਿਵੇਂ ਸਮਝਣਾ ਅਤੇ ਕਿੱਦਾਂ ਉਹਨੂੰ ਇੰਪਲੀਮੈਂਟ ਕਰਨਾ ਹੈ। ਹੁਣ ਆਪਾਂ ਇਹ ਕਹੀ ਅੱਛਾ ਨਹੀਂ, ਅਸੀਂ ਤਾਂ ਮੁੰਡਿਆਂ ਵਾਂਗੂ ਕਰਾਂਗੇ ਕੰਮ, ਜਾਂ ਮੁੰਡੇ ਕਹਿਣ ਵੀ ਅੱਛਾ ਕੁੜੀਆਂ ਕਰ ਰਹੀਆਂ ਅਤੇ ਅਸੀਂ ਕਿਉਂ ਨਹੀਂ ਕਰ ਸਕਦੇ। ਕੁਛ ਚੀਜ਼ਾਂ ਨੇਚਰ ਨੇ ਬਣਾਈਆਂ ਹੀ ਸਿਰਫ ਕੁੜੀ ਲਈ ਆ ਅਤੇ ਬਣਾਈਆਂ ਸਿਰਫ ਮੁੰਡੇ ਲਈ ਆ। ਅਸੀਂ ਉਸ ਚੀਜ਼ ਨੂੰ ਨਹੀਂ ਬਦਲ ਸਕਦੇ, ਬਾਕੀ ਬਸ ਉਹਨੂੰ ਸਮਝ ਸਕਦੇ ਹਾਂ। ਹਾਂ, ਸਮਝ ਸਕਦੇ ਹਾਂ ਬਸ। ਕੁੜੀਆਂ ਦਾ ਇੰਨਾ ਕਿ ਉਹਨਾਂ ਨੂੰ ਵੀ ਸਟਰੋਂਗ ਕਰੋ ਸਟਾਰਟਿੰਗ ਤੋਂ। ਮੈਨੂੰ ਲੱਗਦਾ ਜਿੰਨਾ ਕੁਛ ਕੁੜੀਆਂ ਫੇਸ ਕਰਦੀਆਂ, ਬਿਲਕੁਲ ਉਹਨਾਂ ਹੋਰ ਕੋਈ ਵੀ ਨਹੀਂ ਕਰਦਾ। ਬਿਲਕੁਲ, ਮੈਨੂੰ ਵੀ ਇਹੀ ਲੱਗਦਾ ਕਿ
ਬਚਪਨ ਤੋਂ ਹੀ ਕੁੜੀਆਂ ਨੂੰ ਸਟਰੋਂਗ ਹੋਣ ਦੀ ਬਹੁਤ ਲੋੜ ਆ, ਉਹ ਉਹਨਾਂ ਦੇ ਪੇਰੈਂਟਸ ਹੀ ਉਹਨਾਂ ਨੂੰ ਕਰ ਸਕਦੇ ਆ। ਸੋ ਜੋ ਵੀ ਰੱਬ ਵੱਲੋਂ ਤੁਹਾਨੂੰ ਔਲਾਦ ਮਿਲ ਗਈ ਹੈ ਉਹਦੇ 'ਚ ਖੁਸ਼ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਉਹ ਤੁਹਾਨੂੰ ਬਹੁਤ ਬਰਕਤ ਆਉਂਦੀ ਤੁਹਾਡੀ ਫੈਮਿਲੀ ਦੇ ਵਿੱਚ, ਚਾਹੇ ਉਹ ਬੇਟਾ ਹੋਵੇ ਚਾਹੇ ਬੇਟੀ, ਤੰਦਰੁਸਤ ਹੋਵੇ। ਬਿਲਕੁਲ। ਚਲੋ ਹੁਣ ਆਪਾਂ ਥੋੜ੍ਹੀਆਂ ਜਿਹੀਆਂ ਪ੍ਰੋਫੈਸ਼ਨਲ ਗੱਲਾਂ ਕਰਦੇ ਹਾਂ। ਤੁਹਾਡੀਆਂ ਮੂਵੀਜ਼ ਕਾਫੀ ਆ ਚੁੱਕੀਆਂ, ਜਿਵੇਂ ਹਰਜੀਤਾ। ਸਭ ਤੋਂ ਪਹਿਲਾਂ ਮੈਂ ਹਰਜੀਤਾ ਦੀ ਗੱਲ ਕਰੂੰ, ਜਿਹੜੀ ਤੁਹਾਡੇ ਬਹੁਤ ਦਿਲ ਦੇ ਨੇੜੇ ਹੈ ਨਾ। ਹਰਜੀਤਾ ਮੂਵੀ ਦੀ ਕਿਵੇਂ ਆਫਰ ਹੋਈ, ਉੱਥੋਂ ਤੱਕ ਕਿਵੇਂ ਪਹੁੰਚੇ ਤੁਸੀਂ? ਹਾਂਜੀ, ਮੈਨੂੰ ਜਗਦੀਪ ਸਿੱਧੂ ਸਰ ਔਰ ਐਮੀ ਸਰ ਨੇ ਲਾਂਚ ਕੀਤਾ। ਸੋ ਉਹਨਾਂ ਦਾ ਮੈਨੂੰ ਕਾਲ ਆਇਆ ਸੀ ਨਿੱਕਾ ਜੈਲਦਾਰ 2 ਲਈ, ਤੇ ਬਟ ਉਹਦੇ 'ਚ ਕਿਸੇ ਤਰ੍ਹਾਂ ਮੇਰੀ ਸਿਲੈਕਸ਼ਨ ਪ੍ਰੋਪਰ ਨਹੀਂ ਹੋ ਪਾਈ, ਤੇ ਫਿਰ ਮੈਨੂੰ ਹਰਜੀਤਾ ਫਿਲਮ ਆਫਰ ਹੋਈ। ਮਤਲਬ ਮੈਂ ਆਡੀਸ਼ਨ ਦਿੱਤਾ ਸੀਗਾ ਨਿੱਕਾ ਜੈਲਦਾਰ 2 ਲਈ। ਹਾਂਜੀ, ਓਕੇ। ਹਰਜੀਤਾ ਲਈ ਕਾਫੀ ਮਿਹਨਤ ਕੀਤੀ ਫਿਰ ਤੁਸੀਂ, ਉਹ ਇੱਕ ਪਲੇਅਰ ਵਾਲੀ ਬਾਡੀ ਲੈਂਗੁਏਜ ਐਂਡ ਹਾਕੀ ਸਿੱਖੀ ਮੈਂ। ਸੋ ਮੈਨੂੰ ਪਹਿਲਾਂ ਤੋਂ ਹੀ ਦੱਸ ਦਿੱਤਾ ਗਿਆ ਸੀਗਾ ਕਿ ਤੁਹਾਨੂੰ ਲੰਬਾ ਟਾਈਮ ਦੇਣਾ ਪੈਣਾ ਔਰ ਸਬਰ ਕਰਨਾ ਪੈਣਾ, ਤੇ ਤੁਸੀਂ ਇਸ ਚੀਜ਼ ਲਈ ਵਿਲਿੰਗ ਹੋ। ਤੇ ਮੈਂ ਬਹੁਤ ਖੁਸ਼ੀ ਉਸ ਚੀਜ਼ ਨੂੰ ਮੰਨਿਆ, ਤੇ ਮੈਂ ਉਸ 'ਤੇ ਇੰਪਲੀਮੈਂਟ ਕੀਤਾ ਉਹਨੂੰ ਆਪਣਾ ਨਾ। ਔਰ ਉਹ ਦਿਖਦਾ ਹੈ ਮੂਵੀ 'ਚ, ਦਿਖਦਾ ਹੈ ਉਹ, ਮਤਲਬ ਇੱਦਾਂ ਹੀ ਲੱਗ ਰਿਹਾ ਕਿ ਤੁਸੀਂ ਪਲੇਅਰ ਹੋ। ਮੈਨੂੰ ਇਹ ਸੀਗਾ ਕਿ ਮੈਂ ਇੰਨੀ ਮਿਹਨਤ ਕਰਨੀ ਹੈ ਕਿ ਸਾਹਮਣੇ ਸਪੋਰਟਸ ਦੀਆਂ ਜਿਹੜੀਆਂ ਹਾਕੀ ਪਲੇਅਰ ਕੁੜੀਆਂ ਵੀ ਅਗਰ ਉੱਥੇ ਹੋਣਗੀਆਂ ਜਾਂ ਮੈਨੂੰ ਦੇਖਣਗੀਆਂ, ਤੇ ਉਹ ਮੈਨੂੰ ਪੁੱਛਣ ਕਿ ਤੁਸੀਂ ਰੀਅਲ 'ਚ ਤੇ ਨਹੀਂ ਹਾਕੀ ਪਲੇਅਰ, ਤੁਸੀਂ ਰੀਅਲ 'ਚ ਹੋ। ਜੇ ਉਹਨਾਂ ਨੇ ਕਿਹਾ ਤਾਂ ਮੈਂ ਸਫਲ ਹਾਂ, ਐਂਡ ਮੇਰੇ ਨਾਲ ਇੱਦਾਂ ਹੀ ਹੋਇਆ, ਔਰ ਮੈਂ ਬਹੁਤ ਖੁਸ਼ ਹੋਈ ਉਸ ਦਿਨ ਕਿ ਤੁਸੀਂ ਤਾਂ ਸੱਚੀ ਹਾਕੀ ਪਲੇਅਰ ਲੱਗਦੇ ਹੋ। ਹਾਂ, ਸੱਚੀ ਲੱਗਦੇ ਤੁਸੀਂ, ਕਿਉਂਕਿ ਉਹ ਫਿਰ ਤੁਸੀਂ ਅਗਰ ਉਸ ਚੀਜ਼ 'ਤੇ ਵਰਕ ਕਰਦੇ ਹੋ, ਤੁਸੀਂ ਆਪਣੇ ਆਪ 'ਚ ਉਸ ਚੀਜ਼ ਨੂੰ, ਕਿਸੇ ਵੀ ਚੀਜ਼ ਨੂੰ ਢਾਲਦੇ ਹੋ, ਤੇ ਉਹ ਤੁਹਾਡੀ ਬਣ ਜਾਂਦੀ ਹੈ। ਬਿਲਕੁਲ। ਅੱਛਾ, ਸਾਹਮਣੇ ਮੋਤੀ ਚੂਰ ਦੇ ਲੱਡੂ ਵਾਲਾ ਕੀ ਕਿੱਸਾ ਹੈ? ਮੈਂ ਜ਼ਰੂਰ ਸੁਣਨਾ। ਓ ਮਾਈ ਗॉड, ਇੱਕ ਵਾਰੀ ਮੈਂ ਕਿਸੇ ਇੰਟਰਵਿਊ 'ਚ ਕਿਹਾ ਸੀਗਾ, ਉਸ ਤੋਂ ਬਾਅਦ ਮੈਨੂੰ ਆਲਮੋਸਟ ਸਾਰੇ ਪੁੱਛਦੇ ਆ ਗੱਲ। ਐਕਚੁਅਲੀ ਮੋਤੀਚੂਰ ਦੇ ਲੱਡੂ ਦੇਸੀ ਘਿਓ ਵਾਲੇ ਮੈਨੂੰ ਬਹੁਤ ਜ਼ਿਆਦਾ ਪਸੰਦ ਆ, ਤੇ ਹਰਜੀਤ ਦਾ ਟਾਈਮ ਸਭ ਕੁਝ ਬੰਦ ਸੀ ਮੇਰਾ ਖਾਣਾ ਪੀਣਾ। ਮਤਲਬ ਆਫ ਕੋਰਸ ਮੈਂ ਡਾਈਟ 'ਤੇ ਸੀਗੀ, ਤੇ ਸਪੋਰਟਸ ਦੇ ਜਿਹੜੇ ਵਰਕਆਊਟ ਕਰਦੇ ਆ ਜਾਂ ਸਪੋਰਟਸ 'ਚ ਹੁੰਦੇ, ਉਹ ਇੱਦਾਂ ਦੀਆਂ ਚੀਜ਼ਾਂ ਨਹੀਂ ਖਾਂਦੇ ਪੀਂਦੇ, ਤਾਂ ਮੈਂ ਵੀ ਨਹੀਂ ਖਾ ਰਹੀ ਸੀਗੀ। ਸੋ ਸ਼ੂਟ ਤੋਂ ਬਾਅਦ ਹੀ ਮੈਂ ਸ਼ਾਪ ਤੋਂ ਇੱਕ ਮੋਤੀਚੂਰ ਦਾ ਲੱਡੂ ਲੈ ਕੇ ਖਾਧਾ, ਤੇ ਮੈਂ ਰੋਪੀ ਸੀ ਖਾ ਕੇ। ਦੱਸਾਂ ਮੈਨੂੰ ਲੱਡੂ ਮਿਲਿਆ। ਮੈਂ ਰੋਪੀ ਸੀਗੀ ਕਿ ਫਾਈਨਲੀ ਹਾਈ ਮੈਂ ਟੇਸਟ ਕੀਤਾ। ਹਾਂਜੀ, ਨਹੀਂ, ਵਧੀਆ। ਅੱਛਾ, ਫਿਰ ਤੁਸੀਂ ਜਿਹੜੀ ਬਾਲੀਵੁੱਡ ਦੀ ਮੂਵੀ ਕੀਤੀ, ਚੰਡੀਗੜ੍ਹ ਕਰਿਆ, ਉਹਦੀ ਗੱਲ ਕਰਨੀ ਤਾਂ ਜ਼ਰੂਰ ਬਣਦੀ ਹੈ। ਆਯੁਸ਼ਮਾਨ ਜੀ ਦੇ ਨਾਲ ਉਹਨਾਂ ਦੀ ਸਿਸਟਰ ਦਾ ਰੋਲ ਸੀਗਾ, ਤੇ ਫਿਰ ਉਹ ਕਿਵੇਂ ਆਫਰ ਆਈ, ਉੱਥੋਂ ਤੱਕ ਕਿੱਦਾਂ ਪਹੁੰਚੇ? ਮੁਕੇਸ਼ ਛਾਬੜਾ ਜੀ ਬਹੁਤ ਵੱਡਾ ਨਾਮ ਆ ਬਾਲੀਵੁੱਡ ਦੇ ਵਿੱਚ, ਤੇ ਉਹ ਹਰਜੀਤਾ ਟਾਈਮ ਤੋਂ ਹੀ ਮਤਲਬ ਮੈਨੂੰ ਦੇਖ ਰਹੇ ਸੀਗੇ। ਸੋ ਬੜੇ ਪ੍ਰੋਜੈਕਟ ਇੱਦਾਂ ਦੇ ਸੀਗੇ ਜਿਹੜੇ ਲਾਈਨ ਅਪ ਹੁੰਦੇ ਸੀਗੇ, ਆਡੀਸ਼ਨਸ ਵੀ ਮੈਂ ਦਿੰਦੀ ਸੀਗੀ, ਬਟ ਉਹ ਕਿਸੇ ਤਰ੍ਹਾਂ ਸੂਟ ਨਹੀਂ ਕਰ ਰਿਹਾ ਸੀਗਾ। ਸੋ ਫਾਈਨਲੀ ਉਹਨਾਂ ਨੇ ਮੈਨੂੰ ਚੰਡੀਗੜ੍ਹ ਕਰਿਆ ਆਸ਼ਕੀ ਦਾ ਆਫਰ ਦਿੱਤਾ, ਔਰ ਮੈਨੂੰ ਕਰੈਕਟਰ ਅੱਛਾ ਲੱਗਿਆ, ਮੈਨੂੰ ਲੱਗਿਆ ਕਿ ਬਹੁਤ ਗੁੱਡ ਸਟਾਰਟਅਪ ਆ, ਸੋ ਮੈਨੂੰ ਕਰਨਾ ਚਾਹੀਦਾ। ਸੋ ਬਹੁਤ ਵਧੀਆ ਸੀ, ਥੈਂਕ ਯੂ। ਐਂਡ ਉਹਦੇ ਲਈ ਵੀ ਮੈਂ ਆਡੀਸ਼ਨ ਦਿੱਤਾ, ਇਵਨ ਕਿ ਉਹ ਮੈਨੂੰ ਹੁਣ ਜਾ ਕੇ ਆਫਰ ਹੋਈ ਹੈ, ਬਟ ਉਹਦੇ ਲਈ ਵੀ ਆਡੀਸ਼ਨ ਹੋਇਆ ਮੇਰਾ, ਤੇ ਮੈਂ ਸਿਲੈਕਟ ਹੋਈ, ਦੈਨ ਮੈਂ ਉਸ ਫਿਲਮ ਦੇ ਵਿੱਚ ਇਨ ਹੋਈ। ਵੈਰੀ ਗੁੱਡ, ਬਹੁਤ ਵਧੀਆ। ਨਹੀਂ, ਬੜਾ ਪਿਆਰਾ ਰੋਲ ਸੀਗਾ, ਔਰ ਮੂਵੀ ਬੜੀ ਇੱਕ ਅਲੱਗ ਜਿਹੀ ਬਹੁਤ ਬੋਲਡ ਕਨਸੈਪਟ ਸੀਗਾ। ਸਾਰੀ ਇਵਨ ਆਡੀਅנס ਲਈ ਇੱਕ ਨਵਾਂ ਕਨਸੈਪਟ ਸੀ, ਔਰ ਮੈਨੂੰ ਵੀ ਕਨਸੈਪਟ ਸੁਣ ਕੇ ਬਹੁਤ ਹੀ ਅੱਛਾ ਲੱਗਿਆ। ਸੋ ਮੈਨੂੰ ਲੱਗਿਆ ਕਿ ਮੈਨੂੰ ਇਹਦਾ ਪਾਰਟ ਹੋਣਾ ਚਾਹੀਦਾ। ਬਿਲਕੁਲ। ਨਹੀਂ, ਬਹੁਤ ਵਧੀਆ। 4 ਸਾਲ ਤੋਂ ਤੁਸੀਂ ਥੀਏਟਰ ਕਰ ਰਹੇ ਹੋ, ਹੈ ਨਾ? ਹਾਂਜੀ, ਛੋਟੇ 4 ਸਾਲ ਦੀ ਸੀ, ਹੈ ਨਾ? ਹਾਂ, ਸੌਰੀ, 4 ਸਾਲ ਦੇ ਸੀ ਜਦੋਂ ਦੇ ਥੀਏਟਰ ਕਰ ਰਹੇ। ਹਾਂਜੀ, ਥੀਏਟਰ ਤੁਹਾਡੇ ਪਾਪਾ ਜਿੱਦਾਂ ਥੀਏਟਰ ਨਾਲ ਹਾਂਜੀ ਜੁੜੇ ਹੋਏ ਨੇ। ਇੱਟਾ ਦੇ ਵੀ ਉਹ ਪ੍ਰੈਜ਼ੀਡੈਂਟ ਆ, ਪੰਜਾਬ ਨੂੰ ਰਿਪਰੈਜ਼ੈਂਟ ਕਰਦੇ ਹਨ, ਤਾਂ ਫਿਰ ਉਹਨਾਂ ਕਰਕੇ ਹੀ ਕਿ ਕਿੱਦਾਂ ਸ਼ੁਰੂ ਤੋਂ ਸੋਚਿਆ ਸੀ ਕਿ ਮੈਂ ਇਸ ਲਾਈਨ 'ਚ ਹੀ ਜਾਣਾ ਹੈਗਾ? ਆਪਾਂ ਕਹਿ ਸਕਦੇ ਨਾ ਵੀ ਉਹਨਾਂ ਨੇ ਮੇਰੇ ਤੇ ਕੋਈ ਜ਼ਬਰਦਸਤੀ ਨਹੀਂ ਕੀਤੀ ਕਿ ਨਹੀਂ ਤੂੰ ਤਾਂ ਐਕਟਰ ਹੀ ਬਣਨਾ ਹੈ ਤੇ ਤੂੰ ਵੀ ਇਹੀ ਕਰਨਾ ਹੈ। ਉਹ ਇੱਕ ਹੁੰਦਾ ਨਾ ਕਿ ਗੁੜਤੀ ਮਿਲ ਜਾਂਦੀ, ਇੱਕ ਤੁਹਾਡੇ ਖੂਨ 'ਚ ਹੀ ਹੁੰਦਾ ਹੈ। ਸੋ ਘਰ ਦਾ ਮਾਹੌਲ ਹੀ ਇੱਦਾਂ ਦਾ ਸੀਗਾ ਕਿ ਬਸ ਸ਼ੌਂਕ ਪੈ ਗਿਆ। ਈਵਨ ਕਿ ਮੇਰੇ ਮਮ ਥੀਏਟਰ ਨਹੀਂ ਕਰਦੇ ਸੀ, ਬੈਕਗਰਾਊਂਡ ਵੀ ਉਹਨਾਂ ਦਾ ਥੀਏਟਰ ਨਹੀਂ ਸੀਗਾ, ਹਾਊਸ ਵਾਈਫ ਸੀਗੇ, ਆਮ ਜੀ ਫੈਮਿਲੀ ਤੋਂ ਆਏ ਸੀਗੇ ਉਹ, ਅਤੇ ਫਿਰ ਉਹਨਾਂ ਨੂੰ ਵੀ ਸ਼ੌਂਕ ਪੈ ਗਿਆ। ਅੱਜ ਉਹ ਥੀਏਟਰ ਕਰਦੇ ਨੇ, ਪਾਪਾ ਨਾਲ ਹਰ ਮੋੜ 'ਤੇ ਉਹਨਾਂ ਦੇ ਨਾਲ ਹੁੰਦੇ ਆ। ਸੋ ਬਚਪਨ ਤੋਂ ਹੀ ਦੈਟਸ ਵਾਈ ਮੈਨੂੰ ਆਪਣੇ ਆਪ ਹੀ ਇੰਟਰਸਟ ਪੈ ਗਿਆ। ਅਤੇ ਕਿੱਦਾਂ ਜਦੋਂ ਪਹਿਲੀ ਵਾਰੀ ਸਟੇਜ 'ਤੇ ਗਏ ਉਦੋਂ ਕੀ ਰੋਲ ਸੀ ਅਤੇ ਕੀ ਫੀਲ ਕੀਤਾ, ਕੁਛ ਯਾਦ ਹੈ? ਮਤਲਬ ਫੋਟੋਜ਼ ਦੇਖਦੀ ਹਾਂ ਅਤੇ ਉਦੋਂ ਪਤਾ ਲੱਗਦਾ, ਐ ਤਾਂ ਯਾਦ ਨਹੀਂ। ਜਦੋਂ ਮੈਂ 4 ਸਾਲ ਦੀ ਸੀ, ਉਹ ਕੁਛ ਹੰਸਰਾਜ ਜੀ ਦਾ ਗਾਣਾ ਸੀਗਾ, ਕੁੜੀਆਂ ਅਤੇ ਕੁੜੀਆਂ ਨੇ ਕੁੜੀਆਂ ਦਾ ਕੀ ਹੈ, ਅਤੇ ਉਹ ਪਾਪਾ ਨੇ ਕਿਸੇ ਕਾਲਜ, ਕਪੂਰਥਲਾ ਕੋਈ ਕਾਲਜ ਸੀ, ਗਰਲਸ ਕਾਲਜ, ਉਹ ਆਈ ਥਿੰਕ ਉੱਥੇ ਕਰਵਾਇਆ ਸੀ, ਇੰਨਾ ਯਾਦ ਨਹੀਂ ਮੈਨੂੰ।
ਤੇ ਉਹਨਾਂ ਨੂੰ ਕੁੜੀਆਂ ਨੂੰ ਕਰਵਾਇਆ ਸੀਗਾ ਉੱਤੇ, ਬਸ ਉਹ ਇੱਕ ਛੋਟੇ ਬੱਚੇ ਦੀ ਰੋਲ ਸੀ, ਵਿੱਚ ਪਰੀ ਵਾਂਗੂ ਬਣ ਕੇ ਜਾਣਾ ਸੀ ਸਟੇਜ ਤੇ ਬਸ। ਉਹ ਸ਼ੁਰੂਆਤ ਹੋ ਗਈ ਇੱਕ ਪਰੀ ਦੀ, ਹੈ ਨਾ? ਹਾਂਜੀ। ਸੋ ਫੋਟੋਜ਼ ਦੇਖਦੇ ਆ ਤੇ ਪਤਾ ਲੱਗਦਾ ਜਾਂ ਦੱਸਦੇ ਆ ਮਮ ਡੈਡ, ਉੱਦਾਂ ਤਾਂ ਯਾਦ ਨਹੀਂ ਆ। ਅੱਛਾ ਸਾਵਨ, ਤੁਸੀਂ ਸ਼ਬਾਨਾ ਆਜ਼ਮੀ ਜੀ ਤੋਂ ਕਾਫੀ ਪ੍ਰਭਾਵਿਤ ਹੋ। ਹਾਂਜੀ। ਉਹ ਕੀ ਰੀਜ਼ਨ? ਸ਼ਬਾਨਾ ਆਜ਼ਮੀ ਜੀ ਬਚਪਨ ਤੋਂ ਮੈਨੂੰ ਇੰਨਾ ਜ਼ਿਆਦਾ ਪਤਾ ਨਹੀਂ ਸੀ, ਬਟ ਜਦੋਂ ਤੁਸੀਂ ਮੈਚਿਓਰ ਹੁੰਦੇ ਹੋ ਜਾਂ ਸਿਆਣੇ ਹੁੰਦੇ ਹੋ, ਤੁਹਾਨੂੰ ਪਤਾ ਲੱਗਦਾ ਤੁਸੀਂ ਕੀ ਕਰਨਾ, ਫਿਰ ਤੁਸੀਂ ਆਪਣੇ ਡਿਸੀਜ਼ਨਸ ਲੈਂਦੇ ਹੋ ਕਿ ਮੈਂ ਲਾਈਫ 'ਚ ਕੀ ਕਰਨਾ। ਸੋ ਇਪਟਾ ਪੰਜਾਬ, ਮੇਰੇ ਪਾਪਾ ਉਹਦੇ 'ਚ ਨੇ। ਸੋ ਇੰਡੀਅਨਸ ਪੀਪਲ ਥੀਏਟਰ ਐਸੋਸੀਏਸ਼ਨ ਹੈ ਇੱਕ, ਸ਼ਬਾਨਾ ਆਜ਼ਮੀ ਜੀ ਉਹਦੇ ਮੈਂਬਰ ਨੇ। ਸੋ ਉਹਨਾਂ ਨੂੰ ਮੈਂ ਇਸ ਚੀਜ਼ ਨਾਲ ਦੇਖਦੀ ਹਾਂ ਕਿ ਉਹ ਬਾਲੀਵੁੱਡ 'ਚ ਬੜਾ ਵੱਡਾ ਨਾਮ ਸੀਗਾ, ਬਟ ਉਹ ਫਿਰ ਵੀ ਥੀਏਟਰ ਨਾਲ ਜੁੜੇ ਆ, ਸੰਸਥਾ ਨਾਲ ਜੁੜੇ ਆ, ਔਰ ਉਸ ਚੀਜ਼ ਨੂੰ ਅੱਗੇ ਲੈ ਕੇ ਆ ਰਹੇ ਆ, ਰਿਪਰੈਜ਼ੈਂਟ ਕਰਦੇ ਐਜ਼ ਐਨ ਐਕਟਰੈਸ ਵੀ। ਸੋ ਮੈਂ ਇਸ ਚੀਜ਼ ਨੂੰ ਲੈ ਕੇ ਉਹਨਾਂ ਤੋਂ ਐਪਰੀਸ਼ੀਏਟ ਹੁੰਦੀ ਹਾਂ ਕਿ ਮੈਨੂੰ ਵੀ ਇੱਦਾਂ, ਚਾਹੇ ਮੈਂ ਪੰਜਾਬੀ ਇੰਡਸਟਰੀ 'ਚ ਹਾਂ, ਹੁਣ ਮੈਂ ਗਾਂ ਬਾਲੀਵੁੱਡ ਵੀ ਚਾਹੇ ਜਾਵਾਂ, ਤੇ ਮੈਂ ਇਪਟਾ ਨੂੰ ਹਮੇਸ਼ਾ ਅੱਗੇ ਉਹਨਾਂ ਵਾਂਗੂ ਲੈ ਕੇ ਆਉਂਗੀ। ਸੋ ਮੈਂ ਇਸ ਚੀਜ਼ ਨੂੰ ਲੈ ਕੇ ਉਹਨਾਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹਾਂ। ਓਕੇ, ਅੱਛਾ ਮੈਂ ਆਪਣੀ ਜਾਣਕਾਰੀ ਲਈ ਥੋੜਾ ਜਿਹਾ ਪੁੱਛ ਰਹੀ, ਇਪਟਾ ਦਾ ਮਤਲਬ ਕੀ ਕੰਮ ਹੁੰਦੇ ਇਹਨਾਂ ਦੇ? ਕੀ ਥੀਏਟਰ? ਇਪਟਾ ਇੱਕ ਐਸੋਸੀਏਸ਼ਨ ਆ ਜੋ ਬਹੁਤ ਪੁਰਾਣੇ ਲੰਬੇ ਟਾਈਮ ਤੋਂ, ਬਲਰਾਜ ਸਾਨੀ ਹੋਣਾ ਜੀ ਦੇ ਟਾਈਮ ਤੋਂ ਇਹ ਸੰਸਥਾ ਬਣੀ ਸੀਗੀ ਥੀਏਟਰ ਨੂੰ ਅੱਗੇ ਲੈ ਕੇ ਜਾਣ ਲਈ। ਵੱਖ-ਵੱਖ, ਜਿੱਦਾਂ ਹੁਣ ਪੂਰੇ ਪੰਜਾਬ ਦੇ ਵਿੱਚ ਤੇ ਚਲੋ ਹੈ ਹੀ ਆ, ਉਹ ਇੰਡੀਆ ਦੇ ਵਿੱਚ ਜਿਹੜੀ ਅਲੱਗ-ਅਲੱਗ ਸਟੇਟਸ ਦੇ ਥੀਏਟਰ ਨੇ, ਉਹਨਾਂ ਦੇ ਉਹ ਪ੍ਰੋਗਰਾਮਸ ਜਿਹੜੇ ਆਰਗੇਨਾਈਜ਼ ਇਕੱਠੇ ਮਿਲ ਕੇ ਕਰਦੇ ਨੇ। ਮਤਲਬ ਇੱਕ ਜਗ੍ਹਾ ਤੇ ਇੰਨੀ ਸਟੇਟਸ ਇਕੱਠੀਆਂ ਹੁੰਦੀਆਂ, ਇੰਨੇ ਕਲਚਰ ਇਕੱਠੇ ਹੁੰਦੇ ਆ, ਜੋ ਕਿ ਨਾਟਕ, ਔਰ ਤੁਸੀਂ ਦੇਖੋ ਵੀ ਹੁਣ ਇੱਕ ਜਗ੍ਹਾ ਤੇ ਸਾਊਥ ਦੇ ਲੋਕ ਵੀ ਨੇ, ਪੰਜਾਬ ਦੇ ਵੀ ਨੇ, ਨਾ ਹਰ ਪਾਸੋਂ ਲੋਕ ਆਏ ਨੇ। ਸੋ ਕਿੱਡੀ ਸੋਹਣੀ ਗੱਲ ਆ ਕਿ ਉਹ ਸਭ ਇਕੱਠੇ ਹੋ ਕੇ ਇੱਕ ਜਗ੍ਹਾ ਤੇ ਇੱਕ ਹੋ ਕੇ ਪਰਫਾਰਮ ਕਰਦੇ ਨੇ। ਸੋ ਮੈਂ ਜਿੰਨਾ ਕੁ ਮੈਂ ਆਪਣੀ ਹੋਸ਼ 'ਚ ਆ ਕੇ ਉਸ ਚੀਜ਼ ਨੂੰ ਅਬਜ਼ਰਵ ਕੀਤਾ ਇਪਟਾ ਨੂੰ, ਸੋ ਮੈਨੂੰ ਉਹ ਚੀਜ਼ ਬੜੀ ਅੱਛੀ ਲੱਗੀ ਕਿ ਪੂਰੇ ਇੰਡੀਆ ਦੇ ਲੋਕ ਇੱਕ ਜਗ੍ਹਾ ਇਕੱਠੇ ਹੋ ਕੇ ਇੱਕ ਤਰ੍ਹਾਂ ਦਾ ਨਾਟਕ, ਮਤਲਬ ਇੱਕ ਤਰ੍ਹਾਂ ਦੀ ਚੀਜ਼ ਕਰਦੇ ਨੇ, ਪਰ ਆਪਣੀ ਆਪਣੀ ਲੈਂਗੁਏਜ 'ਚ। ਸੋ ਉਹ ਕਿੰਨੀ ਬਿਊਟੀਫੁਲ ਚੀਜ਼ ਆ। ਸੋ ਇਸ ਕਰਕੇ ਮੈਂ ਬਹੁਤ ਪ੍ਰਭਾਵਿਤ ਸੀ ਤੇ ਮੈਂ ਪਾਪਾ ਦੇ ਨਾਲ ਹੀ ਇਪਟਾ ਨੂੰ ਜੁਆਇਨ ਕੀਤਾ। ਬਿਲਕੁਲ, ਆਪਣੇ ਇੰਡੀਆ ਦਾ ਕਲਚਰ ਤਾਂ ਵੈਸੇ ਹੀ ਬੜਾ ਹਾਂ, ਸਾਨੂੰ ਵੱਖਰੇ ਸਟੇਟਸ ਦੇ ਕਲਚਰ ਜਾਣਨ ਦਾ ਮੌਕਾ ਮਿਲਦਾ ਹੈ ਕਿ ਉਹ ਕਿੱਦਾਂ ਨਾਟਕ ਕਰਦੇ ਨੇ, ਉਹ ਕਿੱਦਾਂ ਰਹਿੰਦੇ ਨੇ। ਬੜਾ ਰਿਚ ਹੈ ਆਪਣਾ ਕਲਚਰ, ਬਹੁਤ ਜ਼ਿਆਦਾ। ਹਾਂਜੀ। ਤੇ ਪਾਪਾ ਦੇ ਪ੍ਰੈਜ਼ੀਡੈਂਟ ਹੋਣ ਦਾ ਜਾਂ ਇਸ ਲਾਈਨ 'ਚ ਹੋਣ ਦਾ ਕਦੇ ਤੁਹਾਨੂੰ ਕੋਈ ਫਾਇਦਾ ਮਿਲਿਆ ਇਸ ਚੀਜ਼ ਦਾ? ਹਾਂਜੀ, ਬਿਲਕੁਲ, ਬਹੁਤ ਫਾਇਦਾ ਮਿਲਿਆ। ਉਹੀ ਤੁਸੀਂ ਕਿਹਾ ਨਾ ਕਿ ਇਹ ਆਪਣੇ ਆਪ ਆ ਜਾਂਦਾ ਤੁਹਾਡੇ ਅੰਦਰ, ਕਿਸੇ ਨਾਲ ਗੱਲ ਕਰਨ ਦਾ ਕੌਨਫੀਡੈਂਸ, ਜਾਂ ਆਪਣੀ ਗੱਲ ਰੱਖਣ ਦਾ ਕੌਨਫੀਡੈਂਸ, ਜਾਂ ਕੋਈ ਵੀ ਕੰਮ ਕਰਨ ਦਾ ਕੌਨਫੀਡੈਂਸ। ਸੋ ਬਚਪਨ ਤੋਂ ਉਹਨਾਂ ਨੇ ਸਿਖਾਇਆ ਆ, ਉਹ ਚੀਜ਼ ਨੇ ਮੈਨੂੰ ਬਹੁਤ ਹੈਲਪ ਕੀਤਾ ਇੰਡਸਟਰੀ ਦੇ ਵਿੱਚ ਵੀ ਕੰਮ ਕਰਨ 'ਚ, ਐਕਟਿੰਗ ਕਰਨ 'ਚ। ਸੋ ਉਹ ਹਮੇਸ਼ਾ ਮੇਰੇ ਨਾਲ, ਮੇਰੇ ਹਰ ਡਿਸੀਜ਼ਨ 'ਤੇ ਮੇਰੇ ਨਾਲ ਖੜ੍ਹਦੇ ਨੇ। ਹਰ ਡਿਸੀਜ਼ਨ 'ਚ ਮੈਨੂੰ, ਜਿੱਥੇ ਮੈਂ ਅੜ ਜਾਂ ਮੈਨੂੰ ਲੱਗਦਾ ਕਿ ਮੈਨੂੰ ਸਮਝ ਨਹੀਂ ਆ ਰਹੀ, ਸੋ ਬੜੇ ਈਜ਼ੀਲੀ ਉਸ ਚੀਜ਼ ਨੂੰ ਸੋਲਵ ਕਰ ਦਿੰਦੇ ਨੇ। ਹਾਂ, ਨਹੀਂ ਵਧੀਆ ਹੈ, ਪੇਰੈਂਟਸ ਨਾਲ ਹੋਣ ਤਾਂ ਫਿਰ ਤਾਂ ਬਹੁਤ ਈਜ਼ੀ ਹੋ ਜਾਂਦਾ। ਹਾਂਜੀ। ਤੇ ਕਪੂਰਥਲਾ ਤੋਂ ਅੰਮ੍ਰਿਤਸਰ ਤੋਂ ਮੋਹਾਲੀ, ਯਾਨੀ ਕਿ ਪੰਜਾਬੀ ਇੰਡਸਟਰੀ ਦੇ ਵਿੱਚ ਆਉਣ ਦਾ ਇਹ ਜਿਹੜਾ ਸਫ਼ਰ ਸੀ, ਇਹ ਬਹੁਤ ਈਜ਼ੀ ਸੀ ਪਾਪਾ ਕਰਕੇ, ਜਾਂ ਕਿ ਕਿਸੇ ਤੱਕ ਪਹੁੰਚ ਕਰਨੀ ਪਈ, ਜਾਂ ਕਿੱਦਾਂ ਇਹ ਸਫ਼ਰ ਕਿਵੇਂ ਰਿਹਾ? ਮੈਂ ਹੁਣ ਇੱਦਾਂ, ਮਤਲਬ ਜੋ ਰਿਐਲਿਟੀ ਇਜ਼ ਰਿਐਲਿਟੀ, ਕਿ ਮੈਨੂੰ ਬਹੁਤ ਜ਼ਿਆਦਾ ਟਫ ਨਹੀਂ ਲੱਗਿਆ ਆਉਣਾ, ਕਿਉਂਕਿ ਗ੍ਰੈਜੂਏਸ਼ਨ ਸੈਕਿੰਡ ਈਅਰ 'ਚ ਹੀ ਮੈਨੂੰ ਹਰਜੀਤਾ ਦਾ ਆਫਰ ਆ ਗਿਆ ਸੀ, ਔਰ 1 ਸਾਲ ਦਿੱਤਾ ਸੀ ਮੈਨੂੰ ਕਿ ਤੁਸੀਂ 1 ਸਾਲ ਦੇਣਾ ਹੈ ਇਹਨੂੰ। ਸੋ ਉਸ ਤੋਂ ਬਾਅਦ ਮੈਂ, ਮਤਲਬ ਜਿੱਦਣ ਪ੍ਰੀਮੀਅਰ ਸੀ ਹਰਜੀਤਾ ਦਾ, ਉਸ ਦਿਨ ਮੈਂ ਲਾਸਟ ਪੇਪਰ ਦੇ ਕੇ ਵਾਪਸ ਆ ਰਹੀ ਸੀਗੀ। ਮੈਂ ਲਾਸਟ ਪੇਪਰ ਦੇ ਰਹੀ ਸੀਗੀ, ਹਰਜੀਤਾ ਦੀ ਟੀ-ਸ਼ਰਟ ਪਾਈ ਸੀ। ਇਵਨ ਕਿਸੇ ਨੂੰ ਨਹੀਂ ਪਤਾ ਸੀਗਾ ਕਿ ਮੈਂ ਫਿਲਮ ਕਰ ਰਹੀ ਹਾਂ, ਕੋਈ ਮੈਂ ਨਾ ਦੱਸਿਆ ਸੀ, ਮੈਨੂੰ ਡਿਸਕਲੋਜ਼ ਕਰਨ ਲਈ ਮਨਾ ਕੀਤਾ ਗਿਆ ਸੀ। ਸੋ ਪੇਪਰ ਫਟਾਫਟ ਕਰਕੇ ਮੈਂ ਇੱਥੇ ਪਹੁੰਚਣਾ ਸੀਗਾ ਚੰਡੀਗੜ੍ਹ ਪ੍ਰੀਮੀਅਰ 'ਤੇ ਮਤਲਬ ਉਸ ਤੋਂ ਬਾਅਦ ਮੇਰੀ ਲਾਈਫ ਚੇਂਜ ਹੋ ਗਈ ਬਿਲਕੁਲ, ਹੈ ਨਾ, ਕਿ ਮੇਰੇ ਲਈ ਇੰਡਸਟਰੀ ਨਵੀਂ ਸੀਗੀ। ਪਹਿਲਾਂ ਮੈਂ ਮਾਝਾ ਮੇਰੇ 'ਚ ਜਾਂਦਾ ਨਹੀਂ ਸੀਗਾ, ਮੈਂ ਮਾਝਾ ਮਤਲਬ ਇੱਕ ਡੇ ਕੀ ਕਰਨ ਡੇ, ਉਹ ਇੱਦਾਂ ਹੀ ਬੋਲਦੀ ਸੀਗੀ ਮੈਂ ਪਹਿਲਾਂ। ਫਿਰ ਮੈਨੂੰ ਇੰਡਸਟਰੀ 'ਚੋਂ ਹੀ ਕਿਸੇ ਨੇ ਬੜੀ ਪਿਆਰੀ ਐਡਵਾਈਸ ਦਿੱਤੀ ਕਿ ਤੁਸੀਂ ਹਰ ਲੈਂਗੁਏਜ ਨੂੰ ਅਡੋਪਟ ਕਰੋ, ਈਵਨ ਮਾਲਵੇ ਦੀ, ਪੁਆਧ ਦੀ, ਹੈ ਨਾ, ਅਤੇ ਮਾਝੇ ਦੀ, ਤਾਂ ਕਿ ਤੁਹਾਨੂੰ ਕਿਸੇ ਵੀ ਫਿਲਮ ਦਾ ਆਫਰ ਹੋਵੇ ਅਤੇ ਤੁਸੀਂ ਇੱਕੋ ਤਰ੍ਹਾਂ ਦੀ ਲੈਂਗੁਏਜ 'ਚ ਕਨਫਿਊਜ਼ ਨਾ ਹੋ ਜਾਓ। ਸੋ ਮੈਂ ਉਸ ਚੀਜ਼ 'ਤੇ ਵਰਕ ਕੀਤਾ ਕਿ ਮੈਂ ਹਰ ਤਰ੍ਹਾਂ ਦੀ ਭਾਸ਼ਾ ਬੋਲਣੀ ਆ।
ਬਿਲਕੁਲ। ਤੇ ਤੁਸੀਂ ਮਤਲਬ ਸੋਚਿਆ ਹੀ ਸੀ ਕਿ ਮੈਂ ਫਿਲਮ ਇੰਡਸਟਰੀ 'ਚ ਜਾਣਾ ਹੈ ਨਹੀਂ, ਜਾਂ ਮੈਂ ਕੁਝ ਹੋਰ ਸੋਚਿਆ ਨਹੀਂ, ਸੀ ਮੈਂ life ਬਿਲਕੁਲ ਵੀ ਨਹੀਂ ਸੋਚਿਆ ਸੀਗਾ। ਮੈਂ ਈਵਨ ਕਿ ਮੈਂ ਜਦੋਂ ਕਾਲਜ ਗਈ ਮੈਂ ਤਦ ਵੀ ਨਹੀਂ ਸੋਚਿਆ ਸੀਗਾ ਕਿ ਮੈਂ ਐਕਟਰੈਸ ਬਣਨਾ। ਮੈਨੂੰ ਸੀਗਾ ਕਿ ਮੈਂ ਥੀਏਟਰ ਕਰਦੀ ਹਾਂ ਔਰ ਮੈਂ ਪੂਰੀ ਮਤਲਬ ਸਾਰੀ ਉਮਰ ਥੀਏਟਰ ਹੀ ਕਰਨਾ ਹੈ। ਸੋ ਪਤਾ ਹੀ ਨਹੀਂ ਸੀਗਾ ਕਿ ਮੇਰੇ ਨਾਲ ਐਵੇਂ ਦੀ ਚੀਜ਼ ਹੋ ਜਾਣੀ ਹੈ। ਸੋ ਬਹੁਤ ਸਰਪ੍ਰਾਈਜ਼, ਬਹੁਤ ਵੱਡਾ ਸਰਪ੍ਰਾਈਜ਼ ਸੀ ਮੇਰੀ ਲਾਈਫ ਦੇ ਵਿੱਚ, ਬਹੁਤ ਵੱਡਾ ਮੂਮੈਂਟ ਸੀ, ਟਰਨਿੰਗ ਪੁਆਇੰਟ ਸੀ। ਪਰ ਜਦੋਂ ਆਫਰ ਆ ਗਈ ਫਿਰ ਸੋਚ ਲਿਆ ਕਿ ਠੀਕ ਹੈ ਹੁਣ ਇਸੇ ਪਾਸੇ ਜਾਣਾ। ਈਵਨ ਕਿ ਡਿਊਰਿੰਗ ਸ਼ੂਟ ਵੀ ਹਲੇ ਮੈਨੂੰ ਕੁਝ ਪਤਾ ਹੀ ਨਹੀਂ ਲੱਗ ਰਿਹਾ ਸੀ ਕਿਉਂਕਿ ਆਈ ਵਾਜ਼ 21-2 ਇਅਰਸ ਓਲਡ ਤੇ ਨਵਾਂ ਤੁਸੀਂ ਘਰੋਂ ਬਾਹਰ ਨਿਕਲੇ ਹੁੰਦੇ ਹੋ, ਕਾਲਜ ਗਏ ਹੁੰਦੇ ਹੋ, ਸੋ ਤੁਹਾਨੂੰ ਇੰਨਾ ਸਮਝ ਨਹੀਂ ਹੁੰਦੀ ਕਿਸੇ ਵੀ ਚੀਜ਼ਾਂ ਦੀ। ਇੱਕਦਮ ਸਾਰੀਆਂ ਚੀਜ਼ਾਂ ਤੁਹਾਡੇ ਕੋਲ ਪਹੁੰਚ ਜਾਂਦੀਆਂ, ਸੋ ਤੁਹਾਨੂੰ ਸਮਝਣ ਦੇ ਟਾਈਮ ਲੱਗਦਾ। ਸੋ ਹਰਜੀਤਾ ਤੋਂ ਬਾਅਦ ਮੈਨੂੰ ਫੀਲ ਹੋਣ ਲੱਗਿਆ ਅੱਛਾ ਮੇਰੇ 'ਤੇ ਰਿਸਪੌਂਸਿਬਿਲਿਟੀ ਆ ਗਈ, ਲੋਕ ਮੈਨੂੰ ਪਸੰਦ ਕਰਦੇ ਆ, ਸੋ ਮੈਨੂੰ ਹੋਰ ਅੱਗੇ ਵਧਣਾ ਹੈ ਅਤੇ ਮੈਨੂੰ ਉਹਨਾਂ ਦੇ ਉਮੀਦਾਂ 'ਤੇ ਖਰੇ ਉਤਰਨਾ ਹੈ। ਸੋ ਮੈਨੂੰ ਹੋਰ ਅੱਛੇ ਪ੍ਰੋਜੈਕਟ ਕਰਨੇ ਚਾਹੀਦੇ ਆ। ਸਾਵਨ, ਮੈਂ ਸੋਚਦੀ ਹਾਂ ਕਿ ਜਦੋਂ ਆਪਾਂ ਕੋਈ ਟੀਚਾ ਮਿੱਥ ਲੈਂਦੇ ਇੱਕ ਹੈ ਨਾ ਕਿ ਲਕਸ਼ ਤੈਅ ਕਰ ਲਿਆ ਹੈ ਨਾ ਕੋਈ ਇੱਕ ਕਿ ਅਸੀਂ ਉੱਥੇ ਪਹੁੰਚਣਾ, ਤਾਂ ਮੈਨੂੰ ਲੱਗਦਾ ਜਿੱਤ ਸਾਡੀ ਸਟਾਰਟ ਹੋ ਜਾਂਦੀ ਉਦੋਂ ਉੱਥੇ ਪਹੁੰਚਣ ਤੱਕ। ਹਾਂਜੀ ਬਿਲਕੁਲ ਕਹਿ ਸਕਦੇ ਆਪਾਂ, ਕਿਉਂਕਿ ਜਦੋਂ ਤੁਸੀਂ ਠਾਣ ਹੀ ਲੈ ਕੇ ਮੈਂ ਕਰਨਾ ਹੀ ਕਰਨਾ ਹੈ, ਉਹ ਆਈ ਥਿੰਕ ਇੱਕ ਜਿੱਦ ਤੁਹਾਡੇ ਅੰਦਰ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਅਗਰ ਤੁਸੀਂ ਆਪਣੇ ਜੋ ਤੁਹਾਡੇ ਸੁਪਨੇ ਨੇ, ਜੋ ਤੁਹਾਡੇ ਡਰੀਮਸ ਆ, ਉਹਨੂੰ ਲੈ ਕੇ ਤੁਸੀਂ ਜਿੱਦੀ ਨਹੀਂ ਹੁੰਦੇ ਤੇ ਤਦ ਤੱਕ ਮੈਨੂੰ ਨਹੀਂ ਲੱਗਦਾ ਕਿ ਉਹ ਸੁਪਨਾ ਪੂਰਾ ਹੋਊਗਾ। ਜਦ ਤੁਸੀਂ ਉਹਨੂੰ ਲੈ ਕੇ ਹਰ ਦਿਨ ਇਹ ਸੋਚਦੇ ਹੋ ਕਿ ਮੈਂ ਉਹ ਚੀਜ਼ ਨੂੰ ਪੂਰਾ ਕਰਨਾ ਹੀ ਕਰਨਾ ਹੈ, ਸੋ ਉਹ ਚੀਜ਼ ਫੋਰ ਸ਼ੋਰ ਪੂਰੀ ਹੁੰਦੀ ਹੈ। ਬਿਲਕੁਲ। ਕਿਸੇ ਵੀ ਕੰਮ ਨੂੰ ਤੁਸੀਂ ਆਪਣਾ 100% ਦਿੰਦੇ ਹੋ ਤਾਂ ਮੈਨੂੰ ਲੱਗਦਾ ਹੁੰਦਾ ਹੀ ਹੁੰਦਾ। ਜੇ ਤੁਹਾਡੇ 'ਚ ਮੈਨੂੰ ਲੱਗਦਾ ਹੁੰਦਾ ਕਿ 1% ਵੀ ਕਮੀ ਹੈ ਨਾ ਤਾਂ ਉੱਥੇ ਕਮੀ ਕੋਈ ਰਹਿ ਹੀ ਜਾਂਦੀ ਆ, ਫਿਰ ਅਸੀਂ ਕਿਸੇ ਨੂੰ ਦੋਸ਼ ਨਹੀਂ ਦੇ ਸਕਦੇ। ਮੈਨੂੰ ਲੱਗਦਾ ਕਿ ਪਹਿਲਾਂ ਤਾਂ ਸਾਨੂੰ ਐਕਸੈਪਟ ਕਰਨਾ ਬਹੁਤ ਜ਼ਰੂਰੀ ਹੈ ਕਿ ਸਾਡੇ 'ਚ ਇਹ ਕਮੀ ਹੈ। ਜੇ ਕਮੀ ਹੈ ਤਾਂ ਉਹਨੂੰ ਦੂਰ ਕਰਨਾ ਬਹੁਤ ਜ਼ਰੂਰੀ ਹੈ। ਪਹਿਲਾਂ ਸਾਨੂੰ ਮੰਨਣਾ ਬਹੁਤ ਜ਼ਰੂਰੀ ਹੈ ਕਿ ਅੱਛਾ ਸਾਡੇ 'ਚ ਇਹ ਕਮੀਆਂ ਨੇ, ਅੱਛਾ ਇਹ ਕਮੀਆਂ ਨੇ ਅਤੇ ਇਹਨੂੰ ਦੂਰ ਕਿਵੇਂ ਕਰਨਾ, ਸੋ ਉਹ ਮੰਨਣਾ ਬਹੁਤ ਜ਼ਰੂਰੀ ਹੈ। ਬਿਲਕੁਲ। ਸਾਵਨ, ਤੁਸੀਂ ਪੋਲੀਵੁੱਡ 'ਚ ਕੰਮ ਕੀਤਾ ਹੈ, ਬਾਲੀਵੁੱਡ 'ਚ ਵੀ ਕੀਤਾ ਹੈ ਨਾ, ਅਤੇ ਇਹਦੇ ਕੁਛ ਡਿਫਰੈਂਸਿਸ ਹੈਗੇ ਆ, ਕੁਛ ਸਟਾਈਲ ਵੱਖਰਾ ਹੈਗਾ ਉਹਨਾਂ ਦਾ ਕੰਮ ਕਰਨ ਦਾ ਆਪਣੇ ਨਾਲੋਂ ਜਾਂ? ਹਾਂਜੀ, ਸਾਡੀ ਪੰਜਾਬੀ ਇੰਡਸਟਰੀ ਨੂੰ ਹਾਲੇ ਬਹੁਤ ਲੰਬਾ ਟਾਈਮ ਨਹੀਂ ਹੋਇਆ ਸਟਾਰਟ ਹੋਏ ਨੂੰ, ਬਟ ਅੱਜ ਦੇ ਟਾਈਮ 'ਤੇ ਸਾਡੀ ਪੰਜਾਬੀ ਇੰਡਸਟਰੀ ਬਹੁਤ ਗਰੋ ਕਰ ਰਹੀ ਹੈ। ਬਹੁਤ ਹੀ ਵਧੀਆ ਫਰੈਸ਼ ਟੈਲੈਂਟ ਆ ਰਿਹਾ ਐਜ਼ ਇਨ ਡਾਇਰੈਕਟਰਸ, ਐਜ਼ ਇਨ ਐਕਟਰਸ, ਰਾਈਟਰਸ, ਬੜੇ ਵਧੀਆ ਕਨਸੈਪਟਸ ਆ ਰਹੇ ਆ ਔਰ ਸਾਰੇ ਇਸ ਚੀਜ਼ ਨੂੰ ਐਪਰੀਸ਼ੀਏਟ ਵੀ ਕਰ ਰਹੇ ਆ। ਬਾਲੀਵੁੱਡ ਨੂੰ ਕਾਫੀ ਲੰਬਾ ਟਾਈਮ ਹੋ ਗਿਆ, ਸੋ ਐਕਸਪੀਰੀਅੰਸ ਵਾਈਜ਼ ਬਾਲੀਵੁੱਡ ਆਫਕੋਰਸ ਸਾਡੇ ਤੋਂ ਅੱਗੇ ਆ। ਸੋ ਮਤਲਬ ਸ਼ੂਟ 'ਤੇ ਮੈਨੂੰ ਬਹੁਤ ਵਧੀਆ ਐਕਸਪੀਰੀਅੰਸ ਮਿਲਿਆ। ਬਹੁਤ ਆਰਾਮ ਨਾਲ ਕੰਮ ਕਰਦੇ ਆ, ਦਿਨ 'ਚ ਇੱਕ ਹਾਰਡਲੀ ਇੱਕ ਜਾਂ ਦੋ ਮਸਾਂ ਇੱਕ ਸ਼ਾਇਦ ਸੀਨ ਕਰਦੇ ਆ। ਸੋ ਪਹਿਲਾਂ ਉਹਦੀ ਰਿਹਰਸਲ ਹੁੰਦੀ ਆ, ਪ੍ਰੋਪਰ ਬਲੋਕਿੰਗਸ ਹੁੰਦੀਆਂ। ਦੈਨ ਕਈ ਵਾਰੀ ਇੱਦਾਂ ਮਤਲਬ ਜਦੋਂ ਮੇਰਾ ਫਸਟ ਡੇ ਸੀਗਾ, ਫਸਟ ਸੈਕਿੰਡ ਡੇ ਸੀ, ਜਦੋਂ ਮੈਨੂੰ ਹਾਲੇ ਇੰਨਾ ਸਮਝ ਨਹੀਂ ਆ ਰਿਹਾ ਸੀ ਇੱਥੇ ਕਿੱਦਾਂ ਕੰਮ ਕਰਦੇ ਆ, ਅਤੇ ਓਕੇ ਮੈਮ ਰੈਡੀ ਹੈ ਆ ਜਾਓ ਆਪ, ਹੈ ਨਾ। ਤੋ ਸਾਨੂੰ ਇਹ ਵੀ ਹੁਣ ਸ਼ਾਟ ਦੇਣਾ ਸੀ, ਹੈ ਨਾ, ਡਾਇਲੋਗ ਬੋਲਣਾ, ਉਹ ਰੈਡੀ ਬਲੋਕਿੰਗਸ ਲਈ ਆ, ਉਹ ਰੈਡੀ ਸਾਰਿਆਂ ਨੂੰ ਉਹ ਮਤਲਬ ਉਸ ਚੀਜ਼ ਲਈ ਪ੍ਰੀਪੇਅਰ ਕਰਨ ਲਈ ਆ। ਸੋ ਚੀਜ਼ ਨੂੰ ਆਰਾਮ ਨਾਲ ਡਿਟੇਲਿੰਗ 'ਚ ਕੰਮ ਕਰਦੇ ਆ ਕਾਫੀ ਜ਼ਿਆਦਾ, ਔਰ ਜੋ ਕਿ ਚੰਗੀ ਚੀਜ਼ ਆ। ਹਾਂ, ਚੰਗੀ ਚੀਜ਼, ਕੁਛ ਤਾਂ ਅਲੱਗ ਹੈ ਸਾਡਾ ਉਹਨਾਂ ਨਾਲ। ਹਾਂਜੀ, ਕਿਉਂਕਿ ਪ੍ਰੋਪਰ ਐਕਟਰਸ ਵੀ ਆਪਣੇ ਕਰੈਕਟਰ 'ਤੇ ਕੰਮ ਕਰਨ ਲਈ ਪ੍ਰੋਪਰ ਟਾਈਮ ਦਿੰਦੇ ਆ, ਸਕ੍ਰਿਪਟ ਰੀਡਿੰਗ ਹੁੰਦੀ ਆ, ਪ੍ਰੋਪਰ ਉਸ ਚੀਜ਼ 'ਤੇ ਵਰਕ ਹੁੰਦਾ ਹੈ। ਸੋ ਇਹ ਚੀਜ਼ ਸੋਹਣੀ ਚੀਜ਼ ਆ, ਇਹ ਕਈ ਫਿਲਮਾਂ 'ਚ ਹੁੰਦੀ ਵੀ ਆ। ਸੋ ਮੈਨੂੰ ਇਹ ਲੱਗਦਾ ਕਿ ਇਹ ਚੀਜ਼ ਹੋਣੀ ਚਾਹੀਦੀ ਹੈ। ਹਰ ਪ੍ਰੋਫੈਸ਼ਨ 'ਚ ਦੇਖਿਆ ਜਾਵੇ ਚੰਗੇ ਮਾੜੇ ਲੋਕ ਹੁੰਦੇ ਹੀ ਹਾਂਜੀ ਹੈ ਨਾ, ਤਾਂ ਤੁਹਾਨੂੰ ਕੀ ਲੱਗਦਾ ਕਿ ਆਪਣੇ ਪ੍ਰੋਫੈਸ਼ਨ 'ਚ ਜਾਂ ਕਿਤੇ ਵੀ, ਅਸੀਂ ਸਾਰੀਆਂ ਕੁੜੀਆਂ ਦੀ ਗੱਲ ਕਰਾਂਗੇ ਆਪਣੇ ਪ੍ਰੋਫੈਸ਼ਨ ਦੀ, ਮੈਨੂੰ ਤਾਂ ਲੱਗਦਾ ਹੁੰਦਾ ਸਾਡਾ ਪ੍ਰੋਫੈਸ਼ਨ ਜਿਹੜਾ ਉਹ ਸਭ ਤੋਂ ਬੈਸਟ ਹੈ। ਅਸੀਂ ਬੜਾ ਸਾਰੇ ਰਲ ਮਿਲ ਕੇ ਰਹਿੰਦੇ ਹਾਂ। ਸੋ ਤੁਹਾਨੂੰ ਕੀ ਲੱਗਦਾ ਕਿ ਕੁੜੀਆਂ ਨੂੰ ਜ਼ਿਆਦਾ ਪ੍ਰੋਬਲਮਸ ਫੇਸ ਕਰਨੀਆਂ ਪੈਂਦੀਆਂ ਕਿਸੇ ਵੀ ਪ੍ਰੋਫੈਸ਼ਨ 'ਚ? ਪ੍ਰੋਬਲਮਸ ਮੈਨੂੰ ਲੱਗਦਾ ਕਿ ਇਕੱਲੀ ਕੁੜੀਆਂ ਨੂੰ ਨਹੀਂ, ਸਭ ਨੂੰ ਪ੍ਰੋਬਲਮਸ ਫੇਸ ਕਰਨੀਆਂ ਪੈਂਦੀਆਂ। ਸਿਰਫ ਕੋਈ ਇੱਕ ਸਪੈਸੀਫਿਕ ਕੈਟਾਗਰੀ ਨਹੀਂ ਹੈ ਕਿ ਜਿਹਦੇ ਕਰਕੇ ਸਿਰਫ ਉਹੀ ਪ੍ਰੋਬਲਮ ਹੀ ਕਾਰਨ ਆ ਕਿ ਜਿਹਦੇ ਕਰਕੇ ਕੋਈ ਤੁਸੀਂ ਕੁਝ ਚੀਜ਼ ਅਪਰੋਚ ਨਹੀਂ ਕਰ ਪਾਉਂਦੇ। ਮੈਨੂੰ ਇਹ ਲੱਗਦਾ ਕਿ ਬਹੁਤ ਤਰ੍ਹਾਂ ਦੀਆਂ ਪ੍ਰੋਬਲਮਸ ਹੁੰਦੀਆਂ ਨੇ, ਔਰ ਸਿਰਫ ਕੁੜੀਆਂ ਨੂੰ ਨਹੀਂ, ਉਹ ਹਰ ਮਤਲਬ ਉਹ ਮੇਲਸ ਨੂੰ ਵੀ ਉਹ ਪ੍ਰੋਬਲਮਸ ਆਉਂਦੀਆਂ ਨੇ। ਮੇਲਸ ਵੀ ਸਟਰਗਲ ਕਰਦੇ ਨੇ, ਸਿਰਫ ਕੁੜੀਆਂ ਸਟਰਗਲ ਨਹੀਂ ਕਰਦੀਆਂ। ਮੈਂ ਸਿਰਫ ਕੁੜੀਆਂ ਦੀ ਪੱਖ ਨਹੀਂ ਲਊਂਗੀ, ਮੈਂ ਮੁੰਡਿਆਂ ਨੂੰ ਵੀ ਕਹੂੰਗੀ ਕਿ ਮੁੰਡੇ ਵੀ ਬਹੁਤ ਹੀ ਪੜ੍ਹੇ ਲਿਖੇ, ਥੀਏਟਰ ਕੀਤਾ ਹੋਇਆ ਉਹਨਾਂ ਨੇ, ਹੈ ਨਾ, ਅਤੇ ਐਕਟਿੰਗ ਸਿੱਖੀ ਹੋਈ ਹੈ, ਜੋ ਕਿ ਅੱਜ ਵੀ ਜਿਨ੍ਹਾਂ ਨੂੰ ਇੰਨਾ ਪ੍ਰੋਪਰ ਕੰਮ ਨਹੀਂ ਮਿਲ ਪਾ ਰਿਹਾ।
ਸੋ ਮੈਨੂੰ ਇਹ ਲੱਗਦਾ ਕਿ ਸਾਡੀ ਇੰਡਸਟਰੀ ਨੂੰ ਇਸ ਚੀਜ਼ ਨੂੰ ਲੈ ਕੇ ਥੋੜ੍ਹਾ ਜਿਹਾ ਗੌਰ ਕਰਨਾ ਚਾਹੀਦਾ ਹੈ ਕਿ ਨਵਾਂ ਫਰੈਸ਼ ਟੈਲੈਂਟ ਦੇ ਵੱਲ ਧਿਆਨ ਦੇਣਾ ਚਾਹੀਦਾ ਆ ਕਿ ਨਵਾਂ ਫਰੈਸ਼ ਟੈਲੈਂਟ ਸਾਨੂੰ ਕਿੱਥੋਂ ਮਿਲ ਸਕਦਾ ਸਾਡੀ, ਤਾਂ ਕਿ ਇੰਡਸਟਰੀ, ਸਾਡੇ ਲੋਕ, ਸਾਡੀ ਇੰਡਸਟਰੀ ਹੋਰ ਵੱਡੀ ਹੋ ਸਕੇ। ਸੋ ਉਸ ਚੀਜ਼ ਵੱਲ ਧਿਆਨ ਦੇਣਾ ਚਾਹੀਦਾ। ਮੈਨੂੰ ਲੱਗਦਾ ਕਿ ਇਹੀ ਵੱਡਾ ਕਾਰਨ ਆ ਕਿ ਧਿਆਨ ਨਹੀਂ ਦੇ ਰਹੇ ਜਿਹੜੇ ਨਵੇਂ ਟੈਲੈਂਟ ਬਾਰੇ, ਮਤਲਬ ਨਵੇਂ ਫਰੈਸ਼ ਟੈਲੈਂਟ ਬਾਰੇ। ਵੈਸੇ ਵੀ ਜਿਹੜੀਆਂ ਕੁੜੀਆਂ ਕਹਿ ਦਿੰਦੀਆਂ ਜਾਂ ਕੁਝ ਵੀ, ਮੈਨੂੰ ਇਹ ਲੱਗਦਾ ਹੈ ਕਿ ਹਾਂਜੀ। 70% ਤੁਹਾਡੀ ਮਰਜ਼ੀ ਤੋਂ ਬਿਨਾ ਕੋਈ ਤੁਹਾਡਾ ਸ਼ੋਸ਼ਣ ਨਹੀਂ ਕਰ ਸਕਦਾ। ਬਿਲਕੁਲ ਨਹੀਂ ਕਰ ਸਕਦਾ, ਚਾਹੇ ਉਹ ਘਰੇਲੂ, ਚਾਹੇ ਉਹ ਕੁਛ ਵੀ। ਜਿੱਥੇ ਤੁਸੀਂ ਆਪਦੀ ਹਿੰਮਤ ਹਾਰ ਜਾਂਦੇ ਹੋ ਉੱਥੇ ਤੁਹਾਡਾ ਸ਼ੋਸ਼ਣ ਹੁੰਦਾ ਹੈ। ਹਿੰਮਤ ਹਾਰ ਜਾਂਦੇ ਹੋ। ਨਾਲੇ ਤੁਹਾਨੂੰ ਜੇ ਲੱਗਦਾ ਹੈ, ਮਤਲਬ ਤੁਸੀਂ ਸਿੱਖ ਕੇ ਆਏ ਹੋ, ਤੁਸੀਂ ਜਾਂ ਐਕਟਰੈਸ ਬਣਨਾ ਹੈ, ਤੁਸੀਂ ਇੰਡਸਟਰੀ 'ਚ ਆਉਣਾ, ਤੁਸੀਂ ਸਿੰਗਰ ਬਣਨਾ, ਤੁਹਾਡੇ 'ਚ ਟੈਲੈਂਟ ਆ, ਤੁਹਾਨੂੰ ਕੋਈ ਨਹੀਂ ਰੋਕ ਸਕਦਾ। ਤੁਹਾਨੂੰ ਲੱਭ ਹੀ ਲੈਣਾ, ਕਿਸੇ ਨਾ ਕਿਸੇ ਨੇ ਕਿਤੋਂ ਵੀ ਲੱਭ ਲੈਣਾ, ਤੁਸੀਂ ਬਸ ਮਿਹਨਤ ਕਰਦੇ ਰਹੋ। ਸੋ ਮੈਨੂੰ ਲੱਗਦਾ ਜਿਹਦੇ ਕੋਲ ਟੈਲੈਂਟ ਆ ਉਹਨੂੰ ਕਿਸੇ ਵੀ ਤਰ੍ਹਾਂ ਦਾ ਕੰਪਰੋਮਾਈਜ਼ ਕਰਨ ਦੀ ਲੋੜ ਨਹੀਂ ਹੈ। ਬਿਲਕੁਲ ਬਿਲਕੁਲ। ਪਰਮਾਤਮਾ ਨਾ ਕਰੇ ਉਹੀ, ਜਿਵੇਂ ਮੈਂ ਕਿਹਾ 70% ਤੁਹਾਡੇ ਆਪਣੇ ਆਪ ਤੇ ਆ, 30% ਹਾਦਸੇ ਹੋ ਜਾਂਦੇ ਆ। ਪਰਮਾਤਮਾ ਨਾ ਕਰੇ ਉਹ ਹਾਦਸਾ ਕਿਸੇ ਨਾਲ ਵੀ ਹੋਵੇ, ਔਰ ਉਹ ਹਾਦਸਾ ਕਿਸੇ ਨਾਲ ਵੀ ਹੋ ਸਕਦਾ, ਮੇਲ ਫੀਮੇਲ ਕਿਸੇ ਨਾਲ ਵੀ ਹੋ ਸਕਦਾ ਹੈ। ਬਾਕੀ ਮੈਨੂੰ ਇਹ ਲੱਗਦਾ ਹੁੰਦਾ ਸਮਨ ਕਿ ਸਹੀ ਗਲਤ ਜਿਹੜਾ ਹੈ ਨਾ, ਉਹਦੀ ਚੀਜ਼ ਇਹ ਆ ਕਿ ਗਲਤ ਉਦੋਂ ਅਸੀਂ ਜਦੋਂ ਸਾਨੂੰ ਪਤਾ ਲੱਗ ਰਿਹਾ ਗਲਤ ਹੋ ਰਿਹਾ ਹੈ ਨਾ, ਤੇ ਅਸੀਂ ਫਿਰ ਵੀ ਉਸ ਚੀਜ਼ ਦਾ ਸਾਥ ਦਿੰਦੇ ਹਾਂ। ਈਵਨ ਕਿਸੇ ਨਾਲ ਵੀ ਗਲਤ ਹੋ ਰਿਹਾ ਤਾਂ ਅਸੀਂ ਉਹਦਾ ਸਾਥ ਦਿੰਦੇ ਹਾਂ। ਮੈਨੂੰ ਲੱਗਦਾ ਉੱਥੇ ਅਸੀਂ ਗਲਤ ਹਾਂ। ਬਿਲਕੁਲ। ਜਿੱਥੇ ਸਾਨੂੰ ਪਤਾ ਹੈ ਕਿ ਅਸੀਂ ਗਲਤ ਹਾਂ, ਅਸੀਂ ਜਾਣਬੁੱਝ ਕੇ ਗਲਤ ਹੋ ਰਹੇ ਹਾਂ, ਉਹ ਤਾਂ ਅਫਕੋਰਸ ਉਹ ਗਲਤ ਆ। ਮੈਨੂੰ ਲੱਗਦਾ ਕਿ ਉਸ ਚੀਜ਼ ਨੂੰ ਆਪਾਂ ਸੋਲਵ ਕੀਤਾ ਜਾ ਸਕਦਾ ਬੜੇ ਆਰਾਮ ਨਾਲ। ਮਤਲਬ ਕੁਝ ਚੀਜ਼ਾਂ ਹੁੰਦੀਆਂ ਨਾ ਕਿ ਅਸੀਂ ਸੋਚਦੇ ਹਾਂ ਦੱਬੀਆਂ ਤੇ ਦੱਬੀਆਂ ਰਹਿਣ ਦਿਓ ਯਾਰ, ਸਾਡਾ ਤਾਂ ਫਾਇਦਾ ਹੋ ਰਿਹਾ ਨਾ। ਮੈਨੂੰ ਲੱਗਦਾ ਕਿ ਉਸ ਚੀਜ਼ ਤੋਂ ਸਾਨੂੰ ਬਾਹਰ ਨਿਕਲ ਕੇ ਆਉਣਾ ਚਾਹੀਦਾ ਤਾਂ ਕਿ ਸਾਡੀ ਜਿਹੜੀ ਗਾਂ ਜਨਰੇਸ਼ਨ ਆ ਰਹੀ ਹੈ ਉਹਨਾਂ ਨੂੰ ਸਾਡੇ ਤੋਂ ਫਾਇਦਾ ਹੋ ਸਕੇ। ਬਿਲਕੁਲ। ਸਾਨੂੰ ਦੇਖ ਕੇ ਹੋਰ ਵੀ ਫਿਰ ਅੱਗੇ ਸਮਾਂ ਬਦਲਦਾ ਰਹਿੰਦਾ ਹੈ ਫਿਰ। ਬਿਲਕੁਲ। ਹਾਂ। ਤੁਸੀਂ ਸੀਰੀਜ਼ ਵੀ ਕੀਤੀ ਹੈ ਸ਼ਾਹੀ ਮਾਜ਼ਰਾ। ਹਾਂਜੀ। ਉਹ ਹੋ ਗਈ ਹੈ ਕੰਪਲੀਟ? ਹਾਂਜੀ, ਉਹ ਕੰਪਲੀਟ ਹੋ ਗਈ ਹੈ। ਉਹਦੇ 'ਚ ਕੀ ਰੋਲ ਹੈ ਤੁਹਾਡਾ? ਐਕਚੁਅਲੀ ਉਹਦੇ 'ਚ ਮੈਂ ਉਹਦੇ ਲਈ ਬਹੁਤ ਐਕਸਾਈਟਿਡ ਆ ਕਿਉਂਕਿ ਆਲਮੋਸਟ 1 ਸਾਲ ਲੱਗ ਗਿਆ ਉਹਨੂੰ ਸ਼ੂਟ ਹੁੰਦੇ ਨੂੰ, ਉਹਦੀ ਡਬਿੰਗ, ਕਿਉਂਕਿ ਸੀਰੀਜ਼ ਆ 6-7 ਐਪੀਸੋਡਸ ਹੁੰਦੇ ਆ। ਸੋ ਜ਼ਿਆਦਾ ਵੱਡਾ ਤਾਮਝਾਮ ਹੁੰਦਾ ਉਹਦਾ। ਸੋ ਉਹਦੇ 'ਚ SHO ਦਾ ਕਰੈਕਟਰ ਕਰ ਰਹੀ ਹਾਂ ਮੈਂ। ਸੋ ਮੇਰੇ ਲਈ ਮਤਲਬ ਮੇਰੇ ਲਈ ਉਹ ਗੁੱਡ ਚੀਜ਼ ਆ ਕਿ ਮੈਂ ਕੁਛ ਡਿਫਰੈਂਟ ਕਰ ਰਹੀ ਹਾਂ। ਸੋ ਮੈਂ ਉਹਦੇ 'ਤੇ ਕਾਫੀ ਵਰਕ ਕੀਤਾ। ਸੋ ਆਈ ਹੋਪ ਕਿ ਆਡੀਅנס ਜਦ ਦੇਖੇਗੀ, ਤੁਸੀਂ ਦੇਖੋਗੇ, ਤੁਸੀਂ ਉਸ ਚੀਜ਼ ਨੂੰ ਦੇਖ ਕੇ ਮੈਨੂੰ ਜ਼ਰੂਰ ਦੱਸਿਓ ਤੁਹਾਨੂੰ ਕਿਵੇਂ ਲੱਗਿਆ ਉਹ। ਸੋ ਮੇਰੇ ਲਈ ਬਹੁਤ ਸਪੈਸ਼ਲ ਆ। ਵੈਸੇ ਨਾ ਤੁਹਾਨੂੰ ਅੱਗੇ ਵੀ ਕਿਸੇ ਨੇ ਕੰਪਲੀਮੈਂਟ ਦਿੱਤਾ ਹੈ ਤੇ ਮੇਰੇ ਤੋਂ ਵੀ ਕਹਿ ਬਿਨਾਂ ਨਹੀਂ ਰਿਹਾ ਜਾ ਰਿਹਾ ਕਿ ਤੁਹਾਡਾ ਨਾ ਫੇਸ, ਤੁਹਾਡਾ ਬੋਡੀ ਸਟਰਕਚਰ ਇੱਦਾਂ ਹੈ ਕਿ ਤੁਸੀਂ ਕਿਸੇ ਵੀ ਰੋਲ 'ਚ ਫਿੱਟ ਹੋ ਜਾਂਦੇ ਹੋ। ਮਤਲਬ ਮੈਨੂੰ ਲੱਗਦਾ ਕਿ ਜੇ ਪੁਲਿਸ ਵਾਲੇ ਬਣੋਗੇ ਤਾਂ ਉਹਦੇ 'ਚ ਵੀ ਬਹੁਤ ਵਧੀਆ, ਇੱਕ ਪਲੇਅਰ ਬਣੇ ਸੀ ਉਹ ਵੀ, ਇੱਕ ਪ੍ਰੇਮਿਕਾ ਬਣੋ ਉਹ ਵੀ ਬਹੁਤ ਵਧੀਆ, ਸਿਸਟਰ ਦਾ ਰੋਲ ਕੀਤਾ ਉਹ ਵੀ, ਪਤਾ ਨਹੀਂ ਤੁਸੀਂ ਇੱਦਾਂ ਹੀ ਹੋ ਕੇ ਹਰ ਜਗ੍ਹਾ। ਥੈਂਕ ਯੂ ਸੋ ਮਚ। ਐਕਚੁਅਲੀ ਆਈ ਐਮ ਬਲੈਸਡ। ਤੁਹਾਡੇ ਤੋਂ ਪਹਿਲਾਂ ਮੈਨੂੰ ਵਿਜੇ ਕੁਮਾਰ ਅਰੋੜਾ ਸਰ ਨੇ, ਜੋ ਸਾਡੇ ਹਰਜੀਤਾ ਦੇ ਡਾਇਰੈਕਟਰ ਸੀਗੇ ਅਤੇ ਬਾਲੀਵੁੱਡ 'ਚੋਂ ਐਜ਼ ਐਨ DOP ਜਾਣੇ ਜਾਂਦੇ ਨੇ। ਸੋ ਉਹਨਾਂ ਨੇ ਮੇਰੀ ਫਸਟ ਮੀਟਿੰਗ 'ਤੇ ਹੀ ਉਹਨਾਂ ਨੇ ਮੈਨੂੰ ਇੱਕ ਸੇਮ कॉम्प्लीमेंट सेम तरीके नाल किया सीगा कि सावन, ये मैं आपको कॉम्प्लीमेंट दे रहा हूँ कि आप किसी भी किरदार में, चाहे वो प्रेमिका हो, चाहे कुछ भी हो, उसमें बिल्कुल फिट हो जाती हैं क्योंकि आप पे फेद किया जा सकता है, आप पे यकीन किया जा सकता है। मैं उदों मैनू इन्ना नहीं पता लगता सीगा कि पता नहीं मतलब किद्दां किस तरीके नाल सर कह रहे इस चीज़ नू, बट अज समझ आती और अज तुसीं अज उस चीज़ नू रिपीट किया तो थैंक यू सो मच। सच्ची लग्या मैनू सच्ची लग्या। थैंक यू सो मच। अच्छा सावन, जिद्दां वैब सीरीज़ ਦਾ ਯੁੱਗ ਚੱਲ ਰਿਹਾ ਹੈ, ਮੈਂ ਇਹ ਕਹਿ ਰਹੀ ਹਾਂ, ਇਹਦਾ ਕੋਈ ਫਿਲਮਾਂ ਤੇ ਅਸਰ ਤਾਂ ਨਹੀਂ ਹੋਏਗਾ? ਹਾਂਜੀ ਬਿਲਕੁਲ। ਮਤਲਬ ਮੈਨੂੰ ਇਹ ਲੱਗਦਾ ਹੈ ਕਿ ਪੰਜਾਬੀ ਇੰਡਸਟਰੀ ਨੂੰ ਫਾਇਦਾ ਹੀ ਆ ਵੈਬ ਸੀਰੀਜ਼ ਦਾ, ਕਿਉਂਕਿ ਸਾਡਾ ਇੱਕੋ ਤਰ੍ਹਾਂ ਦਾ ਸਿਨੇਮਾ ਹਾਲੇ ਤੱਕ ਲੋਕਾਂ ਤੱਕ ਪਹੁੰਚਿਆ ਹੈ ਕਿ ਫਿਲਮਾਂ ਹੀ ਹੋ ਰਹੀਆਂ ਅਤੇ ਅਸੀਂ ਨੈਟਫਲਿਕਸ 'ਤੇ ਜਾ ਕੇ ਬਾਲੀਵੁੱਡ ਦੀਆਂ ਫਿਲਮਾਂ ਦੇਖਦੇ ਹਾਂ ਜਾਂ ਹਾਲੀਵੁੱਡ ਦੀਆਂ ਫਿਲਮਾਂ ਦੇਖਦੇ ਹਾਂ ਜਾਂ ਅਦਰ ਨੇਸ਼ਨ ਦੀਆਂ ਦੇਖਦੇ ਹਾਂ। ਸੋ ਮੈਨੂੰ ਇਹ ਲੱਗਦਾ ਹੈ ਕਿ ਆਪਣੀ ਪੰਜਾਬੀ ਇੰਡਸਟਰੀ ਦੇ ਵਿੱਚ ਜੇ ਵੈਬ ਸੀਰੀਜ਼ ਦਾ ਦੌਰ ਆ ਰਿਹਾ, ਸੋ ਬੜੀ ਅੱਛੀ ਗੱਲ ਆ, ਉਹ ਮਾਣ ਵਾਲੀ ਗੱਲ ਆ। ਸੋ ਸਾਡੀ ਇੰਡਸਟਰੀ ਨੂੰ ਸਗੋਂ ਹੋਰ ਅੱਗੇ ਲੈ ਕੇ ਜਾਊਗੀ। ਬਿਲਕੁਲ, ਕੰਮ ਕਰਨ ਦੇ ਮੌਕੇ ਵੱਧਦੇ ਆ ਔਰ ਕਿੰਨੇ ਨਵੇਂ, ਮੈਨੂੰ ਇਹ ਲੱਗ ਰਿਹਾ ਕਿ ਹੋਰ ਨਵੇਂ ਚਿਹਰੇ ਉਹਦੇ ਜ਼ਰੀਏ ਅੱਗੇ ਆ ਰਿਹਾ। ਸੋ ਇਹ ਬੜਾ ਹੀ ਵਧੀਆ ਇੱਕ ਸਟਾਰਟਅਪ ਆ ਵੈਬ ਸੀਰੀਜ਼ ਦਾ ਔਰ ਮੈਨੂੰ ਪੂਰਾ ਯਕੀਨ ਹੈ ਇਹ ਲੰਬਾ ਸਮਾਂ ਚੱਲੇਗਾ। ਬਿਲਕੁਲ। ਤੁਸੀਂ ਕਾਫੀ ਮੂਵੀਜ਼ ਕੀਤੀਆਂ, ਕਿਹੜੇ ਐਕਟਰ ਨਾਲ ਸਭ ਤੋਂ ਵਧੀਆ ਤੁਹਾਨੂੰ ਲੱਗਿਆ ਕੰਮ ਕਰਕੇ? ਐਕਚੁਅਲੀ ਤੁਸੀਂ ਮੈਨੂੰ ਫਸਾਤਾ ਇੱਥੇ। ਮੈਨੂੰ ਐਕਚੁਅਲੀ ਸਾਰਿਆਂ ਨਾਲ ਹੀ ਚੰਗਾ ਲੱਗਿਆ ਕੰਮ ਕਰਕੇ। ਹਰ ਕੋਈ ਆਪਣੀ ਜਗ੍ਹਾ ਬਹੁਤ ਵਧੀਆ ਹੈ। ਹਰ ਕਿਸੇ ਵੀ ਜਿਹੜੇ ਵੀ ਐਕਟਰ ਨਾਲ ਮੈਂ ਕੰਮ ਕੀਤਾ
ਉਹਨਾਂ ਤੋਂ ਹਰ ਕਿਸੇ ਤੋਂ ਮੈਂ ਕੁਛ ਨਾ ਕੁਛ ਸਿੱਖਿਆ ਹੈ। ਬਟ ਜੇ ਤੁਸੀਂ ਇੱਕ ਚੁਣਨਾ ਕਹੋਗੇ ਤਾਂ ਮੈਂ ਆਯੁਸ਼ਮਾਨ ਦਾ ਨਾਮ ਲਵਾਂਗੀ, ਕਿਉਂਕਿ ਆਯੁਸ਼ਮਾਨ ਇੱਕ ਮੇਰੇ ਲਈ ਡਿਫਰੈਂਟ ਬਾਲੀਵੁੱਡ ਤੋਂ ਇੱਕ ਐਕਟਰ ਸੀਗੇ, ਔਰ ਉਹਨਾਂ ਨਾਲ ਮਤਲਬ ਮੈਂ ਉਹਨਾਂ ਤੋਂ ਇਸ ਕਰਕੇ ਬਹੁਤ ਕੁਝ ਸਿੱਖਿਆ, ਕਿਉਂਕਿ ਉਹਨਾਂ ਨੂੰ ਚਾਹੇ ਉਹ ਐਕਟਰੈਸ ਆ, ਚਾਹੇ ਸਾਈਡ ਐਕਟਰੈਸ ਆ, ਚਾਹੇ ਕੋਈ ਵੀ ਕੈਟਾਗਰੀ ਦਾ ਪਰਸਨ ਆ, ਉਹ ਹਰ ਇੱਕ ਦੇ ਨਾਲ ਇੰਨੇ ਹੰਬਲ ਨੇ, ਇੰਨੇ ਸਵੀਟ ਨੇ, ਉਹਨਾਂ ਦਾ ਨੇਚਰ ਇੰਨਾ ਚੰਗਾ ਆ ਕਿ ਤੁਹਾਡਾ ਜੀ ਕਰਦਾ ਕਿ ਉਹੋ ਜਿਹੇ ਬਣ ਜਾਈਏ। ਸੋ ਉਹ ਬਹੁਤ ਹੀ ਪਿਆਰਾ ਲੱਗਿਆ, ਉਹਨਾਂ ਦਾ ਕੰਮ ਕਰਨ ਦਾ ਤਰੀਕਾ ਬਹੁਤ ਪਿਆਰਾ ਆ। ਸੋ ਮੈਨੂੰ ਉਹਨਾਂ ਤੋਂ ਕਾਫੀ ਕੁਝ ਸਿੱਖੀ ਮੈਂ, ਤੇ ਮੈਨੂੰ ਵਧੀਆ ਲੱਗਿਆ ਉਹਨਾਂ ਨਾਲ ਕੰਮ ਕਰਕੇ, ਬਹੁਤ ਕੰਫਰਟ ਜ਼ੋਨ, ਵੈਰੀ ਨਾਈਸ। ਫਿਰ ਵੀ ਮੈਂ ਪੰਜਾਬੀ ਇੰਡਸਟਰੀ 'ਚ ਵੀ ਪੁੱਛੂੰਗੀ। ਆਲ ਰਾਈਟ, ਐਜ਼ ਐਨ ਐਕਟਰੈਸ, ਐਜ਼ ਐਨ ਕੋ ਐਕਟਰ ਵੀ ਅਗਰ ਮੈਂ ਗੱਲ ਕਰਾਂ ਤੇ ਮੈਨੂੰ ਕਰਤਾਰ ਚੀਮਾ ਸਰ ਨਾਲ ਕੰਮ ਕਰਕੇ ਬਹੁਤ ਅੱਛਾ ਲੱਗਿਆ, ਤੇ ਉਹ ਬਹੁਤ ਹੀ ਜ਼ਿਆਦਾ ਕੰਫਰਟੇਬਲ ਕਰਦੇ ਨੇ, ਈਵਨ ਕਿ ਹੀ ਇਜ਼ ਗੁੱਡ, ਤੇ ਮੈਨੂੰ ਵਧੀਆ ਲੱਗਿਆ ਉਹਨਾਂ ਨਾਲ ਕੰਮ ਕਰਕੇ, ਬਹੁਤ ਵਧੀਆ। ਨਹੀਂ, ਅਕਸਰ ਮੈਂ ਇੰਟਰਵਿਊਜ਼ ਕਰਦੀ ਜਾਂ ਇੰਟਰਵਿਊਜ਼ ਦੇਖਾਂ ਨਾ, ਕੋਈ ਮਤਲਬ ਹਰ ਕੋਈ ਨਾ ਨਾਮ ਲੈਣ ਤੋਂ ਬੜਾ ਕਤਰਾਉਂਦੇ, ਜੇ ਕਿਸੇ ਨੂੰ ਪਸੰਦ ਕਰਦੇ। ਨਹੀਂ, ਮੈਂ ਤੁਹਾਨੂੰ ਦੱਸਿਆ ਨਾ ਕਿ ਹਰ ਜਿਨ੍ਹਾਂ ਨਾਲ ਵੀ ਮੈਂ ਕੰਮ ਕੀਤਾ, ਹਰ ਇੱਕ ਚੋਂ ਕੁਛ ਨਾ ਕੁਛ ਸਿੱਖਿਆ। ਨਹੀਂ, ਬਲਕਿ ਮੈਂ ਤੁਹਾਡੇ ਇੰਟਰਵਿਊਜ਼ ਦੇਖੀਆਂ ਜਾਂ ਜਿੱਥੇ ਵੀ ਤੁਸੀਂ ਬੜਾ ਬਿੰਦਾਸ ਨਾਮ ਲੈਂਦੇ ਹੋ ਕਿ ਹਾਂ, ਜਿੱਦਾਂ ਤੁਸੀਂ ਅਮਰਿੰਦਰ ਗਿੱਲ ਜੀ ਦਾ ਬਹੁਤ ਨਾਮ ਲਿਆ ਜਾਂ ਕੁਛ, ਤੇ ਅਕਸਰ ਜਿਹੜੇ ਹੈਗੇ ਆ ਪੰਜਾਬੀ ਇੰਡਸਟਰੀ ਵਾਲੇ ਆਪਣੇ, ਇਹ ਨਾ ਕਿਸੇ ਦਾ ਨਾਮ ਨਹੀਂ ਲੈਂਦੇ। ਮਤਲਬ ਸਾਨੂੰ ਰਿਐਲਿਟੀ ਦੇ ਲਾਗੇ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਤੁਸੀਂ ਜਿੰਨਾ ਰੀਅਲ ਰਹੋਗੇ ਉਨਾ ਹੀ ਸੱਚੇ ਰਹੋਗੇ, ਔਰ ਲੋਕਾਂ ਨੂੰ ਤੁਸੀਂ ਚੰਗੇ ਲੱਗੋਗੇ। ਸੋ ਜੋ ਮਨ 'ਚ ਆਉਂਦਾ ਹੈ, ਜੋ ਤੁਹਾਨੂੰ ਚੰਗਾ ਲੱਗਦਾ, ਉਹ ਤੁਹਾਨੂੰ ਯੈਸ, ਤੁਹਾਡੀ ਗੱਲ ਵਾਂਗੂ ਕਿ ਬਿੰਦਾਸ ਹੋ ਕੇ ਬੋਲਣਾ ਚਾਹੀਦਾ ਹੈ। ਹਾਂ, ਵੈਸੇ ਤੁਹਾਡਾ ਫੇਵਰੇਟ ਐਕਟਰ ਜੇ ਪੁੱਛੀਏ ਕੌਣ ਆ? ਅਮਰਿੰਦਰ ਗਿੱਲ ਸਰ, ਆਫ ਕੋਰਸ, ਬਹੁਤ ਜ਼ਿਆਦਾ, ਔਰ ਬਹੁਤ ਲੰਬੇ ਟਾਈਮ ਤੋਂ। ਹਾਂ, ਬਸ ਇਹੀ ਸਟਾਈਲ ਨਾ, ਬਿੰਦਾਸ ਹੋ ਕੇ ਕਿਸੇ ਦਾ ਨਾਮ ਲੈਣਾ ਹੈ, ਕੋਈ ਲੈਂਦਾ, ਸਾਰੇ ਨਹੀਂ ਹਾਂਜੀ ਸਾਰੇ ਹੀ ਵਧੀਆ ਹੈ ਜੀ ਇੱਦਾਂ ਕਹਿ ਦਿੰਦੇ। ਨਹੀਂ, ਮੈਂ ਬਹੁਤ ਲੰਬੇ ਟਾਈਮ ਤੋਂ, ਮੈਨੂੰ ਉਹ ਬਹੁਤ ਜ਼ਿਆਦਾ ਪਸੰਦ ਨੇ। ਓਕੇ, ਸਾਵਨ, ਤੁਸੀਂ ਐਕਟਰੈਸ ਨਾ ਹੁੰਦੇ ਹਾਂਜੀ, ਹੁਣ ਤੱਕ ਜਿੱਦਾਂ ਮੰਨ ਲਓ, ਤਾਂ ਫਿਰ ਥੀਏਟਰ ਤਾਂ ਚਲੋ ਸੀ, ਫਿਰ ਹੋਰ ਤੁਸੀਂ ਕੀ ਹੁੰਦੇ, ਕਿ ਵਿਆਹ ਹੋਇਆ ਹੁੰਦਾ ਹੁਣ ਤੱਕ? ਨਹੀਂ, ਮੈਂ ਦੱਸ ਰਹੀ ਹਾਂ ਨਹੀਂ ਮੈਂ ਦੱਸ ਰਹੀ ਹਾਂ ਕਿ ਜੇ ਮੈਂ ਅੱਜ ਐਕਟਰੈਸ ਨਾ ਹੁੰਦੀ ਤੇ ਮੈਂ ਇਹ ਚੀਜ਼ ਸੋਚੀ ਹੋਈ ਸੀਗੀ ਕਿ ਮੈਂ ਥੀਏਟਰ ਹੀ ਕਰਨਾ ਹੈ। ਸੋ ਮੈਨੂੰ ਇਹ ਲੱਗਦਾ ਕਿ ਮੈਂ NSD ਕੀਤੀ ਹੁੰਦੀ, ਤੇ ਜਾਂ ਮੈਂ ਥੀਏਟਰ ਹੀ ਕੁਛ ਅਲੱਗ ਲੈਵਲ ਤੇ ਥੀਏਟਰ ਕਰ ਰਹੀ ਹੁੰਦੀ। ਸੋ ਮੈਂ ਥੀਏਟਰ ਆਰਟਿਸਟ ਹੀ ਹੁੰਦੀ। ਹਾਂ, ਹਾਂਜੀ, ਹੈ ਨਾ। ਹਾਂਜੀ। ਲਾਈਫ ਪਾਰਟਨਰ ਕਿਹੋ ਜਿਹਾ ਚਾਹੁੰਦੇ ਹੋਵੇ? ਲਾਈਫ ਪਾਰਟਨਰ ਬਹੁਤੀਆਂ ਚੀਜ਼ਾਂ ਨਹੀਂ ਚਾਹੀਦੀਆਂ, ਜੋ ਮੈਨੂੰ ਸਮਝੇ, ਮੇਰੇ ਸ਼ੌਂਕ ਨੂੰ ਐਪਰੀਸ਼ੀਏਟ ਕਰੇ, ਔਰ ਤਾਂ ਕਿ ਮਤਲਬ ਇੱਕ ਦੂਜੇ ਦੀ ਅੰਡਰਸਟੈਂਡਿੰਗ ਬਹੁਤ ਮੈਟਰ ਕਰਦੀ ਹੈ। ਚਲੋ ਸੋਹਣਾ ਹੋਣਾ, ਹੋਰ ਚੀਜ਼ਾਂ ਜਿਹੜੀਆਂ ਨੇ ਉਹ ਆਪਣੇ ਆਪ, ਕਈ ਵਾਰੀ ਨਾ ਸਾਨੂੰ ਜਦੋਂ ਬੰਦੇ ਦਾ ਨੇਚਰ ਬਹੁਤ ਚੰਗਾ ਹੁੰਦਾ ਨਾ, ਤੁਹਾਨੂੰ ਸਾਰੀਆਂ ਚੀਜ਼ਾਂ ਸੋਹਣੀਆਂ ਲੱਗਣ ਲੱਗ ਜਾਂਦੀਆਂ। ਉਹਦਾ ਬੋਲਣਾ, ਉਹਦਾ ਦੇਖਣਾ, ਤੁਹਾਨੂੰ ਸਭ ਕੁਝ ਚੰਗਾ ਲੱਗਦਾ ਜੇ ਬੰਦਾ ਖੁਦ ਇਨਸਾਨ ਬਹੁਤ ਚੰਗਾ। ਸੋ ਮੈਨੂੰ ਇਹ ਲੱਗਦਾ ਕਿ ਉਹ ਹਰ ਕਿਸੇ ਦੀ ਰਿਸਪੈਕਟ ਕਰੇ, ਹਰ ਕਿਸੇ ਨੂੰ ਰਿਸਪੈਕਟਫੁਲੀ ਬੁਲਾਵੇ, ਤੇ ਮੇਰੀ ਕਦਰ ਕਰੇ ਔਰ ਮੈਂ ਵੀ ਉਹਨਾਂ ਦੀ ਕਦਰ ਕਰਾਂ। ਬਸ ਇਹੀ ਚਾਹੀਦਾ ਮੈਨੂੰ। ਕੀ ਬਾਤ, ਨੋਟ ਕਰ ਲਓ ਵੀ ਸਾਰੇ। ਓਕੇ, ਤੁਹਾਡੇ ਬਹੁਤ ਸਾਰੇ ਜਿੱਦਾਂ ਚਾਹਣ ਵਾਲੇ ਹੋਣਗੇ, ਲਾਈਕ ਸਰੋਤੇ ਕਹਿ ਸਕਦੇ ਹਾਂ, ਹਾਂਜੀ, ਹੈ ਨਾ, ਤੇ ਬਹੁਤ ਸਾਰੇ ਕੰਪਲੀਮੈਂਟ ਮਿਲਦੇ ਹੋਣਗੇ, ਜਦ ਨੀਚੇ ਕਮੈਂਟਸ ਆਉਂਦੇ ਆ, ਸਭ ਤੋਂ ਸੋਹਣਾ ਹੁਣ ਤੱਕ ਦਾ ਕਿਹੜਾ ਕਮੈਂਟ ਮਿਲਿਆ, ਕੰਪਲੀਮੈਂਟ ਕਹਿ ਸਕਦੇ? ਮੈਨੂੰ ਐਕਚੁਅਲੀ ਤਾਂ ਬਹੁਤ ਆਉਂਦੇ ਨੇ, ਕਈ ਤਾਂ ਉਹ ਵੀ ਮੈਨੂੰ ਬਹੁਤ ਵਧੀਆ ਲੱਗਦਾ ਜਦੋਂ ਕਹਿੰਦੇ ਸਾਡੀ ਮੰਮਾ ਨੂੰ ਤੁਸੀਂ ਬਹੁਤ ਪਸੰਦ ਹੋ, ਸਾਡੀ ਮੰਮਾ ਨੂੰ ਤੁਸੀਂ ਬਹੁਤ ਕਿਊਟ ਲੱਗਦੇ ਹੋ, ਮਤਲਬ ਇੱਦਾਂ ਦੇ ਬਹੁਤ ਮੈਸੇਜਸ ਆਉਂਦੇ ਆ। ਬਟ ਮੈਨੂੰ ਇੱਕ ਵਾਰੀ ਇੱਕ ਮੈਸੇਜ ਆਇਆ ਸੀ, ਮੈਨੂੰ ਭੁੱਲਦਾ ਨਹੀਂ ਆ, ਕਿ ਸਾਡੀ ਬੇਟੀ ਹੋਈ ਆ, ਸੋ ਅਸੀਂ ਚਾਹੁੰਦੇ ਹਾਂ ਕਿ ਉਹ ਤੁਹਾਡੇ ਵਰਗੀ ਬਣੇ। ਸੋ ਇਹ ਮੇਰੇ 'ਤੇ ਬੜੀ ਵੱਡੀ ਰਿਸਪੋਂਸੀਬਿਲਿਟੀ ਸੀਗੀ ਕਿ ਜਦ ਕੋਈ ਇੱਦਾਂ ਚਾਹਵੇ ਕਿ ਸਾਡਾ ਬੱਚਾ ਹੋਇਆ ਤੇ ਉਹ ਕਿਸੇ ਵਰਗਾ ਲੱਗੇ। ਸੋ ਤੁਹਾਡੀ ਆਪਣੇ ਆਪ 'ਚ ਉਹ ਤੁਹਾਡੀ ਅਚੀਵਮੈਂਟ ਆ, ਤੁਹਾਡੀ ਪ੍ਰਾਪਤੀ ਆ। ਸੋ ਉਹ ਮੈਨੂੰ ਬਹੁਤ ਅੱਛਾ ਲੱਗਿਆ। ਓਕੇ, ਤੇ ਜਦੋਂ ਤੁਸੀਂ ਪਹਿਲੀ ਵਾਰੀ ਸਟੇਜ ਤੇ ਪਾਪਾ ਨੇ ਜਦੋਂ ਕਿਹਾ ਸੀ, ਤੁਹਾਨੂੰ ਇੰਟਰੋਡਿਊਸ ਕਰਾਇਆ ਥੀਏਟਰ 'ਚ, ਹੈ ਨਾ, ਕਿ ਇਹ ਆ ਮੇਰੀ ਬੇਟੀ ਸਾਵਨ ਰੂਪੋਵਾਲ, ਹੈ ਨਾ, ਉਦੋਂ ਤੁਹਾਨੂੰ ਕਿੱਦਾਂ ਫੀਲ ਹੋਇਆ? ਇਹ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਤੁਹਾਡੇ ਮੇਰੇ ਪਾਪਾ ਤਾਰੀਫ ਨਹੀਂ ਕਰਦੇ ਮੇਰੀ, ਬਹੁਤ ਘੱਟ। ਮਤਲਬ ਅੱਜ ਵੀ ਸਟਿਲ ਜੇ ਕੋਈ ਮੈਂ ਪ੍ਰੋਜੈਕਟ ਕਰਾਂ ਜਾਂ ਮੈਂ ਕੁਛ ਮੇਰੇ ਲਾਈਫ 'ਚ ਗੁੱਡ ਹੋਇਆ ਹੋਵੇ, ਸੋ ਉਹਨਾਂ ਨੇ ਆ ਨਹੀਂ ਕਹਿਣਾ ਅੱਛਾ ਵਾਓ
ਅੱਛਾ ਕੀ ਬਾਤ ਹੈ, ਮਤਲਬ ਚਾਹੇ ਕੀ ਬਾਤ ਵਾਲੀ ਗੱਲ ਹੋਵੇ ਵੀ ਤਾਂ ਵੀ ਨਹੀਂ ਉਹਨਾਂ ਨੇ ਕਰਨਾ, ਉਹਨਾਂ ਨੇ ਕਹਿਣਾ ਅੱਛਾ ਠੀਕ ਹੈ ਕੋਈ ਗੱਲ ਨਹੀਂ, ਓਕੇ ਗੁੱਡ, ਕੰਮ ਕਰੋ, ਵਧੀਆ ਗੱਲ ਹੈ। ਸੋ ਉਹ ਬੜੀ ਮੂਵਮੈਂਟ ਮੇਰੇ ਲਈ ਗੁੱਡ ਸੀਗਾ ਕਿ ਉਹ ਬੜੇ ਖੁਸ਼ ਹੋ ਕੇ ਉਹਨਾਂ ਨੇ ਅਨਾਉਂਸ ਕੀਤਾ ਸੀਗਾ ਕਿ ਮੇਰੀ ਬੇਟੀ ਸਾਵਨ ਰੂਪੋ ਵਾਲੀ, ਔਰ ਉਸ ਦਿਨ ਮੈਂ ਉਹਨਾਂ ਦੇ ਮੁਤਾਬਿਕ ਅੱਛਾ ਪਰਫਾਰਮ ਕੀਤਾ ਸੀ। ਸੋ ਬੜੀ ਖੂਬਸੂਰਤ ਗੱਲ ਸੀ ਮੇਰੇ ਲਈ, ਮੈਨੂੰ ਕਦੀ ਨਹੀਂ ਭੁੱਲੂਗੀ। ਬਿਲਕੁਲ, ਹਾਂ, ਨਾ ਭੁੱਲਣ ਵਾਲੀ ਗੱਲ ਹੈ ਨਾ। ਪੇਰੈਂਟਸ ਤੋਂ ਸ਼ਾਬਾਸ਼ ਮਿਲਣੀ ਜਿਹੜੀ ਨਾ ਉਹ ਬਹੁਤ ਮਾਇਨੇ ਰੱਖਦੀ ਹੈ, ਬਹੁਤ ਮਾਇਨੇ ਰੱਖਦੀ ਹੈ। ਤੁਹਾਨੂੰ ਕੀ ਲੱਗਦਾ, ਤੁਹਾਨੂੰ ਇੱਕ ਬੜੀ ਈਜ਼ੀ ਜੀ ਲਾਈਫ ਮਿਲੀ ਹੈ? ਲਾਈਕ ਜਿਵੇਂ ਬਹੁਤ ਸਟਰਗਲ ਹੁੰਦਾ ਲਾਈਫ 'ਚ, ਕੁੜੀਆਂ ਮੁੰਡੇ ਜੋ ਵੀ ਆਉਂਦੇ ਆ, ਤਾਂ ਚਲੋ ਪਰਮਾਤਮਾ ਦਾ ਬਹੁਤ ਸ਼ੁਕਰ ਹੈ, ਬਟ ਫਿਰ ਵੀ ਮੈਂ ਪੁੱਛੂੰਗੀ ਕਿ ਤੁਸੀਂ ਇਸ ਚੀਜ਼ ਨੂੰ ਮੰਨਦੇ ਹੋ ਕਿ ਬਚਪਨ ਤੋਂ ਲੈ ਕੇ ਹੁਣ ਤੱਕ ਤੁਹਾਡੀ ਬੜੀ ਈਜ਼ੀ ਲਾਈਫ ਰਹੀ ਹੈ? ਵੈਸੇ ਨਾ ਕਈ ਵਾਰੀ ਬਹੁਤ ਲੋਕ ਇੱਦਾਂ ਸੋਚਦੇ ਹੋਣਗੇ ਜਾਂ ਕਹਿੰਦੇ ਵੀ ਹੋਣਗੇ ਕਿ ਅੱਛਾ ਗ੍ਰੈਜੂਏਸ਼ਨ ਤੋਂ ਬਾਅਦ ਸਿੱਧਾ ਫਿਲਮ ਮਿਲ ਗਈ, ਈਜ਼ੀ ਫਿਲਮ ਮਿਲ ਗਈ। ਸੁਣਨ 'ਚ ਜਾਂ ਦੇਖਣ 'ਚ ਸਿਰਫ ਕਈ ਵਾਰੀ ਆਪਾਂ ਨੂੰ ਨਹੀਂ ਪਤਾ ਹੁੰਦਾ ਕਿ ਉਹਦੇ ਪਿੱਛੇ ਦਾ ਕੀ ਸਟਰਗਲ ਹੁੰਦਾ ਆ। ਮੈਂ ਇਸ ਚੀਜ਼ ਨੂੰ ਸਟਰਗਲ ਦਾ ਨਾਮ ਨਹੀਂ ਦਊਂਗੀ, ਮੈਂ ਮਿਹਨਤ ਦਾ ਨਾਮ ਦਊਂਗੀ ਕਿ ਜੇ ਤੁਸੀਂ ਲੰਬੇ ਟਾਈਮ ਤੋਂ, ਮੈਂ ਇਹ ਤਾਂ ਨਹੀਂ ਸੋਚਿਆ ਸੀ ਨਾ ਕਿ ਮੈਂ ਐਕਟਰੈਸ ਬਣਨਾ ਹੈ, ਇਹ ਮੇਰੀ ਚਲੋ ਮੈਨੂੰ ਕਿਸਮਤ ਨੇ ਮੈਨੂੰ ਦੇਤਾ, ਬਟ ਮੈਂ ਲੰਬਾ ਟਾਈਮ ਥੀਏਟਰ ਨੂੰ ਦਿੱਤਾ, ਮੈਂ ਲੰਬਾ ਟਾਈਮ ਥੀਏਟਰ ਕੀਤਾ। ਸੋ ਉਹ ਇੱਕ ਟਾਈਮ 'ਤੇ ਆ ਕੇ ਕਿਸਮਤ ਨੇ ਮੈਨੂੰ ਉਹ ਐਕਟਰੈਸ ਦੇ ਵਿੱਚ ਐਕਟਰੈਸ ਬਣਾ ਦਿੱਤਾ, ਹੈ ਨਾ। ਸੋ ਮੇਰੇ ਲਈ ਉਹ ਫਾਇਦੇਮੰਦ ਰਿਹਾ, ਬਟ ਉਹਦੇ ਪਿੱਛੇ ਜਿਹੜਾ ਇੰਨੇ ਟਾਈਮ ਤੋਂ ਥੀਏਟਰ ਕਰ ਰਹੀ ਹਾਂ ਉਹ ਚੀਜ਼ ਜਿਹੜੀ ਆ ਉਹ ਵਰਕ ਕੀਤਾ ਆ, ਸੋ ਤਾਂ ਹੀ ਮਿਲਿਆ। ਕੁਛ ਵੀ ਤੁਸੀਂ ਅਗਰ ਕੁਛ ਕਰਨਾ ਲਾਈਫ ਦੇ ਵਿੱਚ, ਉਹ ਤੁਹਾਨੂੰ ਇੱਦਾਂ ਹੀ ਪਰੋਸ ਕੇ ਨਹੀਂ ਮਿਲ ਜਾਂਦਾ, ਉਹਨੂੰ ਟਾਈਮ, ਉਹ ਚੀਜ਼ਾਂ ਟਾਈਮ ਲੈਂਦੀਆਂ, ਉਹ ਚੀਜ਼ਾਂ ਮਿਹਨਤ ਮੰਗਦੀਆਂ, ਚਾਹੇ ਉਹ ਤੁਹਾਨੂੰ ਪਹਿਲਾਂ ਮਿਲ ਜੇ, ਤੁਹਾਨੂੰ ਬਾਅਦ 'ਚ ਤੁਹਾਡਾ ਸਟਰਗਲ ਸ਼ੁਰੂ ਹੁੰਦਾ ਜਾਂ ਪਹਿਲਾਂ ਹੁੰਦਾ। ਸੋ ਅੱਜ ਵੀ ਚਾਹੇ ਕੋਈ ਵੀ, ਮੈਂ ਕਿਸੇ ਵੀ ਮੁਕਾਮ 'ਤੇ, ਮੈਂ ਸਟਿਲ ਆਪਣੇ ਆਪ 'ਤੇ ਵਰਕ ਕਰ ਰਹੀ ਹਾਂ ਅੱਗੇ ਹੋਰ ਗਰੋ ਕਰਨ ਦੀ, ਹੋਰ ਅੱਗੇ ਵਧੀਆ ਪ੍ਰੋਜੈਕਟਸ ਕਰਨ ਦੀ। ਸੋ ਸਟਰਗਲ ਦੇ ਬਹੁਤ ਹੁੰਦੇ ਆ, ਅਲੱਗ-ਅਲੱਗ ਰੂਪ ਹੁੰਦੇ ਆ। ਬਿਲਕੁਲ, ਜ਼ਿੰਦਾ ਦਿਲ ਹੋਣਾ ਮੈਨੂੰ ਲੱਗਦਾ ਬਹੁਤ ਜ਼ਰੂਰੀ ਹੈ। ਉਹ ਤੁਸੀਂ ਹੋ ਜ਼ਿੰਦਾ ਦਿਲ, ਹੈ ਨਾ। ਕਿ ਕਈ ਲੋਕ ਨਾ ਸਾਰਾ ਕੁਝ ਮਿਲ ਕੇ ਵੀ ਰੋਂਦੇ ਹੀ ਰਹਿੰਦੇ, ਆਹ ਨਹੀਂ ਮਿਲਿਆ, ਉਹ ਨਹੀਂ ਮਿਲਿਆ। ਲਾਈਕ ਇੱਕ ਗਲਾਸ ਭਰਿਆ ਹੋਇਆ ਅੱਧਾ, ਤਾਂ ਇੱਕ ਜ਼ਿੰਦਾ ਦਿਲ ਜਿਹੜੀ ਸ਼ਖਸੀਅਤ ਹੋਊਗੀ ਉਹਨੇ ਕਹਿਣਾ ਅੱਧਾ ਭਰਿਆ ਗਲਾਸ, ਔਰ ਜਿਹੜਾ ਰੋਂਦੂ ਉਹਨੇ ਇਹੀ ਕਹਿਣਾ ਕਿ ਯਾਰ ਅੱਧਾ ਖਾਲੀ ਹੋ ਗਿਆ। ਔਰ ਤੁਸੀਂ ਉਹਨਾਂ 'ਚੋਂ ਜਿਹੜੇ ਕਹਿੰਦੇ ਅੱਧਾ ਭਰਿਆ ਗਲਾਸ ਮੇਰੇ ਕੋਲ, ਹੈ ਨਾ। ਹਾਂਜੀ। ਸੋ ਜ਼ਿੰਦਾ ਦਿਲ ਹੀ ਬਹੁਤ ਜ਼ਰੂਰੀ ਹੈ। ਸੋ ਮੈਨੂੰ ਇਹ ਲੱਗਦਾ ਕਿ ਤੁਹਾਨੂੰ ਕਿਤੇ ਵੀ ਆ ਕੇ ਡਾਊਨ ਨਹੀਂ ਹੋਣਾ ਚਾਹੀਦਾ ਕਿ ਯਾਰ ਆਹ ਨਹੀਂ ਮਿਲਿਆ ਮੈਨੂੰ, ਇਹ ਨਹੀਂ ਮਿਲਿਆ। ਜੋ ਮਿਲਿਆ ਆ ਉਹਦੀ ਕਿੰਨੀ ਜ਼ਿਆਦਾ ਐਪਰੀਸ਼ੀਏਸ਼ਨ ਮਿਲ ਰਹੀ ਹੈ, ਤੁਸੀਂ ਉਸ ਚੀਜ਼ ਨੂੰ ਦੇਖੋ ਕਿ ਤੁਹਾਨੂੰ ਕਿੰਨੇ ਲੋਕ ਪਸੰਦ ਕਰਦੇ ਆ। ਅੱਗੇ ਤਾਂ ਚਲੋ ਵਧਣਾ ਹੀ ਆ, ਉਹਦੇ ਲਈ ਮਿਹਨਤ ਕਰੋ, ਬਟ ਜਦੋਂ ਤੁਸੀਂ ਲੋ ਫੀਲ ਕਰਦੇ ਹੋ, ਤੁਸੀਂ ਇਹ ਸੋਚੋ ਕਿ ਤੁਹਾਨੂੰ ਕਿੰਨੇ ਲੋਕ ਪਸੰਦ ਕਰਦੇ ਆ, ਤੁਸੀਂ ਕਿੰਨਾ ਕੁਛ ਅਚੀਵਮੈਂਟ ਆਲਰੇਡੀ ਕਰ ਚੁੱਕੇ ਹੋ। ਸੋ ਇਹ ਚੀਜ਼ਾਂ ਮੈਨੂੰ ਡਾਊਨ ਨਹੀਂ ਹੋਣ ਦਿੰਦੀਆਂ ਕਦੇ ਵੀ। ਵੈਰੀ ਗੁੱਡ, ਬਹੁਤ। ਔਰ ਇੱਦਾਂ ਹੀ ਰਹੋ, ਪਰਮਾਤਮਾ ਕਰੇ ਹਮੇਸ਼ਾ ਹੱਸਦੇ ਵਸਦੇ, ਬਹੁਤ ਵਧੀਆ ਲੱਗਦੇ ਵਸਦੇ ਯਾਰ। ਅੱਛਾ, ਮੈਂ ਇੱਕ ਤੁਹਾਨੂੰ ਹੋਰ ਗੱਲ ਪੁੱਛੂ, ਕਿਉਂਕਿ ਤੁਸੀਂ ਥੀਏਟਰ ਨਾਲ ਜੁੜੇ ਹੋਏ ਹੋ, ਔਰ ਥੀਏਟਰ ਦੇ ਵਿੱਚ ਜਿਹੜੀਆਂ ਕਹਾਣੀਆਂ ਦਿਖਾਈਆਂ ਜਾਂਦੀਆਂ ਉਹ ਬਹੁਤ ਸੋਹਣੀਆਂ ਹੁੰਦੀਆਂ, ਹੈ ਨਾ। ਤਾਂ ਤੁਹਾਨੂੰ ਕੀ ਲੱਗਦਾ ਕਿ ਆਪਣੀ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਜਿਹੜੀਆਂ ਪੰਜਾਬੀ ਫਿਲਮਾਂ ਹੈ, ਇਹਨਾਂ 'ਚ ਕਿਤੇ ਨਾ ਕਿਤੇ ਕਹਾਣੀਆਂ 'ਚ ਕਮੀ ਹੈ, ਜਾਂ ਇੱਕੋ ਤਰ੍ਹਾਂ ਆਈ ਜਾਂਦੀਆਂ ਹੈ, ਜਾਂ ਓਨੀਆਂ ਵਧੀਆ ਨਹੀਂ ਹੈ ਜਿੰਨੀਆਂ ਹੋਣੀਆਂ ਚਾਹੀਦੀਆਂ? ਮੈਂ ਤੁਹਾਨੂੰ ਇਹ ਕਹਿ ਰਹੀ ਨਾ ਕਿ ਪੰਜਾਬੀ ਇੰਡਸਟਰੀ ਹੁਣ ਕਾਫੀ ਗਰੋ ਕਰਨਾ ਸ਼ੁਰੂ ਕਰ ਦਿੱਤਾ ਹੈ। ਫਰੈਸ਼ ਟੈਲੈਂਟ ਜਿਹੜਾ ਆ ਰਿਹਾ ਉਹ ਬੜਾ ਕੁਛ ਨਵਾਂ ਲੈ ਕੇ ਆ ਰਿਹਾ, ਹੈ ਨਾ। ਸੋ ਨਾਟਕਾਂ ਦੇ ਵਿੱਚ ਇਹ ਹੁੰਦਾ ਕਿ ਨਾਟਕਾਂ ਦਾ ਬਹੁਤ ਫਿਲਮਾਂ ਇੱਦਾਂ ਦੀਆਂ ਹੈਗੀਆਂ ਜਿਹੜੀਆਂ ਨਾਵਲਸ 'ਤੇ ਬਣੀਆਂ ਨੇ ਜਾਂ ਫਿਰ ਨਾਟਕਾਂ ਤੋਂ ਅਡੋਪਟ ਹੋ ਕੇ ਬਣੀਆਂ ਨੇ, ਬਹੁਤ ਫਿਲਮਾਂ ਹੈਗੀਆਂ ਨੇ ਇੱਦਾਂ ਦੀਆਂ। ਸੋ ਮੈਨੂੰ ਇਹ ਲੱਗਦਾ ਹੈ ਕਿ ਆਪਣੀ ਪੰਜਾਬੀ ਇੰਡਸਟਰੀ 'ਚ ਜਿਹੜੇ ਕਨਸੈਪਟ ਆ ਉਹ ਹੁਣ ਕਾਫੀ ਆ ਰਹੇ ਨੇ, ਗੁੱਡ ਆ ਰਹੇ ਨੇ, ਔਰ ਮੈਨੂੰ ਬਹੁਤ ਵਧੀਆ ਲੱਗ ਰਿਹਾ ਨੇ, ਨਵੇਂ ਨਵੇਂ ਕਨਸੈਪਟਸ ਆ ਰਹੇ ਨੇ। ਔਰ ਜਦੋਂ ਅਸੀਂ ਈਵਨ ਕੋਈ ਫਿਲਮ ਵੀ ਦੇਖਦੇ ਹਾਂ ਜਿਹਦੇ 'ਤੇ ਬਹੁਤ ਵਧੀਆ ਕੰਮ ਕੀਤਾ ਗਿਆ ਹੁੰਦਾ, ਜਾਂ ਸਟੋਰੀ 'ਤੇ ਜਾਂ ਕਿਤੋਂ ਅਡੋਪਟ ਕੀਤੀ ਹੁੰਦੀ ਆ ਕਿਸੇ ਨਾਵਲ ਤੋਂ ਜਾਂ ਕਿਸੇ ਨਾਟਕ ਤੋਂ, ਸੋ ਵਧੀਆ ਲੱਗਦੀ ਹੈ ਦੇਖਣ 'ਚ। ਸੋ ਮੈਨੂੰ ਇਹ ਲੱਗ ਰਿਹਾ ਕਿ ਆਪਣੀ ਇੰਡਸਟਰੀ ਦੇ ਵਿੱਚ ਬਹੁਤ ਵਧੀਆ ਕਨਸੈਪਟ ਆਉਣੇ ਸ਼ੁਰੂ ਹੋ ਗਏ ਆ, ਸੋ ਹੋਰ ਵਧੀਆ ਤਰੀਕੇ ਨਾਲ ਅੱਗੇ ਵਧੂਗੀ। ਸਹੀ ਗੱਲ ਹੈ। ਨਹੀਂ, ਕਾਫੀ ਹੁਣ ਅਲੱਗ-ਅਲੱਗ ਤਰ੍ਹਾਂ ਦੀਆਂ ਮੂਵੀਜ਼ ਆ ਰਹੀਆਂ। ਇੱਕ ਦੌਰ ਜਿਹਾ ਆਇਆ ਸੀ ਕਿ ਬਸ ਉਹੀ ਫਨੀ ਜਿਹੀਆਂ ਮੂਵੀਆਂ ਦਾ ਦੌਰ ਆਇਆ ਸੀ। ਹੁਣ ਹਾਂ ਇੱਕ ਤਰ੍ਹਾਂ ਦਾ ਹੀ, ਬਟ ਹੁਣ ਅੱਜ ਕੱਲ੍ਹ ਲੋਕੀ, ਮੈਨੂੰ ਇਹ ਕਿ ਸਾਡੀ ਆਡੀਅנס ਨੂੰ ਵੀ ਐਪਰੀਸ਼ੀਏਟ ਕਰਨ ਦੀ ਬਹੁਤ ਜ਼ਰੂਰਤ ਆ ਨਵੇਂ ਨਵੇਂ ਕਨਸੈਪਟਸ ਦੀ, ਕਿਉਂਕਿ ਲੋਕੀ ਡਰਦੇ ਹੀ ਨਹੀਂ ਬਣਾਉਂਦੇ ਕਿ ਲੋਕਾਂ ਨੇ ਪਸੰਦ ਨਹੀਂ ਕਰਨਾ ਕਿ ਅੱਛਾ ਇਹ ਕਨਸੈਪਟ ਆਪਾਂ ਬਣਾ ਤੇ ਲਵਾਂਗੇ, ਬਟ ਲੋਕਾਂ ਨੇ ਉਹਨੂੰ ਐਪਰੀਸ਼ੀਏਟ ਹੀ ਨਹੀਂ ਕਰਨਾ। ਸੋ ਮੈਨੂੰ ਇਹ ਲੱਗਦਾ ਕਿ ਆਡੀਅנס ਦਾ ਵੀ ਇਹ ਫਰਜ਼ ਬਣਦਾ ਹੈ ਕਿ ਜੇ ਤੁਸੀਂ ਨਵਾਂ ਕੁਝ ਪਾਲਣਾ ਚਾਹੁੰਦੇ ਹੋ ਕਿ ਅਸੀਂ ਨਵਾਂ ਕੁਝ ਤੁਹਾਨੂੰ ਦਿਖਾਈਏ, ਸੋ ਉਹਨੂੰ ਐਪਰੀਸ਼ੀਏਟ ਵੀ ਕਰੋ। ਔਰ ਤੁਸੀਂ ਕੀ ਕਹੋਗੇ ਜਿਹੜੀਆਂ ਇੰਡਸਟਰੀ 'ਚ ਨਵੀਆਂ ਕੁੜੀਆਂ ਜਿਨ੍ਹਾਂ ਨੇ ਆਉਣਾ ਹੈ, ਆਉਣ ਬਾਰੇ ਸੋਚ ਰਹੀਆਂ ਹੈ, ਫਿਰ ਇੱਥੇ ਆ ਕੇ ਜਾਂ ਆ ਕੇ ਜਿਹੜੀਆਂ ਕੰਮ ਕਰ ਰਹੀਆਂ ਹੈ, ਤੁਸੀਂ ਉਹਨਾਂ ਬਾਰੇ ਕੀ ਕਹੋਗੇ? ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕਿ ਉਹਨਾਂ ਨੂੰ ਕਿਵੇਂ ਰਹਿਣਾ ਚਾਹੀਦਾ ਹੈ? ਮੈਨੂੰ ਇਹ ਲੱਗਦਾ ਹੈ ਕਿ ਜਿਹੜੀਆਂ ਨਵੀਆਂ ਕੁੜੀਆਂ ਆ ਰਹੀਆਂ ਨੇ
ਪਹਿਲਾਂ ਤਾਂ ਉਹ ਆਪਣਾ ਗੋਲ ਕਲੀਅਰ ਕਰਨ ਕਿ ਅਸੀਂ ਕੀ ਕਰਨਾ ਹੈ ਨਾ, ਕਿ ਅਗਰ ਐਕਟਿੰਗ ਹੀ ਕਰਨੀ ਹੈ, ਐਕਟਰੈਸ ਹੀ ਬਣਨਾ ਹੈ, ਸੋ ਸਿੱਖ ਕੇ ਆਓ। ਬਿਲਕੁਲ ਸਿੱਖ ਕੇ ਆਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਤੇ ਨਾ ਕਿਤੇ, ਕਿਉਂਕਿ ਇੱਥੇ ਕਿਸੇ ਕੋਲ ਇੰਨਾ ਟਾਈਮ ਨਹੀਂ ਹੈ ਕਿ ਤੁਹਾਨੂੰ ਪਹਿਲਾਂ ਸਿਖਾਉਣ ਅਤੇ ਫਿਰ ਤੁਹਾਨੂੰ ਲਾਂਚ ਕਰਨ। ਮਤਲਬ ਠੀਕ ਆ, ਉਹ ਚੀਜ਼ਾਂ ਨੂੰ ਵੀ ਕਿਤੇ ਨਾ ਕਿਤੇ ਉਹ ਤੁਹਾਡਾ ਆਪਣਾ ਬਹੁਤ, ਤੁਹਾਡੇ ਅੰਦਰ ਜਿਹੜੀ ਇੱਕ ਸੈਲਫ ਰਿਸਪੈਕਟ ਹੁੰਦੀ ਹੈ ਨਾ, ਉਹ ਤੁਹਾਡਾ ਕੌਨਫੀਡੈਂਸ ਬਹੁਤ ਵਧਾ ਦਿੰਦੀ ਕਿ ਯੈਸ, ਕਿ ਮੈਂ ਸਿੱਖ ਕੇ ਆਈ ਹਾਂ, ਮੈਂ ਸਿੱਖ ਕੇ ਆਈ ਹਾਂ ਅਤੇ ਮੈਨੂੰ ਹੁਣ ਕਿਹੜੀ ਫੀਲਡ 'ਚ ਜਾਣਾ ਜਾਂ ਮੈਂ ਕੀ ਕੰਮ ਕਰਨਾ। ਸੋ ਥੋੜ੍ਹਾ ਬਹੁਤਾ, ਚਾਹੇ ਤੁਸੀਂ ਐਕਟਿੰਗ ਕਲਾਸਿਸ ਲਓ, ਚਾਹੇ ਤੁਸੀਂ ਥੀਏਟਰ ਕਰੋ, ਕੁਛ ਵੀ ਕਰੋ, ਲੇਕਿਨ ਤੁਸੀਂ ਸਿੱਖ ਕੇ ਆਓ ਇੱਕ ਵਾਰ। ਜਦੋਂ ਸਿੱਖ ਕੇ ਆਏ ਹੋਵੋਗੇ ਨਾ, ਤਾਂ ਕਿਸੇ ਨੂੰ ਵੀ ਕਾਸਟ ਕਰਨ ਲਈ ਬਹੁਤ ਈਜ਼ੀ ਹੋ ਜਾਂਦਾ ਹੈ। ਤੁਹਾਡਾ ਆਡੀਸ਼ਨ ਬਹੁਤ ਈਜ਼ੀਲੀ ਬਣ ਜਾਂਦਾ, ਤੁਸੀਂ ਵਧੀਆ ਆਡੀਸ਼ਨ ਦੇ ਪਾਉਂਦੇ ਹੋ। ਕਿਉਂਕਿ ਮੈਂ ਅੱਜ ਤੱਕ, ਹੁਣ ਤੱਕ ਜਿੱਥੇ ਵੀ ਇੱਥੇ ਪਹੁੰਚੀ ਹਾਂ, ਜਿੰਨਾ ਵੀ ਮੈਂ ਹੁਣ ਤੱਕ ਹੈਗੀ ਹਾਂ, ਮੈਂ ਹਰ ਇੱਕ ਚੀਜ਼ ਲਈ ਆਡੀਸ਼ਨ ਦਿੱਤਾ ਹੈ। ਮੈਂ ਆਡੀਸ਼ਨ ਫਸਟ ਫਿਲਮ ਲਈ ਵੀ ਦਿੱਤਾ ਸੀ, ਮੈਂ ਬਾਲੀਵੁੱਡ ਫਿਲਮ ਲਈ ਵੀ ਆਡੀਸ਼ਨ ਦਿੱਤਾ ਹੈ। ਸੋ ਆਡੀਸ਼ਨਸ ਤਾਂ ਦੇਣੇ ਹੀ ਪੈਂਦੇ ਆ। ਜੇ ਤੁਸੀਂ ਬਿਨਾਂ ਆਡੀਸ਼ਨ ਦਿੱਤੇ ਵੀ ਮੰਨ ਲਓ ਆ ਜਾਂਦੇ ਹੋ, ਤੇ ਬਟ ਉਹ ਫਿਰ ਉਹ ਦਿਖਦਾ ਸਕਰੀਨ 'ਤੇ ਕਿ ਹਲੇ ਸਿੱਖ ਕੇ ਨਹੀਂ ਆਏ। ਬਿਲਕੁਲ। ਸੋ ਮੈਨੂੰ ਲੱਗਦਾ ਕਿ ਸਿੱਖ ਕੇ ਆਉਣਾ ਚਾਹੀਦਾ। ਹਾਂ, ਸਭ ਤੋਂ ਜ਼ਰੂਰੀ ਗੱਲ ਹੈ ਕਿ ਤੁਸੀਂ ਸਿੱਖੇ ਹੋਣੇ ਚਾਹੀਦੇ ਹੋ। ਹਾਂਜੀ। ਪਰ ਸਾਵਨ, ਕਈ ਵਾਰੀ ਮੈਂ ਦੇਖਿਆ ਹੈ ਕਈ ਕੁੜੀਆਂ ਬੜੀਆਂ ਟੈਲੈਂਟਡ ਹੁੰਦੀਆਂ ਹੈ। ਮੈਂ ਜਦੋਂ ਮੈਂ ਕਾਲਜ ਸੀ ਨਾ, ਇੱਕ ਕੁੜੀ ਸਾਡੇ ਬਹੁਤ ਸੋਹਣਾ ਗਾਉਂਦੀ ਸੀਗੀ। ਮੈਂ ਵੈਸੇ ਤੁਹਾਨੂੰ ਗੱਲ ਦੱਸਣ ਲੱਗੀ ਹਾਂ, ਕਿਉਂਕਿ ਬਹੁਤ ਹੀ ਮਤਲਬ ਬਹੁਤ ਵਧੀਆ ਗਾਉਂਦੀ ਸੀ। ਜਿੱਦਾਂ ਤਿਆਰੀ ਕਰੀ ਗਈ, ਉਹਨੂੰ ਟੀਚਰਸ ਨੇ ਕਰਾਈ ਯੂਥ ਫੈਸਟੀਵਲ ਬਾਹਰ ਹੋਣਾ ਸੀਗਾ ਕਿਸੇ ਹੋਰ ਕਾਲਜ 'ਚ, ਉੱਥੇ ਜਾਣਾ ਸੀ। ਉਹਦੇ ਪੇਰੈਂਟਸ ਨਹੀਂ ਸੀ ਮੰਨ ਰਹੇ, ਔਰ ਉਹ ਕੁੜੀ ਇੰਨਾ ਸੁਰੀਲਾ ਗਾਉਂਦੀ ਸੀ ਨਾ, ਤਾਂ ਮੰਨ ਹੀ ਨਹੀਂ ਰਹੇ। ਮੈਮ ਵਿਚਾਰੇ ਟੀਚਰ ਜਿਹੜੇ ਸੀਗੇ ਸਾਡੇ, ਉਹ ਕਹਿ ਰਹੇ ਉਹਨਾਂ ਨੂੰ, ਪੇਰੈਂਟਸ ਨੂੰ, ਕਿ ਪਲੀਜ਼ ਤੁਸੀਂ ਜਾਣ ਦਿਓ, ਤੁਹਾਡੀ ਕੁੜੀ ਇੰਨਾ ਵਧੀਆ। ਨਹੀਂ ਜੀ, ਅਸੀਂ ਬਾਹਰ ਨਹੀਂ ਜਾਣ ਦੇਣਾ, ਅਸੀਂ ਪੜ੍ਹਾ ਰਹੇ ਹਾਂ, ਇੰਨਾ ਹੀ ਬਹੁਤ ਹੈ ਇਹਨੂੰ। ਮਤਲਬ ਉਹਨੂੰ ਕੁੜੀ ਨੂੰ ਇੱਥੋਂ ਤੱਕ ਕਹਿ ਰਹੇ ਸੀ ਕਿ ਤੈਨੂੰ ਅਸੀਂ ਪੜ੍ਹਨੋਂ ਹਟਾ ਲਾਂਗੇ ਜੇ ਤੂੰ ਆ ਕੁਛ ਕਰਨਾ ਹੈ। ਸ਼ਾਇਦ ਹੁਣੇ ਕਿਤੇ ਬਹੁਤ ਘਟ ਗਿਆ ਹੈ, ਬਟ ਫਿਰ ਵੀ ਮੈਂ ਕਹੂੰਗੀ ਉਹਨਾਂ ਪੇਰੈਂਟਸ ਨੂੰ ਅਸੀਂ ਕੀ ਕਹੀਏ ਜਿਹੜੇ ਇੱਦਾਂ ਆਪਣੇ ਬੱਚੇ ਦਾ ਟੈਲੈਂਟ ਨਹੀਂ ਦੇਖਦੇ। ਐਕਚੁਅਲੀ ਇਹ ਚੀਜ਼ ਮੈਂ ਖੁਦ ਦੇਖੀ ਹੈ ਕਿ ਮੈਂ ਨਾ, ਮਤਲਬ ਇੰਡਸਟਰੀ ਦੇ ਵਿੱਚ ਆ ਚੁੱਕੀ ਸੀ ਉਦੋਂ। ਮੈਂ ਕਿਸੇ ਫਿਲਮ ਦੇ ਵਿੱਚ, ਮੇਰੀ ਕੋਈ ਫਰੈਂਡ ਸੀਗੀ ਅਤੇ ਉਹ ਬਹੁਤ ਵਧੀਆ ਸੀ, ਟੈਲੈਂਟਡ ਸੀ। ਮੈਂ ਉਹਨੂੰ ਚਾਹੁੰਦੀ ਸੀਗੀ ਕਿ ਉਹ ਅੱਗੇ ਆਵੇ ਅਤੇ ਉਹਨੂੰ ਮੈਂ ਕਾਸਟ ਕਰਾਵਾਂ ਫਿਲਮ ਦੇ ਵਿੱਚ, ਬਟ ਉਹਦੇ ਪੇਰੈਂਟਸ ਨਹੀਂ ਮੰਨੇ। ਸੋ ਮੈਨੂੰ ਉਦੋਂ ਇਹ ਫੀਲ ਹੋਇਆ ਕਿ ਕਿਤੇ ਨਾ ਕਿਤੇ ਇੱਕ ਨਾ ਮੰਨਣ ਦੇ ਪਿੱਛੇ ਕਾਰਨ ਕੀ ਹੈ। ਸੋ ਮੈਨੂੰ ਇਹ ਲੱਗਦਾ ਕਿ ਅਸੀਂ ਘੱਟੋ ਘੱਟ ਉਸ ਕੈਟਾਗਰੀ 'ਚ ਜਾਂ ਉਸ ਚੀਜ਼ 'ਚ ਆ ਸਕਦੇ ਆ ਕਿ ਪੇਰੈਂਟਸ ਸਾਨੂੰ ਦੇਖ ਕੇ ਘੱਟੋ ਘੱਟ ਅਸੀਂ ਇਹ ਰਿਸਪੌਂਸਿਬਿਲਿਟੀ ਚੱਕੀਏ ਕਿ ਅਸੀਂ ਇੰਨਾ ਵਧੀਆ ਕੰਮ ਕਰੀਏ, ਇੰਨਾ ਵਧੀਆ ਕੰਮ ਕਰਕੇ ਦਿਖਾਈਏ, ਤਾਂ ਕਿ ਪੇਰੈਂਟਸ ਨੂੰ ਇਹ ਫੀਲ ਹੋਵੇ ਕਿ ਜੇ ਮੇਰਾ ਬੱਚਾ ਕਹਿ ਰਿਹਾ ਕਿ ਮੈਂ ਇਸ ਫੀਲਡ 'ਚ ਆਉਣਾ, ਤਾਂ ਉਹ ਬੱਚਾ ਵੀ ਤਾਂ ਹੈਗਾ ਨਾ, ਉਹ ਵੀ ਤਾਂ ਗਰੋ ਕਰ ਰਿਹਾ ਨਾ, ਅਤੇ ਸਾਡਾ ਬੱਚਾ ਕਿਉਂ ਨਹੀਂ ਕਰ ਸਕਦਾ। ਸੋ ਮੈਨੂੰ ਇਹ ਲੱਗਦਾ ਕਿ ਸਾਨੂੰ ਕਿਤੇ ਨਾ ਕਿਤੇ ਉਸ ਚੀਜ਼ ਦੀ ਰਿਸਪੌਂਸਿਬਿਲਿਟੀ ਚੱਕਦੇ ਹੋਏ ਐਗਜ਼ਾਮਪਲ ਬਣਨਾ ਬਹੁਤ ਜ਼ਰੂਰੀ ਹੈ। ਬਿਲਕੁਲ, ਜਿਹੜੇ ਆਲਰੇਡੀ ਕੰਮ ਕਰ ਰਹੇ ਆ ਉਹ ਇੱਕ ਐਗਜ਼ਾਮਪਲ ਸੈੱਟ ਕਰਨ, ਤਾਂ ਕਿ ਪੇਰੈਂਟਸ ਨੂੰ, ਬਾਕੀ ਮੈਂ ਸੋਚਦੀ ਪੇਰੈਂਟਸ ਨੂੰ ਵੀ ਥੋੜਾ ਚਾਹੀਦਾ ਹੈ ਕਿ ਹੁਣ ਜ਼ਮਾਨਾ ਬਹੁਤ ਬਦਲ ਗਿਆ ਹੈ। ਅੱਜ ਕੱਲ੍ਹ ਤਾਂ ਮਤਲਬ ਮੈਂ ਖੁਦ ਚੇਂਜਸ ਦੇਖ ਰਹੀ ਹਾਂ। ਮੇਰੇ ਨਾਨਾ ਜੀ ਬਹੁਤ ਸਟ੍ਰਿਕਟ ਸੀਗੇ, ਬਹੁਤ ਜ਼ਿਆਦਾ ਸਟ੍ਰਿਕਟ ਸੀਗੇ। ਮੰਮਾ ਉਹਨਾਂ ਨੂੰ ਸੁੱਤੇ ਪਏ ਨੂੰ ਇੱਦਾਂ ਉਠਾ ਕੇ ਬਿਠਾ ਦਿੰਦੇ ਸੀਗੇ ਕਿ ਪੜ੍ਹੋ, ਚਲੋ ਹੁਣ ਪੜ੍ਹਨਾ ਆ, ਹੈ ਨਾ, ਬਹੁਤ ਸਟ੍ਰਿਕਟ ਸੀ। ਅੱਜ ਦੇ ਟਾਈਮ 'ਤੇ ਉਹ ਫੋਨ ਵੀ ਚਲਾਉਂਦੇ ਆ, ਉਹ TV ਵੀ ਦੇਖਦੇ ਆ, ਰੀਲਸ ਵੀ ਦੇਖਦੇ ਆ। ਟਾਈਮ ਬਦਲ ਰਿਹਾ, ਪਰ ਮੈਨੂੰ ਇਹ ਲੱਗਦਾ ਕਿ ਕਿਸੇ ਨਾ ਕਿਸੇ ਨੂੰ ਤਾਂ ਰਿਸਪੌਂਸਿਬਿਲਿਟੀ ਚੱਕਣੀ ਪੈਣੀ ਹੈ ਕਿ ਤਾਂ ਕਿ ਪੇਰੈਂਟਸ ਉਸ ਚੀਜ਼ ਨੂੰ ਸਮਝਣ ਅਤੇ ਆਪਣੇ ਬੱਚਿਆਂ ਨੂੰ ਅੱਗੇ ਲੈ ਕੇ ਆਉਣ ਜਿਨ੍ਹਾਂ 'ਚ ਟੈਲੈਂਟ ਹੈ। ਬਿਲਕੁਲ ਸਹੀ ਕਿਹਾ ਤੁਸੀਂ। ਹੁਣ ਮੈਂ ਇੱਕ ਨਾ ਬਹੁਤ ਹੀ ਕੱਬਾ ਜਿਹਾ ਸਵਾਲ ਪੁੱਛੂੰਗੀ ਤੁਹਾਨੂੰ। ਹਾਂਜੀ। ਤੁਸੀਂ ਆਨਸਰ ਦੇਣਾ ਹੈ ਮੈਨੂੰ। ਹਾਂਜੀ। ਤੁਹਾਨੂੰ ਕੀ ਲੱਗਦਾ ਕਿ ਜਿਹੜੀ ਆਪਣੀ ਪੰਜਾਬੀ ਫਿਲਮ ਇੰਡਸਟਰੀ ਹੈ, ਹਾਂਜੀ, ਇਹਦੇ 'ਤੇ ਜਿਹੜੇ ਪੰਜਾਬੀ ਗਾਇਕ ਆ, ਇਹਨਾਂ ਨੇ ਕਬਜ਼ਾ ਕੀਤਾ ਹੋਇਆ ਹੈ? ਕਬਜ਼ਾ ਕਿਵੇਂ? ਮਤਲਬ ਸਿੰਗਿੰਗ ਲਾਈਨ 'ਚ ਕਿ ਫਿਲਮ ਇੰਡਸਟਰੀ 'ਤੇ? ਫਿਲਮ ਲਾਈਨ 'ਚ। ਫਿਲਮ ਲਾਈਨ 'ਚ ਕਿੱਥੇ ਕੋਈ ਆ ਜਾਂਦਾ। ਮੈਨੂੰ ਉਹੀ ਨਾ, ਇਹੀ ਗੱਲ ਹੈ ਨਾ ਕਿ ਆਪਾਂ ਓਵਰਆਲ ਦੇਖ ਲੈਂਦੇ ਹਾਂ ਕਈ ਵਾਰੀ ਕਿ ਚਲੋ ਫੇਸ ਸੋਹਣਾ ਆ, ਐਕਟਰ ਲਾਂਚ ਕਰ ਦਿੰਦੇ ਆ, ਗਾਣਾ ਵੀ ਲੈ ਲਾਂਗੇ, ਹੈ ਨਾ। ਸੋ ਇਹ ਚੀਜ਼ਾਂ ਤਾਂ ਹੁੰਦੀਆਂ ਹੀ ਆ। ਕਈ ਵਾਰੀ ਬਹੁਤ ਵਧੀਆ ਸਿੰਗਰਸ ਆ ਜਿਹੜੇ ਬਹੁਤ ਵਧੀਆ ਐਕਟਰ ਨੇ, ਬਹੁਤ ਵੱਡੀਆਂ ਐਗਜ਼ਾਮਪਲਸ ਨੇ। ਮੈਂ ਅਮਰਿੰਦਰ ਸਰ ਨੂੰ ਕਹੂੰਗੀ, ਐਮੀ ਵਿਰਕ ਨੂੰ ਕਹੂੰਗੀ। ਐਮੀ ਸਰ ਤੁਸੀਂ ਦੇਖੋ ਵੀ ਉਹਨਾਂ ਨੇ ਕਿੰਨਾ ਚੇਂਜ, ਅੱਜ ਦੇ ਟਾਈਮ 'ਤੇ ਉਹ ਕਿੰਨੇ ਗੁੱਡ ਐਕਟਰ ਨੇ, ਬਣ ਚੁੱਕੇ ਨੇ। ਸੋ ਮੈਨੂੰ ਇਹ ਲੱਗਦਾ ਹੈ ਕਿ ਯੈਸ, ਅਫਕੋਰਸ ਕਿ ਮੇਲ ਕਰੈਕਟਰਸ ਦੇ ਵਿੱਚ ਖਾਸ ਕਰਕੇ ਸਿੰਗਰਸ ਜਿਹੜੇ ਆ ਉਹ ਜ਼ਿਆਦਾ, ਇੱਦਾਂ ਇਹ ਨਹੀਂ ਕਿ ਉਹ ਆਪ ਹੀ ਕਹਿ ਰਹੇ ਨੇ ਕਿ ਨਹੀਂ ਅਸੀਂ ਤਾਂ ਦੂਜੇ ਆਉਣ ਹੀ ਨਹੀਂ ਦੇਣੇ। ਗੱਲ ਇਹ ਹੈ ਕਿ ਮੈਨੂੰ ਇਹ ਲੱਗਦਾ ਕਿ ਐਫਰਟਸ ਤਾਂ ਕਰਨੇ ਜ਼ਰੂਰੀ ਆ ਕਾਸਟਿੰਗ ਡਾਇਰੈਕਟਰਸ ਨੂੰ ਵੀ, ਕਿ ਤਾਂ ਕਿ ਅਸੀਂ ਨਵੇਂ ਚਿਹਰੇ ਜਿਹੜੇ ਸਿਰਫ ਐਕਟਰਸ ਵੀ ਹੋਣ, ਉਹ ਵੀ ਅੱਗੇ ਆਉਣ। ਬਿਲਕੁਲ, ਨਵੇਂ ਲੋਕਾਂ ਨੂੰ ਚਾਂਸ ਦੇਣਾ, ਬਿਲਕੁਲ ਦੇਣਾ ਚਾਹੀਦਾ। ਮੈਂ ਇਸ ਚੀਜ਼ ਨਾਲ ਐਗਰੀ ਕਰਦੀ ਹਾਂ। ਸੋ ਇਹ ਬਹੁਤ ਜ਼ਰੂਰੀ ਹੈ। ਓਕੇ,
ਚਲੋ ਵਧੀਆ ਆਨਸਰ ਕੀਤਾ ਤੁਸੀਂ ਵੈਸੇ। ਅੱਛਾ ਸਾਵਨ, ਹੋਰ ਤੁਹਾਡੇ ਆਉਣ ਵਾਲੇ ਕੀ ਪ੍ਰੋਜੈਕਟ ਹੈਗੇ ਆ? ਹਾਂਜੀ, ਮੈਂ ਇੱਕ ਤਾਂ ਮੇਰਾ ਰਿਲੀਜ਼ਿੰਗ ਤੇ ਆ, ਦੂਸਰਾ ਮੇਰਾ ਇੱਕ ਪ੍ਰੋਜੈਕਟ ਥੋੜੇ ਦਿਨਾਂ ਤੱਕ ਮੈਂ ਅਨਾਉਂਸ ਕਰ ਦੇਣਾ, ਸੋ ਉਹ ਸਰਪ੍ਰਾਈਜ਼ ਆ, ਸੋ ਉਹਨੂੰ ਸਰਪ੍ਰਾਈਜ਼ ਹੀ ਰਹਿਣ ਦਿੰਦੇ ਆ। ਸੋ ਮੈਂ ਥੋੜੇ ਦਿਨ ਤੱਕ ਉਹ ਡਿਸਕਲੋਜ਼ ਕਰ ਦਾਂਗੀ ਤੇ ਬਸ ਅਪਡੇਟਸ ਦਿੰਦੀ ਰਹੂੰਗੀ ਇੱਦਾਂ ਹੀ। ਸੋ ਮੈਨੂੰ ਇਹ ਹੁੰਦਾ ਰਹਿੰਦਾ ਹੈ ਕਿ ਮੈਂ ਜੋ ਕਰ ਲਿਆ ਉਸ ਤੋਂ ਹੁਣ ਨੈਕਸਟ ਵੱਡਾ ਕੀ ਕਰਨਾ ਹੈ ਔਰ ਕਿੰਨਾ ਅੱਛਾ ਕਰੈਕਟਰ ਕਰਨਾ ਹੈ। ਸੋ ਮੇਰੇ ਲਈ ਬਹੁਤ ਮੈਟਰ ਕਰਦਾ ਹੈ, ਕਿਉਂਕਿ ਇੰਨੀਆਂ ਆਸਾਂ ਨੇ ਤੁਹਾਡੇ 'ਤੇ, ਰਿਸਪੌਂਸਿਬਿਲਿਟੀ ਬਣ ਜਾਂਦੀਆਂ ਹੈ, ਲੋਕੀ ਤੁਹਾਨੂੰ ਦੇਖਣਾ ਚਾਹੁੰਦੇ ਨੇ। ਸੋ ਤੁਹਾਡਾ ਫਰਜ਼ ਬਣਦਾ ਕਿ ਤੁਸੀਂ ਨਵੀਆਂ ਚੀਜ਼ਾਂ ਲੈ ਕੇ ਆਓ ਲੋਕਾਂ ਸਾਹਮਣੇ। ਗੱਲਾਂ ਕਰਕੇ ਮੈਨੂੰ ਬਹੁਤ ਚੰਗਾ ਲੱਗ ਰਿਹਾ ਐਕਚੁਅਲੀ, ਬਹੁਤ ਚੰਗਾ ਲੱਗ ਰਿਹਾ। ਤਾਂ ਚਲੋ ਕੋਈ ਨਹੀਂ, ਇੰਟਰਵਿਊ ਖਤਮ ਕਰਦੇ ਅਸੀਂ ਫਿਰ ਤੋਂ ਗੱਲਾਂ ਕਰਾਂਗੇ ਡੈਫੀਨੇਟਲੀ। ਬਾਕੀ ਅਖੀਰ ਤੇ ਮੈਂ ਇਹ ਕਹੂੰਗੀ ਕਿ ਤੁਸੀਂ ਕੁਝ ਸਰੋਤਿਆਂ ਲਈ ਕੋਈ ਮੈਸੇਜ, ਬੜਾ ਰਸਮੀ ਜਿਹਾ ਹੁੰਦਾ ਆ ਇਹ, ਬਟ ਤੁਸੀਂ ਕੋਈ ਦੱਸ। ਮੈਂ ਪਹਿਲੀ ਗੱਲ ਤਾਂ ਥੈਂਕ ਯੂ ਸੋ ਮਚ, ਤੁਸੀਂ ਬੜੇ ਖੂਬਸੂਰਤ ਕੁਐਸਚਨਸ ਔਰ ਬੜੇ ਬੋਲਡ ਕੁਐਸਚਨਸ ਵੀ ਪੁੱਛੇ ਆ ਤੇ ਮੈਨੂੰ ਬੜਾ ਚੰਗਾ ਲੱਗਿਆ ਸੁਣ ਕੇ, ਬੋਲ ਕੇ ਵੀ। ਤੇ ਮੈਂ ਸਭ ਨੂੰ ਇਹੀ ਕਹਿਣਾ ਚਾਹੂੰਗੀ ਕਿ ਬਹੁਤ ਪਿਆਰ, ਰਿਸਪੈਕਟ ਦੇ ਰਹੇ ਨੇ ਮੈਨੂੰ, ਆਡੀਅנס ਦੇ ਰਿਹਾ। ਸੋ ਮੇਰਾ ਫਰਜ਼ ਜੋ ਬਣਦਾ ਮੈਂ ਪੂਰੀ ਖਰੀ ਉਤਰੂੰਗੀ। ਮੈਂ ਕੋਸ਼ਿਸ਼ ਕਰੂੰਗੀ ਕਿ ਤੁਹਾਨੂੰ ਮੈਂ ਨਵੇਂ ਪ੍ਰੋਜੈਕਟਸ ਦੇ ਨਾਲ ਹਮੇਸ਼ਾ ਐਂਟਰਟੇਨ ਕਰਦੀ ਰਵਾਂ। ਤੇ ਥੈਂਕ ਯੂ ਸੋ ਮਚ ਇੰਨਾ ਪਿਆਰ ਦੇਣ ਲਈ। ਸਾਵਨ, ਸਾਡੇ ਵੱਲੋਂ ਵੀ ਤੁਹਾਨੂੰ ਬਹੁਤ ਪਿਆਰ ਔਰ ਹਮੇਸ਼ਾ ਮਿਲਦਾ ਰਹੂਗਾ। ਥੈਂਕ ਯੂ ਸੋ ਮਚ ਮੈਮ, ਆਈ ਐਮ ਬਲੈਸਡ। ਥੈਂਕ ਯੂ। ਮੈਂ ਆਡੀਅנס ਵੱਲੋਂ, ਮੇਰੇ ਵੱਲੋਂ ਤੁਹਾਨੂੰ ਬਹੁਤ ਦੁਆਵਾਂ ਦਿੰਦੀ ਹਾਂ। ਤਾਂ ਆਪਾਂ ਫਿਰ ਕਦੀ ਮਿਲਾਂਗੇ, ਫਿਰ ਇੰਟਰਵਿਊ ਕਰਾਂਗੇ, ਠੀਕ ਹੈ? ਹਾਂਜੀ, ਸੋ ਇਹ ਸੀ ਜੀ ਸਾਵਨ ਰੂਪੋਵਾਲੀ। ਤੁਸੀਂ ਅਕਸਰ ਮੂਵੀਜ਼ ਦੇ ਵਿੱਚ ਦੇਖਿਆ ਹੈ, ਅੱਜ ਤੁਸੀਂ ਇੰਟਰਵਿਊਜ਼ ਦੇਖਿਆ, ਉਹਨਾਂ ਨੇ ਕਿਵੇਂ ਆਪਣੀਆਂ ਗੱਲਾਂ, ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕੀਤੇ ਆ। ਸੋ ਇੰਟਰਵਿਊ ਦੇਖੋ, ਇੰਜੋਏ ਕਰੋ, ਖੁਸ਼ ਰਹੋ, ਆਬਾਦ ਰਹੋ। ਸਤਿ ਸ਼੍ਰੀ ਅਕਾਲ ਜੀ।